बहुत ही सत्कारयोग ਸਰੋਤਾ ਜਨ मैं इंजीनियर सुखचैन सिंह लैलपुरी आप जी ਦਾ बहुत बहुत ਧੰਨਵਾਦੀ ਹਾਂ ਕਿ ਆਪ ਜੀ ਨੇ ਮੇਰੇ ਵੱਲੋਂ ਪਾਈਆਂ ਗਈਆਂ ਕੁਝ ਮਹਾਨ ਸ਼ਖਸੀਅਤਾਂ ਦੀਆਂ ਉਹਨਾਂ ਵੀਡੀਓ ਨੂੰ ਬਹੁਤ ਮਾਣ ਸਤਿਕਾਰ ਦਿੱਤਾ ਹੈ। आपने केवल ਉਹਨਾਂ ਨੂੰ ਵੇਖਿਆ ਸੁਣਿਆ ਹੀ ਨਹੀਂ, ਬਹੁਤ ਸਾਰੇ ਆਪਣੇ ਵਿਚਾਰ ਵੀ ਦਿੱਤੇ ਨੇ ਔਰ ਹੋਰ ਬਹੁਤ ਸਾਰੀਆਂ ਮਹਾਨ ਸ਼ਖਸੀਅਤਾਂ ਨੂੰ ਦੀ ਲਿਸਟ ਮੈਨੂੰ ਭੇਜੀ ਗਈ ਹੈ ਜਿਨ੍ਹਾਂ ਦੇ ਬਾਰੇ ਮੈਨੂੰ ਹੁਕਮ ਲਾਇਆ ਗਿਆ ਕਿ ਤੁਸੀਂ ਇਹਨਾਂ ਬਾਰੇ ਵੀ ਕੁਝ ਵੀਡੀਓ ਜਾਰੀ ਕਰੋ। ਮੈਂ ਸਮਝਦਾ ਹਾਂ ਕਿ ਮੈਨੂੰ ਨਮਾਣੇ ਜੇ ਨੂੰ ਆਪ ਜੀ ਵੱਲੋਂ ਇਹ ਬਹੁਤ ਵੱਡਾ ਮਾਣ ਬਖਸ਼ਿਆ ਗਿਆ ਹੈ। ਸੋ ਮੈਂ ਉਸ ਪਰਮਾਤਮਾ ਅੱਗੇ, ਉਸ ਰੱਬ ਅੱਗੇ, ਉਸ ਖੁਦਾ ਅੱਗੇ ਇਹ ਅਰਦਾਸ ਕਰਾਂਗਾ, ਇਹ ਇਲਤਜਾ ਕਰਾਂਗਾ, ਇਹ ਬੇਨਤੀ ਕਰਾਂਗਾ ਕਿ ਉਹ ਆਪ ਕਿਰਪਾ ਕਰੇ ਤੇ ਉਸ ਦੀ ਹੁਕਮ ਸਦਕਾ ਮੈਂ ਇਹ ਸਾਰਾ ਕੁਛ ਜਿਹੜਾ ਹੈ ਆਪ ਜੀ ਦੀਆਂ ਇੱਛਾਵਾਂ ਦੇ ਮੁਤਾਬਕ ਪੂਰਾ ਉਤਰ ਸਕਾਂ, ਮੈਂ ਆਪ ਜੀ ਦੀ ਪੂਰੀ ਸੇਵਾ ਕਰ ਸਕਾਂ। ਕਿਉਂਕਿ ਕਿਸੇ ਵੀ ਇੱਕ ਵੀਡੀਓ ਨੂੰ ਜਾਰੀ ਕਰਨ ਤੋਂ ਪਹਿਲਾਂ ਉਸ ਸ਼ਖਸੀਅਤ ਦੀ ਆਲ ਓਵਰ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਪੜ੍ਹਨਾ, ਉਹਦੇ ਉੱਤੇ ਲਿਖੀਆਂ ਗਈਆਂ ਜਿੰਨੀਆਂ ਵੀ ਕਿਤਾਬਾਂ ਨੇ ਉਹਨਾਂ ਦਾ ਅੱਖਰ ਅੱਖਰ ਵਾਚਣਾ, ਇਹ ਮੇਰਾ ਆਪਣਾ ਇੱਕ ਤਰੀਕਾ ਹੈ। ਔਰ ਇਹ ਮੇਰੇ ਸਤਿਕਾਰਯੋਗ ਗੁਰੂ ਪਿਤਾ ਗਿਆਨੀ ਸੋਹਣ ਸਿੰਘ ਜੀ ਸੀਤਲ ਵੱਲੋਂ ਮੈਨੂੰ ਲਾਇਆ ਗਿਆ ਹੁਕਮ ਸੀ ਕਿ ਬੇਟਾ ਜਿਸ ਕਿਤਾਬ ਨੂੰ ਵੀ ਪੜ੍ਹਨਾ ਹੋਵੇ ਉਸ ਕਿਤਾਬ ਨੂੰ ਜਿਲਦ ਤੋਂ ਜਿਲਦ ਤੱਕ ਪੂਰਾ ਪੜ੍ਹਨਾ ਹੈ, ਪੜ੍ਹਨਾ ਹੀ ਨਹੀਂ ਵਾਚਣਾ ਹੈ। ਉਹ ਤੁਹਾਡੇ ਦਿਮਾਗ ਦੇ ਕੰਪਿਊਟਰ ਦੇ ਵਿੱਚ ਇਸ ਤਰ੍ਹਾਂ ਬਹਿ ਜਾਵੇ ਕਿ ਕੋਈ ਵੀ ਕਿਸੇ ਵੇਲੇ ਫਿਰ ਸਵਾਲ ਕਰੇ ਤੇ ਤੁਹਾਨੂੰ ਦੱਸਣ 'ਚ ਕੋਈ ਦਿੱਕਤ ਨਾ ਆਵੇ। ਇਸ ਤਰ੍ਹਾਂ ਦੇ ਉਹ ਮਹਾਨ ਉਸਤਾਦ ਸਨ ਜਿਨ੍ਹਾਂ ਨੂੰ ਦੁਨੀਆ ਨੇ ਬਹੁਤ ਸਤਿਕਾਰਿਆ ਹੈ ਤੇ ਮੈਨੂੰ ਉਹਨਾਂ ਦਾ ਸ਼ਾਗਿਰਦ ਹੋਣ ਦਾ ਮਾਣ ਹਾਸਲ ਹੈ। ਇਹ ਮੇਰੇ ਵਾਸਤੇ ਬੜਾ ਵੱਡਾ ਮੇਰੀ ਪ੍ਰਾਪਤੀ ਸਮਝੀ ਜਾ ਸਕਦੀ। ਅੱਜ ਅਸੀਂ ਉਸ ਮਹਾਨ ਜਰਨੈਲ ਦੀ ਗੱਲ ਕਰਾਂਗੇ ਜਿਨ੍ਹਾਂ ਬਾਰੇ ਮੈਨੂੰ ਬਾਰ-ਬਾਰ ਇਹ ਹੁਕਮ ਲਾਏ ਜਾ ਰਹੇ ਨੇ ਕਿ ਉਹਨਾਂ ਬਾਰੇ ਜ਼ਰੂਰ ਜਲਦੀ ਕਰੋ। ਇਹ ਉਹ ਜਰਨੈਲ ਹੈ ਜਿਹਨੂੰ ਪੂਰੀ ਦੁਨੀਆ ਦੇ ਇਤਿਹਾਸਕਾਰਾਂ ਨੇ ਮਿਲ ਕੇ ਦੁਨੀਆ ਦਾ ਸਭ ਤੋਂ ਸ੍ਰੇਸ਼ਟ, ਸਭ ਤੋਂ ਵੱਡਾ ਜਰਨੈਲ ਹੋਣ ਦਾ ਉਹਨਾਂ ਨੇ ਪਾਸ ਕੀਤਾ ਕਿ ਸਭ ਤੋਂ ਵੱਡਾ ਦੁਨੀਆ ਦਾ ਜੇ ਕੋਈ ਜਰਨੈਲ ਹੋਇਆ ਤੇ ਉਹ ਹਰੀ ਸਿੰਘ ਨਲੂਆ ਹੋਇਆ। ਨਿਰਸੰਦੇਹ ਜਰਨੈਲ ਹੋਰ ਬਹੁਤ ਹੋਏ ਨੇ ਜਿਨ੍ਹਾਂ ਵਿੱਚ ਸਿਕੰਦਰ ਮਹਾਨ, ਚੰਗੇਜ਼ ਖਾਨ, ਹਲਾਕੂ, ਬਾਬਰ ਔਰ ਅਹਿਮਦ ਸ਼ਾਹ ਅਬਦਾਲੀ, ਅਲਾਉਦੀਨ ਖਿਲਜੀ, ਇਹ ਬਹੁਤ ਵੱਡੇ ਐਸੇ ਜਰਨੈਲ ਸਨ। ਮਹਾਨ ਸਿਕੰਦਰ ਦੇ ਨਾਲ ਪੋਰਸ ਦੀ ਜੰਗ ਹੋਈ, ਪੋਰਸ ਵੀ ਦੁਨੀਆ ਦਾ ਬਹੁਤ ਵੱਡਾ ਜਰਨੈਲ ਸੀ। ਇਹ ਬਹੁਤ ਵੱਡੇ ਜਰਨੈਲ ਹੋਏ ਨੇ ਲੇਕਿਨ ਇਸ ਦੇ ਬਾਵਜੂਦ ਪੂਰੀ ਪੜਚੋਲ ਕਰਕੇ, ਪੂਰਾ ਸਟੱਡੀ ਕਰਕੇ ਸਰਦਾਰ ਹਰੀ ਸਿੰਘ ਨਲੂਆ ਨੂੰ ਸੰਸਾਰ ਦਾ ਸਭ ਤੋਂ ਵੱਡਾ ਜਰਨੈਲ ਮੰਨਿਆ ਗਿਆ ਹੈ। ਇਹ ਉਹਦੀ ਕਾਬਲੀਅਤ ਹੈ। ਇੰਨੇ ਛੋਟੇ ਪਰਿਵਾਰ ਚੋਂ ਉੱਠ ਕੇ ਜਿੱਡੀ ਵੱਡੀ ਤਾਕਤ, ਜਿੱਡੇ ਵੱਡਾ ਕੰਮ, ਜਿੱਡਾ ਵੱਡਾ ਪਰਉਪਕਾਰ ਹਰੀ ਸਿੰਘ ਨੇ ਕੀਤਾ ਹੈ ਉਹ ਹੋਰ ਜਰਨੈਲਾਂ ਦੇ ਹਿੱਸੇ ਨਹੀਂ ਆਇਆ। ਜਰਨੈਲ ਹਰੀ ਸਿੰਘ ਦਾ ਨਲੂਏ ਦਾ ਜਨਮ 1791 ਸਰਦਾਰ ਗੁਰਦਿਆਲ ਸਿੰਘ ਦੇ ਘਰ ਮਾਤਾ ਧਰਮ ਕੌਰ ਦੀ ਕੁੱਖੋਂ ਪਿੰਡ ਗੁਜਰਾਂਵਾਲਾ ਵਿਖੇ ਹੋਇਆ ਹੈ। ਔਰ ਇਹ ਇੱਕ ਆਮ ਸਧਾਰਨ ਪਰਿਵਾਰ ਸੀ, ਕੋਈ ਇਹਨਾਂ ਦਾ ਰਾਜਨੀਤਿਕ ਪਿਛੋਕੜ ਨਹੀਂ ਸੀ, ਸਧਾਰਨ ਪਰਿਵਾਰ ਸੀ। ਤਕਰੀਬਨ 6-7 ਸਾਲ ਦੀ ਉਮਰ ਸੀ ਕਿ ਅਜੇ ਬਾਲ ਦੇ ਖੇਡਣ ਦੀ ਉਮਰ ਹੁੰਦੀ ਹੈ। ਇਸ ਉਮਰ ਤੇ ਵਿੱਚ
ਜਰਨੈਲ ਹਰੀ ਸਿੰਘ ਨਲੂਏ ਦੇ ਸਿਰ ਤੋਂ ਬਾਪ ਦਾ ਸਾਇਆ ਉੱਠ ਗਿਆ। ਸਰਦਾਰ ਗੁਰਦਿਆਲ ਸਿੰਘ ਦੀ ਮੌਤ ਹੋ ਗਈ। ਛੋਟਾ ਜਿਹਾ ਬਾਲਕ ਸੀ, ਮਾਂ ਕੋਲ ਹੋਰ ਕੋਈ ਚਾਰਾ ਨਹੀਂ ਰਿਹਾ। 6-7 ਸਾਲ ਦੇ ਬੱਚੇ ਨੂੰ ਨਾਲ ਲੈ ਕੇ ਮਾਂ ਜਾਂ ਉਹਦੇ ਪੇਕੇ ਚਲੀ ਗਈ ਜਾਂ ਉਹਦੇ ਪੇਕੇ ਉਸਨੂੰ ਵਾਪਸ ਆਪਦੇ ਕੋਲ ਲੈ ਗਏ। ਮਾਤਾ ਧਰਮ ਕੌਰ ਦੇ 5 ਭਰਾ ਸਨ। ਖੁੱਲਾ ਜ਼ਿਮੀਂਦਾਰਾ ਸੀ, ਘਰ ਵਿੱਚ ਕੋਈ ਭੁੱਖ ਨਹੀਂ ਸੀ। ਉਹਨਾਂ ਨੇ ਉੱਥੇ ਹਰੀ ਸਿੰਘ ਦੀ ਬੜੀ ਵਧੀਆ ਪਰਵਰਿਸ਼ ਕੀਤੀ। ਹਰੀ ਸਿੰਘ ਨੂੰ ਪੜ੍ਹਨ ਪਾਇਆ ਗਿਆ, ਜਿੱਥੇ ਹਰੀ ਸਿੰਘ ਨੇ ਉਰਦੂ, ਫਾਰਸੀ ਤੇ ਪੰਜਾਬੀ ਭਾਸ਼ਾ ਸਿੱਖੀ। ਉਸ ਤੋਂ ਬਾਅਦ ਹਰੀ ਸਿੰਘ ਨੂੰ ਘੋੜ ਸਵਾਰੀ, ਤਲਵਾਰਬਾਜੀ, ਨੇਜਾਬਾਜੀ ਔਰ ਹੋਰ ਸ਼ਸਤਰਾਂ ਦੀ ਸਾਰੀ ਜਿਹੜੀ ਵਿਦਿਆ ਉਹ ਕਰਾਈ ਗਈ। ਹਰੀ ਸਿੰਘ ਗੱਤਕਾ ਖੇਡਣ ਦਾ ਬਾਕਮਾਲ ਖਿਡਾਰੀ ਸੀ ਔਰ ਇਹ ਸਾਰੇ ਕੰਮ ਉਹਨੇ 14 ਕੁ ਸਾਲ ਦੀ ਉਮਰ ਵਿੱਚ ਪੂਰੀ ਤਰ੍ਹਾਂ ਨਿਪੁੰਨ ਕਰਕੇ ਸਿੱਖ ਲਏ ਸਨ। ਇੱਕ ਦਿਨ ਐਸਾ ਆਇਆ ਕਿ ਹਰੀ ਸਿੰਘ ਦੇ ਕੰਨ ਵਿੱਚ ਇੱਕ ਮਨਿਆਦੀ, ਇੱਕ ਅਨਾਉਂਸਮੈਂਟ ਪਈ, ਜਿਹੜੀ ਉਹਨਾਂ ਦੇ ਪਿੰਡਾਂ ਵੱਲ ਅਨਾਉਂਸਮੈਂਟ ਕਰਦੇ ਮਨਿਆਦੀ ਕਰਨ ਵਾਲੇ ਊਠਾਂ ਦੇ ਉੱਤੇ ਉਹਨਾਂ ਜ਼ਮਾਨਿਆਂ 'ਚ ਆਉਂਦੇ ਸਨ। ਸ਼ਾਹੀ ਮਨਿਆਦੀ ਜਿਹੜੀ ਸੀ ਊਠਾਂ ਤੇ ਹਾਥੀਆਂ ਦੇ ਉੱਤੇ ਕੀਤੀ ਜਾਂਦੀ ਸੀ। ਉਹ ਮਹਾਰਾਜਾ ਰਣਜੀਤ ਸਿੰਘ ਵੱਲੋਂ ਸੀ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਹਰ ਸਾਲ ਬਸੰਤ ਦੇ ਮਹੀਨੇ, ਬਸੰਤ ਵਾਲੇ ਦਿਨ 3 ਦਿਨ ਦਾ ਇੱਕ ਫੰਕਸ਼ਨ ਕਰਿਆ ਕਰਦੇ ਸਨ, ਇੱਕ ਮੇਲਾ ਕਰਿਆ ਕਰਦੇ ਸਨ, ਜਿਸ ਵਿੱਚ ਹਰ ਸਾਲ ਜਵਾਨਾਂ ਦੀ ਭਰਤੀ ਕੀਤੀ ਜਾਂਦੀ ਸੀ। ਉਹਨਾਂ ਦੀ ਪਰਖ ਕਰਕੇ ਜਵਾਨਾਂ ਕੋਲੋਂ ਘੋੜ ਸਵਾਰੀ ਦੇ ਮੁਕਾਬਲੇ, ਤਲਵਾਰਬਾਜੀ ਦੇ ਮੁਕਾਬਲੇ, ਹੋਰ ਸ਼ਸਤਰ ਵਿਦਿਆ ਦੇ ਮੁਕਾਬਲੇ ਤੇ ਗੱਤਕੇ ਦੇ ਮੁਕਾਬਲੇ ਕਰਵਾ ਕੇ ਉਹਨਾਂ ਵਿੱਚੋਂ ਨਿਪੁੰਨ ਹੋਣ ਵਾਲੇ, ਅਵਲ ਆਉਣ ਵਾਲੇ ਨੌਜਵਾਨਾਂ ਨੂੰ ਆਪਣੀ ਫੌਜ ਵਿੱਚ ਭਰਤੀ ਕੀਤਾ ਜਾਂਦਾ ਸੀ। ਇਹ ਬਸੰਤੀ ਦਰਬਾਰ ਲਗਭਗ 3 ਦਿਨ ਚੱਲਦਾ ਸੀ। ਇੱਕ ਦਿਨ ਇਹ ਧਾਰਮਿਕ ਦੀਵਾਨ ਹੁੰਦੇ ਸਨ, ਜਿਹਦੇ ਵਿੱਚ ਕਥਾ, ਕੀਰਤਨ, ਢਾਡੀ, ਰਾਗੀ, ਕਵਿਸ਼ਰ, ਉਹਨਾਂ ਦਾ ਸਾਰਾ ਦਿਨ ਧਾਰਮਿਕ ਸਮਾਗਮ ਚੱਲਦਾ ਸੀ। ਦੂਸਰੇ ਦਿਨ ਪੰਜਾਬੀ ਸੱਭਿਆਚਾਰ ਦੇ ਉੱਤੇ ਇੱਕ ਸਮਾਗਮ ਹੁੰਦਾ ਸੀ, ਜਿਸ ਵਿੱਚ ਕਵਾਲ, ਗਾਇਕ ਕਲਾਕਾਰ, ਹੋਰ ਵੱਖ-ਵੱਖ ਗਾਉਣ ਵਾਲਿਆਂ ਦੀਆਂ ਵੰਨਗੀਆਂ, ਸੂਫੀ ਗਾਇਕਾਂ ਦੀਆਂ ਦੂਸਰੀਆਂ ਤੀਸਰੀਆਂ, ਉਹ ਸਾਰਾ ਦਿਨ ਸ਼ਾਮ ਤੱਕ ਚੱਲਦੀਆਂ ਸਨ। ਉਹਦੇ 'ਚ ਸਾਰੇ ਪੰਜਾਬ ਦੇ ਗਾਇਕ ਆਪਦੀ ਗਾਇਕੀ ਦਾ ਫਨ ਵਿਖਾਇਆ ਕਰਦੇ ਸਨ। ਮਹਾਰਾਜਾ ਰਣਜੀਤ ਸਿੰਘ ਬਜਾਤੇ ਖੁਦ ਇਹਨਾਂ ਸਾਰਿਆਂ ਸਮਾਗਮਾਂ ਵਿੱਚ ਆਪ ਖੁਦ ਆਪਦੇ ਦਰਬਾਰੀਆਂ ਸਮੇਤ ਹਾਜ਼ਰ ਰਿਹਾ ਕਰਦੇ ਸਨ। ਤੀਸਰੇ ਦਿਨ ਇਹ ਜਵਾਨਾਂ ਦੀ ਭਰਤੀ ਵਾਲਾ ਦਿਨ ਹੋਇਆ ਕਰਦਾ ਸੀ। ਉਸ ਦਿਨ ਜਵਾਨਾਂ ਕੋਲੋਂ ਇਹ ਮੁਕਾਬਲੇ ਕਰਾਏ ਜਾਂਦੇ ਸਨ। ਮੁਕਾਬਲੇ ਹੋਏ। ਹਰੀ ਸਿੰਘ ਨੇ ਜਦੋਂ ਗੱਤਕੇ ਦੇ ਵਿੱਚ ਆਪਣੀ ਕਮਾਲ ਦੀ ਜ਼ੋਰ ਵਿਖਾਏ, ਉੱਡ ਉੱਡ ਕੇ ਛਾਣਾ ਮਾਰ ਮਾਰ ਕੇ ਆਪਦੇ ਥੱਲਿਓਂ ਤਲਵਾਰਾਂ ਕੱਢ ਕੱਢ ਕੇ ਜਦੋਂ ਗੱਤਕਾ ਖੇਡਿਆ ਤੇ ਜਦੋਂ ਉਹਦੇ ਵਿੱਚੋਂ ਉਹ ਨੰਬਰ 1 ਤੇ ਆਇਆ। ਜਦੋਂ ਇਸ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਸਾਹਮਣੇ ਪੇਸ਼ ਕੀਤਾ ਗਿਆ, 6.5 ਫੁੱਟ ਉੱਚਾ, 1.25 ਗਜ ਛਾਤੀ ਦਾ ਜਵਾਨ ਵੇਖਣ ਨੂੰ ਏਡਾ ਪ੍ਰਭਾਵਸ਼ਾਲੀ, ਇੰਝ ਲੱਗਦਾ ਸੀ ਕਿ ਜਿਵੇਂ ਕਿਸੇ ਮਨੁੱਖ ਦੇ ਢਾਂਚੇ ਨੂੰ ਤਗੜੇ ਕਿਸੇ ਫੌਲਾਦ ਵਿੱਚ ਢਾਲ ਕੇ ਖੜਾ ਕੀਤਾ ਹੋਵੇ। ਏਡੀਆਂ ਮਜ਼ਬੂਤ ਬਾਹਾਂ, ਏਡੀਆਂ ਲੰਮੇ ਹੱਥ। ਹਰੀ ਸਿੰਘ ਨਲੂਏ ਦੀਆਂ ਬਾਹਾਂ ਏਡੀਆਂ ਲੰਮੀਆਂ ਸਨ ਕਿ ਗੋਡਿਆਂ ਤੋਂ ਥੱਲੇ ਤੱਕ ਸਨ। ਬਹੁਤ ਵੱਡੀ ਤਾਕਤ ਦਾ ਮਾਲਕ ਲੱਗਦਾ ਸੀ। ਉਹਨਾਂ ਨੇ ਖੁਸ਼ ਹੋ ਕੇ ਹਰੀ ਸਿੰਘ ਨੂੰ ਫੌਜ ਵਿੱਚ ਭਰਤੀ ਕਰਕੇ ਆਪਦੇ ਨਿੱਜੀ ਗਨਮੈਨਾਂ ਵਿੱਚ ਰੱਖ ਲਿਆ, ਨਿੱਜੀ ਖਿਦਮਤਗਾਰਾਂ ਵਿੱਚ ਸ਼ਾਮਲ ਕਰ ਲਿਆ। 3 ਰੁਪਏ ਮਹੀਨਾ ਤਨਖਾਹ ਲੱਗੀ ਹਰੀ ਸਿੰਘ। ਔਰ ਹਰੀ ਸਿੰਘ ਪਹਿਲੀ ਵਾਰ ਆਪਣਾ ਫੌਜੀ ਲਿਬਾਸ ਪਾ ਕੇ 1804 ਈਸਵੀ ਨੂੰ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਚਾਈ ਇੱਕ ਫੌਜੀ ਜਵਾਨ ਬਣ ਕੇ ਗਿਆ, ਕਿਉਂਕਿ ਹਰੀ ਸਿੰਘ ਦੇ ਦਿਲ ਵਿੱਚ ਫੌਜੀ ਬਣਨ ਦਾ ਇੱਕ ਬੜਾ ਤਗੜਾ ਸ਼ੌਂਕ ਸੀ। ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨੂੰ ਉਹਦੇ ਨਿੱਜੀ ਗਨਮੈਨਾਂ 'ਚ ਰੱਖਿਆ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਕਿਤੇ ਜਾਣਾ
ਜਿੱਥੇ ਉਹਦੇ ਨਾਲ 10 12 15 ਗਨਮੈਨ ਹੋਰ ਵੀ ਸਨ ਜਾਣੇ, ਉੱਥੇ ਹਰੀ ਸਿੰਘ ਵੀ ਨਾਲ ਜਾਇਆ ਕਰਦਾ ਸੀ। ਮਹਾਰਾਜਾ ਰਣਜੀਤ ਸਿੰਘ ਜੰਮੂ ਚ ਗਏ। ਉਹਨਾਂ ਨੇ ਇੱਕ ਬਾਗ ਵਿੱਚ ਸ਼ਿਕਾਰ ਖੇਡਣਾ ਸੀ, ਕਿਉਂਕਿ ਰਣਜੀਤ ਸਿੰਘ ਸ਼ਿਕਾਰ ਖੇਡਣ ਦਾ ਬਹੁਤ ਸ਼ੌਕੀਨ ਸੀ। ਔਰ ਮਹਾਰਾਜਾ ਰਣਜੀਤ ਸਿੰਘ ਇੱਕ ਬਹੁਤ ਤਗੜਾ ਸ਼ਿਕਾਰੀ ਵੀ ਸੀ। ਵੱਡੇ ਤੋਂ ਵੱਡੇ ਸ਼ਿਕਾਰ ਨੂੰ ਮਾਰ ਲੈਣਾ ਉਹਦਾ ਬੜਾ ਵੱਡਾ ਹੁਨਰ ਸੀ ਤੇ ਬੜਾ ਦਲੇਰ ਸੀ। ਇਹ ਜਦੋਂ ਉਸ ਬਾਗ ਦੇ ਵਿੱਚ, ਉਸ ਜੰਗਲ ਦੇ ਵਿੱਚ ਅਜੇ ਵੜੇ ਨੇ, ਤੇ ਉਹ ਬਿਲਕੁਲ ਉਰਲੇ ਪਾਸੇ ਉਰਾਂ ਆਇਆ ਹੋਇਆ ਇੱਕ ਸ਼ੇਰ ਅਚਨਚੇਤ ਉਸਨੇ ਮਹਾਰਾਜਾ ਰਣਜੀਤ ਸਿੰਘ ਤੇ ਹਮਲਾ ਕਰ ਦਿੱਤਾ। ਘੋੜੇ ਤੇ ਸਵਾਰ ਮਹਾਰਾਜਾ ਰਣਜੀਤ ਸਿੰਘ ਜਦੋਂ ਸ਼ੇਰ ਸਾਹਮਣੇ ਉਹਦੇ ਵੱਲ ਉੱਡਿਆ ਤੇ 6.5 ਫੁੱਟ ਨਾਲ ਖੜੇ ਜਵਾਨ ਹਰੀ ਸਿੰਘ ਨੇ ਇੱਕਦਮ ਢਾਲ ਨਾਲ ਉਹਨੂੰ ਅੱਗੋਂ ਰੋਕਿਆ। ਢਾਲ ਨਾਲ ਮਾਰ ਕੇ ਉਹਦੇ ਮੂੰਹ ਤੇ ਢਾਲ ਮਾਰ ਕੇ ਉਹਨੂੰ ਜਦੋਂ ਥੱਲੇ ਸੁੱਟ ਕੇ ਡੇਗਿਆ ਤੇ ਉਹਦੇ ਤੇ ਪੈਰ ਧਰ ਕੇ ਉਹਦੇ ਚਬਾੜਿਆਂ ਨੂੰ ਦੋ ਪਾਸਿਆਂ ਤੋਂ ਦੋ ਹੱਥਾਂ ਨਾਲ ਫੜ ਕੇ ਬੜੇ ਜ਼ੋਰ ਨਾਲ ਖਿੱਚ ਕੇ ਉਹਨੂੰ ਪਾੜ ਕੇ ਚੀਰ ਕੇ ਰੱਖ ਦਿੱਤਾ। ਮਹਾਰਾਜਾ ਰਣਜੀਤ ਸਿੰਘ ਉਹਦੇ ਨਾਲ ਗਏ ਫੌਜੀ ਵੇਖ ਕੇ ਹੈਰਾਨ ਹੋ ਗਏ, ਮੂੰਹ ਚ ਉਂਗਲਾਂ ਪਾ ਕੇ ਹੈਰਾਨਗੀ ਨਾਲ ਸੋਚਣ ਲੱਗੇ ਇਹ ਕੀ ਬਣ ਗਿਆ। ਘੋੜੇ ਤੋਂ ਛਲਾਂਗ ਲਗਾ ਕੇ ਮਹਾਰਾਜਾ ਰਣਜੀਤ ਸਿੰਘ ਨੇ ਹਰੀ ਸਿੰਘ ਨੂੰ ਗੱਲ ਨਾਲ ਲਾ ਲਿਆ। ਵਾਪਸ ਪਰਤ ਕੇ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਜ਼ਰੂਰੀ ਹੁਕਮ ਲਾਇਆ। ਆਪਣੇ ਸਾਰੇ ਵਜ਼ੀਰਾਂ ਨੂੰ, ਅਮੀਰਾਂ ਨੂੰ, ਸਾਰੇ ਅਹਿਲਕਾਰਾਂ, ਸਿਪਾਹ ਸਲਾਰਾਂ ਨੂੰ ਹੁਕਮ ਭੇਜੇ ਗਏ ਕਿ ਕੱਲ ਨੂੰ ਇੱਕ ਵਿਸ਼ੇਸ਼ ਦਰਬਾਰ ਲਾਇਆ ਜਾਏਗਾ। ਸਾਰੇ ਦਰਬਾਰੀਆਂ ਨੂੰ ਉਹਦੇ ਵਿੱਚ ਪਹੁੰਚਣਾ ਅਤੀ ਜ਼ਰੂਰੀ ਹੋਏਗਾ। ਹੈਰਾਨ ਹੋਏ ਦਰਬਾਰੀ ਸਾਰੇ ਉਸ ਦਰਬਾਰ ਵਿੱਚ ਆ ਕੇ ਬੈਠੇ। ਸਾਰੇ ਆ ਕੇ ਬੈਠ ਗਏ ਨੇ। ਦਰਬਾਰ ਦੇ ਵਿਚਕਾਰ ਕੱਪੜੇ ਵਿੱਚ ਢਕਿਆ ਹੋਇਆ ਕੁਛ ਪਿਆ ਹੈ। ਦਰਬਾਰ ਦੀ ਸ਼ੁਰੂਆਤ ਹੋਈ, ਵਜ਼ੀਰਾਂ ਨੇ ਗੱਲਬਾਤ ਕੀਤੀ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਖੜੇ ਹੋਏ। ਉਹਨਾਂ ਨੇ ਇੱਕ ਲੰਮੀ ਤਕਰੀਰ ਕੀਤੀ। ਉਹਨਾਂ ਨੇ ਆਪਣੇ ਫੌਜੀ ਜਵਾਨਾਂ ਨੂੰ, ਆਪਦੇ ਵਜ਼ੀਰਾਂ ਨੂੰ ਬੜੀ ਦਲੇਰੀ ਦਿੱਤੀ, ਬੜੀ ਦਾਤ ਦਿੱਤੀ ਕਿ ਤੁਹਾਡੀ ਸਿਰ ਸਦਕਾ ਅੱਜ ਆਪਾਂ ਏਡੇ ਵੱਡੇ ਸਿੱਖ ਰਾਜ ਨੂੰ, ਏਡੇ ਵੱਡੇ ਖਾਲਸਾ ਰਾਜ ਨੂੰ, ਏਡੇ ਵੱਡੇ ਪੰਜਾਬੀਆਂ ਦੇ ਰਾਜ ਨੂੰ ਬੜੀ ਕਾਮਯਾਬੀ ਨਾਲ ਚਲਾ ਰਹੇ ਹਾਂ। ਜਦੋਂ ਕਿ ਪੂਰੇ ਦਾ ਪੂਰਾ ਭਾਰਤ ਅੰਗਰੇਜ਼ ਸਾਮਰਾਜ ਨੇ ਆਪਦੇ ਸ਼ਿਕੰਜੇ ਵਿੱਚ ਲੈ ਲਿਆ ਹੈ, ਲੇਕਿਨ ਅੰਗਰੇਜ਼ ਸਾਮਰਾਜ ਤੁਹਾਡੀ ਬਦੌਲਤ ਇਹਦੇ ਵਧਣ ਦਾ ਤਾਂ ਕੀ ਸੋਚ ਵੀ ਨਹੀਂ ਸਕਦਾ। ਇਹ ਸਾਰੀ ਗੱਲਬਾਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਗੱਲ ਸੁਣਾਈ। ਉਹਨੇ ਕਿਹਾ ਕਿ ਆਪਾਂ ਸਾਰਿਆਂ ਨੇ ਇਤਿਹਾਸ ਵਿੱਚ ਪੜ੍ਹਿਆ ਹੈ ਕਿ ਰਾਜੇ ਨਲ ਨੇ ਸ਼ੇਰ ਦਾ ਸ਼ਿਕਾਰ ਬਿਨਾਂ ਹਥਿਆਰਾਂ ਤੋਂ ਕੀਤਾ ਸੀ ਤੇ ਸ਼ੇਰ ਦੇ ਚਬਾੜਿਆਂ ਤੋਂ ਫੜ ਕੇ ਉਹਨੂੰ ਪਾੜ ਕੇ ਦੋ ਹਿੱਸੇ ਕਰ ਦਿੱਤੇ ਸੀ। ਇਹ ਆਪਾਂ ਇਤਿਹਾਸ ਵਿੱਚ ਪੜ੍ਹਿਆ ਹੈ, ਕਿਸੇ ਨੇ ਵੇਖਿਆ ਨਹੀਂ। ਇਹ ਬਹੁਤ ਪੁਰਾਣੀ ਵਾਪਰ ਚੁੱਕੀ ਘਟਨਾ ਹੈ, ਪਰ ਇਤਿਹਾਸ ਦੇ ਵਿੱਚ ਇਹ ਘਟਨਾ ਵਾਪਰੀ ਜ਼ਰੂਰ ਹੈ। ਭਾਵੇਂ ਕਿਸੇ ਨੇ ਵੇਖੀ ਨਹੀਂ, ਪਰ ਉਸ ਤੋਂ ਬਾਅਦ ਸਦੀਆਂ ਬੀਤ ਜਾਣ ਤੋਂ ਬਾਅਦ ਇਹ ਦੁਬਾਰਾ ਕਿਸੇ ਨੇ ਘਟਨਾ ਦੁਹਰਾਈ ਨਹੀਂ। ਭਾਵੇਂ ਵੱਡੇ ਤੋਂ ਵੱਡੇ ਬਲੀ ਰਾਜਿਆਂ ਨੇ ਸ਼ੇਰਾਂ ਦੇ ਸ਼ਿਕਾਰ ਕੀਤੇ ਹੋਣਗੇ, ਪਰ ਸ਼ੇਰ ਤਾਂ ਕੀ, ਕਿਸੇ ਨੇ ਕਿਸੇ ਹਿਰਨ ਦੇ ਵੀ ਦੋ ਫਾੜ ਨਹੀਂ ਕੀਤੇ। ਲੇਕਿਨ ਅੱਜ ਇਹ ਘਟਨਾ ਫੇਰ ਦੁਹਰਾਈ ਗਈ ਹੈ ਤੁਹਾਡੇ ਆਪਦੇ ਦਰਬਾਰੀਆਂ ਵੱਲੋਂ। ਉਹਨੇ ਹੁਕਮ ਕੀਤਾ ਕਿ ਕੱਪੜਾ ਉਠਾਇਆ ਜਾਏ। ਜਦੋਂ ਕੱਪੜਾ ਚੁੱਕਿਆ ਤੇ ਵੇਖਿਆ ਦਰਬਾਰੀਆਂ ਨੇ ਕਿ ਇੱਕ ਸ਼ੇਰ, ਦੋ ਫਾੜ ਹੋਇਆ ਸ਼ੇਰ ਪਿਆ ਹੈ। ਦਰਬਾਰੀ ਹੈਰਾਨ ਹੋ ਗਏ, ਇਹ ਕੀ। ਉਸ ਤੋਂ ਬਾਅਦ ਮਹਾਰਾਜੇ ਨੇ ਹੁਕਮ ਕੀਤਾ ਕਿ ਹਰੀ ਸਿੰਘ ਕਿੱਥੇ ਹੈ। ਹਰੀ ਸਿੰਘ ਖੜਾ ਹੋਇਆ। ਹਰੀ ਸਿੰਘ ਮੇਰੇ ਕੋਲ ਆਓ। ਹਰੀ ਸਿੰਘ ਨੂੰ ਆਪਣੇ ਕੋਲ ਉੱਪਰ ਦਰਬਾਰ 'ਚ ਸਿੰਘਾਸਨ ਦੇ ਕੋਲ ਬੁਲਾ ਕੇ ਉਹਨੇ ਕਿਹਾ ਕਿ ਇਹ ਉਹ ਨੌਜਵਾਨ ਹੈ ਜਿਹਦੀ ਬਦੌਲਤ ਅੱਜ ਮੈਂ ਜਿੰਦਾ ਹਾਂ। ਉਹਨੇ ਸਾਰੀ ਘਟਨਾ ਉਹ ਜੰਗਲ ਵਾਲੀ ਸੁਣਾਈ ਕਿ ਮੈਂ ਜਦੋਂ ਵੜਿਆ ਤੇ ਸ਼ੇਰ ਦਾ ਏਡਾ ਜ਼ਬਰਦਸਤ ਹਮਲਾ ਸੀ ਕਿ ਮੈਂ ਬਚਣਾ ਨਹੀਂ ਸੀ। ਇਹਨੇ ਮੇਰੀ ਜਾਨ ਹੀ ਨਹੀਂ ਬਚਾਈ। ਇਹਨੇ ਕਮਾਲ ਕਰ ਦਿੱਤਾ ਹੈ। ਉਸ ਰਾਜੇ ਨਲ ਦਾ ਇਤਿਹਾਸ ਦੁਹਰਾ ਕੇ ਰੱਖ ਦਿੱਤਾ ਹੈ। ਬਿਨਾਂ ਹਥਿਆਰ ਤੋਂ ਇਹਨੇ ਸ਼ੇਰ ਦੇ ਚਬਾੜੇ 'ਚ ਹੱਥ ਪਾ ਕੇ ਉਹਨੂੰ ਦੋ ਫਾੜ ਕਰ ਦਿੱਤਾ। ਤਾਂ ਮੈਂ ਤੁਹਾਡੀ ਤੋਂ ਇਜਾਜ਼ਤ ਚਾਹੁੰਦਾ ਹਾਂ ਕਿ ਮੈਂ ਅੱਜ ਇਸ ਨੌਜਵਾਨ ਨੂੰ
ਨਲੂਵੇ ਦਾ ਖਿਤਾਬ ਦੇਣਾ, ਨਲ ਦਾ ਖਿਤਾਬ ਦੇਣਾ। ਤੁਸੀਂ ਸਹਿਮਤ ਹੋ? ਕਿਉਂਕਿ ਮਹਾਰਾਜਾ ਰਣਜੀਤ ਸਿੰਘ ਦੀ ਇਹ ਖਾਸੀਅਤ ਸੀ ਕਿ ਕੋਈ ਵੀ ਫੈਸਲਾ ਭਰੇ ਦਰਬਾਰ ਵਿੱਚ ਦਰਬਾਰੀਆਂ ਦੇ ਸਹਿਮਤੀ ਨਾਲ, ਉਹਨਾਂ ਦੀ ਰਜਾਬੰਦੀ ਨਾਲ ਕਰਿਆ ਕਰਦੇ ਸਨ। ਸਾਰੇ ਦਰਬਾਰੀਆਂ ਨੇ ਬੈਠ ਕੇ ਹੀ ਨਹੀਂ, ਬਲਕਿ ਖੜੇ ਹੋ ਕੇ ਤਾੜੀਆਂ ਵਜਾ ਕੇ ਬੋਲੇ ਸੋ ਨਿਹਾਲ ਦੇ ਜਕਾਰੇ ਜਗਾ ਕੇ ਮਹਾਰਾਜਾ ਸਾਹਿਬ ਨੂੰ ਕਿਹਾ ਕਿ ਮਹਾਰਾਜਾ ਸਾਹਿਬ, ਇਹ ਫੈਸਲਾ ਤੁਹਾਡਾ ਸਾਡੇ ਸਿਰ ਮੱਥੇ ਹੈ। ਇਹ ਬਹੁਤ ਵਧੀਆ ਗੱਲ ਹੈ ਕਿ ਇਸ ਨੌਜਵਾਨ ਨੇ ਏਡਾ ਵੱਡਾ ਕਰਤੱਵ ਕੀਤਾ ਹੈ। ਇਹਨੂੰ ਇਕੱਲਾ ਖਿਤਾਬ ਨਾ ਦਿਓ, ਇਹਨੂੰ ਫੌਜੀ ਜਵਾਨ ਨੂੰ ਕੋਈ ਜਗੀਰ ਅਤਾ ਫਰਮਾਓ ਤਾਂ ਕਿ ਇਹ ਹੋਰ ਵੀ ਖੁੱਲੇ, ਤਾਂ ਕਿ ਹੋਰ ਵੀ ਐਸੇ ਕਰਤੱਵ ਕਰਕੇ ਵਿਖਾਏ। ਇਹਨੂੰ ਸਿਪਾਹੀ ਤੋਂ ਤਰੱਕੀ ਵੀ ਦਿਓ। ਤਾਂ ਮਹਾਰਾਜਾ ਰਣਜੀਤ ਸਿੰਘ ਨੇ ਜਿੱਥੇ ਉਸ ਦਿਨ ਹਰੀ ਸਿੰਘ ਦੇ ਨਾਮ ਦੇ ਨਾਲ ਨਲ ਲਾਇਆ, ਉਸੇ ਦਿਨ ਹੀ ਉਹਨੂੰ ਗੁਜਰਾਂਵਾਲਾ ਦੇ ਵਿੱਚ 2 ਪਿੰਡਾਂ ਦੀ ਜਗੀਰ ਵੀ ਦਿੱਤੀ ਗਈ। ਹੁਣ ਹਰੀ ਸਿੰਘ ਇੱਕ ਫੌਜੀ ਮੁਲਾਜ਼ਮ ਤੋਂ ਅੱਜ ਸਰਦਾਰ ਹੋ ਗਿਆ, ਕਿਉਂਕਿ ਖਿਤਾਬ ਸਰਦਾਰਾਂ ਨੂੰ ਮਿਲਦੇ ਸਨ। ਅੱਜ ਦੇ ਦਿਨ ਤੋਂ ਹਰੀ ਸਿੰਘ ਦੇ ਨਾਂ ਨਾਲ ਸਰਦਾਰ ਹਰੀ ਸਿੰਘ ਨਲਵਾ ਲੱਗਿਆ। ਨਲ ਸ਼ਬਦ ਨੂੰ ਸ਼ਾਰਟ ਚ ਨਲਵਾ ਕਿਹਾ ਗਿਆ। ਇਹ ਨਲਵਾ ਸਰਦਾਰ ਬਣ ਗਿਆ ਔਰ ਇਸ ਨੇ ਉਸ ਦਿਨ ਤੋਂ ਆਪਦੇ ਤਰੱਕੀ ਦੀ ਪਹਿਲੀ ਪਲਾਂਘ ਪੱਟੀ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਕਸੂਰ ਉੱਤੇ ਹਮਲਾ ਕੀਤਾ। ਕਸੂਰ ਦਾ ਨਵਾਬ ਬਹੁਤ ਖਰਾਬ ਕਰ ਰਿਹਾ ਸੀ। ਜਦੋਂ ਹਮਲਾ ਕਰਨਾ ਉਦੋਂ ਉਸਨੇ ਅਧੀਨਗੀ ਮੰਨ ਲੈਣੀ, ਕੁਛ ਸਾਲਾਨਾ ਪੈਨਸ਼ਨ ਦੇ ਕੇ, ਕੁਛ ਸਾਲਾਨਾ ਖਿਦਮਤ ਦੇ ਕੇ ਤੇ ਉਹ ਅਧੀਨਗੀ ਮੰਨ ਲਿਆ ਕਰਨੀ, ਲੇਕਿਨ ਬਾਅਦ ਵਿੱਚ ਮੁਕਰ ਜਾਣਾ, ਉਹ ਕਰ ਦੇਣ ਤੋਂ ਨੁਕਰ ਹੋ ਜਾਣਾ। ਮਹਾਰਾਜਾ ਬੜਾ ਤੰਗ ਆਇਆ। ਉਹਨੇ ਕਸੂਰ ਨੂੰ ਆਪਦੇ ਰਾਜ ਦਾ ਅੰਗ ਬਣਾਉਣਾ ਸੋਚਿਆ, ਲੇਕਿਨ ਉਹ ਬੜਾ ਔਖਾ ਕੰਮ ਸੀ। ਕਸੂਰ ਦਾ ਨਵਾਬ, ਉਹਦੀ ਫੌਜੀ ਜਵਾਨ ਬੜੇ ਯੋਧੇ ਸਨ। ਬਹੁਤ ਤਗੜਾ ਜੰਗ ਹੋਇਆ। ਮਹਾਰਾਜਾ ਰਣਜੀਤ ਸਿੰਘ ਨੇ ਪਰਖਣ ਵਜੋਂ ਇਸ ਜੰਗ ਦੀ ਕਮਾਂਡ ਹਰੀ ਸਿੰਘ ਨਲਵੇ ਦੇ ਜੁਮੇ ਸੌਂਪੀ ਔਰ ਮਹਾਰਾਜਾ ਰਣਜੀਤ ਸਿੰਘ ਆਪ ਬਜਾਤੇ ਖੁਦ ਇਸ ਜੰਗ ਵਿੱਚ ਮੌਜੂਦ ਰਿਹਾ। ਹਰੀ ਸਿੰਘ ਨੇ ਬੜਾ ਆਗਾਂ ਹੋ ਕੇ ਬੜੇ ਜੋਸ਼ ਨਾਲ, ਬੜੇ ਯੁੱਧ ਨਾਲ ਜੰਗ ਲੜਿਆ। ਉਹਨੇ ਉਹਦੇ ਬੜੇ ਜੰਗੀ ਕਰਤੱਵ ਵਿਖਾਏ ਔਰ 3-4 ਦਿਨ ਦੀ ਵੱਡੀ ਲੜਾਈ ਤੋਂ ਬਾਅਦ, ਗਹਿ ਗੱਚ ਖੂਨੋ ਖੂਨ ਜੰਗ ਤੋਂ ਬਾਅਦ ਕਸੂਰ ਫਤਿਹ ਹੋ ਗਿਆ ਤੇ ਹਰੀ ਸਿੰਘ ਦੇ ਨਾਮ ਦੇ ਨਾਲ ਇੱਕ ਜਿੱਤ ਜੁੜ ਗਈ ਔਰ ਹਰੀ ਸਿੰਘ ਨੂੰ ਉਹਦੀ ਜਗੀਰ ਹੋਰ ਵੀ ਵਧਾਈ ਗਈ ਔਰ ਉਸਨੂੰ ਉਸ ਦਿਨ ਤੋਂ ਸ਼ੇਰਦਿਲ ਰੈਜੀਮੈਂਟ ਦਾ ਸਰਦਾਰ ਬਣਾ ਦਿੱਤਾ ਗਿਆ। ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਬੜੀਆਂ ਰੈਜੀਮੈਂਟ ਸਨ। ਜਿਹੜੀ ਸ਼ੇਰਦਿਲ ਰੈਜੀਮੈਂਟ ਨੌਜਵਾਨਾਂ ਦੀ ਸੀ, ਉਹਦਾ ਇਸ ਨੂੰ ਆਗੂ ਬਣਾ ਦਿੱਤਾ ਗਿਆ। ਉਸਦਾ ਇਸ ਨੂੰ ਗਵਰਨਰ ਬਣਾ ਦਿੱਤਾ ਗਿਆ, ਕਮਾਂਡਰ ਬਣਾ ਦਿੱਤਾ ਗਿਆ। ਇਹ ਉਹਦੀ ਆਪਦੀ ਕਮਾਂਡ ਥੱਲੇ ਪਹਿਲੀ ਜਿੱਤ ਸੀ। ਉਸ ਤੋਂ ਬਾਅਦ ਹਰੀ ਸਿੰਘ ਨੇ ਸਿਆਲਕੋਟ ਜਿੱਤਿਆ। ਸਿਆਲਕੋਟ ਤੋਂ ਬਾਅਦ ਹਰੀ ਸਿੰਘ ਨੇ ਕਸ਼ਮੀਰ ਜਿੱਤਿਆ। ਕਸ਼ਮੀਰ ਦੇ ਵਿੱਚ ਬੜੀ ਗਹਿ ਗੱਚ ਲੜਾਈ ਹੋਈ। ਕਾਬਲ ਦੇ ਨਵਾਬ ਦੇ ਭਾਈ, ਕਾਬਲ ਦੇ ਨਵਾਬ ਦੇ 50 ਵੀ ਭਰਾ ਸਨ। ਉਹਨਾਂ ਕੋਲ ਸਾਰੇ ਅੱਧੇ ਹਿੰਦੁਸਤਾਨ 'ਚ ਗਵਰਨਰੀਆਂ ਸਨ, ਪੇਸ਼ਾਵਰ ਤੇ ਇਹ ਕਸ਼ਮੀਰ, ਇਹ ਸਾਰਾ ਕੁਛ ਉਹਨਾਂ ਦੇ ਕੋਲ ਸੀ। ਉਹਨਾਂ ਦੇ ਭਰਾ ਯਾਰ ਮੁਹੰਮਦ ਖਾਨ ਕੋਲੇ ਕਸ਼ਮੀਰ ਸੀ, ਜੰਮੂ ਸੀ। ਬੜਾ ਤਗੜਾ ਯੁੱਧ ਹੋਇਆ, ਬੜੇ ਯੋਧੇ ਸਨ ਪਠਾਨ, ਉਹਨਾਂ ਦੇ ਨਾਲ ਬੜੀ ਤਗੜੀ ਜੰਗ ਹੋਈ। ਉਸ ਤੋਂ ਬਾਅਦ ਹਰੀ ਸਿੰਘ ਨੇ ਕਸ਼ਮੀਰ ਜਿੱਤਿਆ। ਕਸ਼ਮੀਰ ਦੀ ਜਿੱਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ 1820 ਈਸਵੀ ਵਿੱਚ ਪਹਿਲੀ ਵਾਰ ਹਰੀ ਸਿੰਘ ਨੂੰ ਕਸ਼ਮੀਰ ਦਾ ਗਵਰਨਰ ਬਣਾਇਆ। ਇੱਥੇ ਇੱਕ ਹੋਰ ਵਿਸ਼ੇਸ਼ ਘਟਨਾ ਵਾਪਰਦੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਹਰੀ ਸਿੰਘ ਨੂੰ ਕਸ਼ਮੀਰ ਦਾ ਗਵਰਨਰ ਬਣਾਇਆ, ਉੱਥੇ ਨਾਲ ਹਰੀ ਸਿੰਘ ਨੂੰ
ਇਹ ਹੁਕਮ ਵੀ, ਇਹ ਪਾਵਰ ਵੀ ਦਿੱਤੀ ਕਿ ਕਸ਼ਮੀਰ ਦੇ ਵਿੱਚ ਹਰੀ ਸਿੰਘ ਨੂੰ ਇਹ ਕਿਹਾ ਗਿਆ ਕਿ ਤੂੰ ਆਪਦੇ ਨਾਮ ਦਾ ਸਿੱਕਾ ਜਾਰੀ ਕਰ ਸਕਦਾ ਹੈ। ਇਹ ਇਸ ਤਰ੍ਹਾਂ ਦਾ ਕਦੇ ਨਹੀਂ ਵਾਪਰਿਆ ਕਿ ਪੂਰੇ ਹਿੰਦੁਸਤਾਨ ਵਿੱਚ ਵੱਡੇ ਵੱਡੇ ਰਾਜੇ ਮਹਾਰਾਜੇ, ਮੁਗਲ ਸਾਮਰਾਜ ਏਡਾ ਵੱਡਾ ਸੀ, ਕਿੱਡੇ ਵੱਡੀ ਉਹਨਾਂ ਦਾ ਦੇਸ਼ ਸੀ, ਕਿੱਥੋਂ ਦੱਖਣ ਤੋਂ ਸ਼ੁਰੂ ਹੋ ਕੇ ਕਾਬਲ ਕੰਧਾਰ ਦੀਆਂ ਦੀਵਾਰਾਂ ਤੱਕ ਚੱਲਦਾ ਸੀ, ਈਰਾਨ ਨੂੰ ਟੱਚ ਕਰਦਾ ਸੀ, ਲੇਕਿਨ ਉੱਥੇ ਸਿੱਕਾ ਕੇਵਲ ਉਹਨਾਂ ਦਾ ਇੱਕ ਚੱਲਦਾ ਸੀ, ਮੁਗਲਾਂ ਦਾ। ਲੇਕਿਨ ਇੱਥੇ ਮਹਾਰਾਜਾ ਰਣਜੀਤ ਸਿੰਘ ਦੀ ਦਰਿਆਦਿਲੀ ਤੇ ਹਰੀ ਸਿੰਘ ਜਰਨੈਲ ਦੀ ਆਪਣੀ ਕਾਬਲੀਅਤ ਦਾ ਸਰ ਸਦਕਾ ਹਰੀ ਸਿੰਘ ਨੂੰ ਆਪਦੇ ਨਾਮ ਦਾ ਸਿੱਕਾ ਜਾਰੀ ਕਰਨਾ, ਉਹਨਾਂ ਨੂੰ ਪਾਵਰ ਮਿਲ ਗਈ। ਅੱਜ ਵੀ ਕਸ਼ਮੀਰ ਦੇ ਵਿੱਚ ਹਰੀ ਸਿੰਘ ਦੇ ਨਾਮ ਦੇ ਸਿੱਕੇ ਕੁਛ ਪੁਰਾਣੇ ਤੋਂ ਪੁਰਾਣੇ ਬਜ਼ੁਰਗਾਂ, ਕੁਛ ਮਿਊਜ਼ੀਅਮ ਦੇ ਵਿੱਚ ਹਰੀ ਸਿੰਘ ਦੇ ਨਾਮ ਦੇ ਉਹ ਸਿੱਕੇ ਅਜੇ ਮੌਜੂਦ ਪਏ ਨੇ, ਜਿਹੜਾ ਹਰੀ ਸਿੰਘ ਨੇ ਸਿੱਕਾ ਜਾਰੀ ਕੀਤਾ ਸੀ। ਕਸ਼ਮੀਰ ਤੋਂ ਬਾਅਦ ਹਰੀ ਸਿੰਘ ਨੇ ਹੋਰ ਬਹੁਤ ਸਾਰੀਆਂ ਜਿੱਤਾਂ ਜਿੱਤੀਆਂ। ਨੌਸ਼ਹਿਰਾ ਜਿੱਤਿਆ, ਸ਼੍ਰੀਕੋਟ ਜਿੱਤਿਆ, ਬਾਲਾਕੋਟ ਜਿੱਤਿਆ, ਫਿਰ ਪਸ਼ਾਵਰ ਜਿੱਤਿਆ। ਇਸ ਦੌਰਾਨ ਹਰੀ ਸਿੰਘ ਦਾ ਇੱਕ ਬਹੁਤ ਵੱਡਾ ਜੰਗ ਮੁਲਤਾਨ ਵਿੱਚ ਹੋਇਆ। ਮੁਲਤਾਨ ਦੀ ਲੜਾਈ ਵੇਲੇ ਮੁਲਤਾਨ ਦੇ ਸ਼ਹਿਰ ਦੇ ਦੁਆਲੇ ਇੱਕ ਬੜੀ ਮਜ਼ਬੂਤ ਦੀਵਾਰ ਸੀ। ਉਹ ਦੀਵਾਰ ਨੂੰ ਤੋੜ ਕੇ ਸ਼ਹਿਰ ਵਿੱਚ ਵੜ ਕੇ ਉਸ ਤੋਂ ਬਾਅਦ ਜੰਗ ਲੜੀ ਜਿੱਤੀ ਜਾ ਸਕਦੀ ਸੀ, ਨਹੀਂ ਤਾਂ ਅੰਦਰੋਂ ਤੋਹਫਾਂ ਤੋਂ ਅੱਗ ਭਰਾ ਕੇ ਮੁਲਤਾਨ ਦੇ ਗਵਰਨਰ ਬਾਹਰ ਬੈਠੀਆਂ ਫੌਜਾਂ ਦਾ ਬਹੁਤ ਵੱਡਾ ਨੁਕਸਾਨ ਕਰ ਰਹੇ ਸਨ। ਫੈਸਲਾ ਇਹ ਹੋਇਆ ਕਿ ਮੁਲਤਾਨ ਦੀ ਦੀਵਾਰ ਦੀਆਂ ਨੀਹਾਂ ਵਿੱਚ ਬਰੂਦ ਦਬਾ ਦਿੱਤਾ ਜਾਏ ਤੇ ਇਸ ਨੂੰ ਉਡਾਇਆ ਜਾਏ। ਇਹਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਕਿਹਾ ਕਿ ਸਭ ਤੋਂ ਪਹਿਲਾਂ ਬਰੂਦ ਦਬਾਉਣ ਦੀ ਮੈਂ ਜਾਣਾ। ਸਰਦਾਰ ਹਰੀ ਸਿੰਘ ਨਲੂਆ, ਸਰਦਾਰ ਧੰਨਾ ਸਿੰਘ ਗੁਜਰਾਤੀਆ, ਸਰਦਾਰ ਨਿਹਾਲ ਸਿੰਘ ਅਟਾਰੀ, ਸਰਦਾਰ ਸ਼ਾਮ ਸਿੰਘ ਅਟਾਰੀ, ਅਕਾਲੀ ਫੂਲਾ ਸਿੰਘ, ਇਹ ਬਹੁਤ ਸਾਰੇ ਐਸੇ ਵੱਡੇ ਜਰਨੈਲ ਸਨ ਜਿਨ੍ਹਾਂ ਨੇ ਆਖਿਆ ਕਿ ਮਹਾਰਾਜਾ ਸਾਹਿਬ ਅਜੇ ਤੁਹਾਡੀ ਲੋੜ ਨਹੀਂ, ਨਾ ਜਾਣੇ ਕੋਈ ਗੱਲ ਘਟਨਾ ਵਾਪਰ ਗਈ, ਸਾਡੇ ਕੋਲੋਂ ਇੱਕ ਬਹੁਤ ਵੱਡਾ ਮਹਾਰਾਜਾ ਅਸੀਂ ਫਿਰ ਲੱਭਣਾ ਔਖਾ ਹੋ ਜਾਏਗਾ, ਇਸ ਕਰਕੇ ਇਹ ਕੰਮ ਸਾਡੇ ਹਨ, ਇਹ ਅਸੀਂ ਕਰਾਂਗੇ। ਹਰੀ ਸਿੰਘ ਨੇ ਕਿਹਾ ਮੈਂ ਬੈਠਾ ਹਾਂ, ਮੇਰੇ ਹੁੰਦਿਆਂ ਤੁਹਾਨੂੰ ਕਿਸੇ ਵੀ ਕਿਸਮ ਦੇ ਫੌਜੀ ਜੰਗ ਵਿੱਚ ਆਉਣ ਦੀ ਲੋੜ ਨਹੀਂ। ਜਦੋਂ ਇਹ ਬਰੂਦ ਨੱਪਣ ਗਏ, ਉਹਨਾਂ ਨੇ ਇੱਕ ਐਸਾ ਮਟੀਰੀਅਲ ਸੀ ਉਹਨਾਂ ਕੋਲ, ਉਹ ਉੱਤੋਂ ਦੀਵਾਰ ਤੋਂ ਡੋਲਿਆ, ਉਹਨੂੰ ਦੀਵਾਲ ਕਿਹਾ ਜਾਂਦਾ ਉਹਨਾਂ ਦੀ ਭਾਸ਼ਾ 'ਚ। ਉਹ ਇੱਕ ਐਸੀ ਚੀਜ਼ ਸੀ ਕਿ ਜੇ ਉਹ ਕੱਪੜੇ ਤੇ ਪੈ ਜਾਏ ਤੇ ਕੱਪੜੇ ਨੂੰ ਅੱਗ ਲੱਗ ਜਾਂਦੀ ਸੀ। ਉਹ ਜਦੋਂ ਉਹਨਾਂ ਨੇ ਡੋਲੀ, ਉਹ ਬਾਕੀ ਤੇ ਜਰਨੈਲ ਤਾਂ ਬਚ ਗਏ, ਲੇਕਿਨ ਸਰਦਾਰ ਨਿਹਾਲ ਸਿੰਘ ਅਟਾਰੀ ਤੇ ਸਰਦਾਰ ਹਰੀ ਸਿੰਘ ਨਲੂਆ ਦੇ ਉੱਪਰ ਉਹ ਪੈ ਗਈ। ਹਰੀ ਸਿੰਘ ਤੇ ਨਿਹਾਲ ਸਿੰਘ ਹੋਰਾਂ ਦੇ ਕੱਪੜਿਆਂ ਨੂੰ ਅੱਗ ਲੱਗ ਗਈ। ਜ਼ਮੀਨ ਤੇ ਲੇਟ ਕੇ ਬੜੀ ਮੁਸ਼ਕਲ ਦੇ ਨਾਲ ਇਹਨਾਂ ਨੇ ਕੋਸ਼ਿਸ਼ ਕੀਤੀ, ਦੂਸਰਿਆਂ ਨੇ ਇਹਨਾਂ ਉੱਤੇ ਰੇਤਾ ਮਿੱਟੀ ਪਾਈ, ਬੜੀ ਮੁਸ਼ਕਲ ਦੇ ਨਾਲ ਬੜੀ ਜਦੋਜਹਿਦ ਤੋਂ ਬਾਅਦ ਉਸ ਅੱਗ ਨੂੰ ਬੁਝਾਇਆ ਗਿਆ, ਪਰ ਬੁਝਾਉਣ ਤੱਕ ਹਰੀ ਸਿੰਘ ਦਾ ਅੱਧੇ ਨਾਲੋਂ ਜ਼ਿਆਦਾ ਸਰੀਰ ਸੜ ਗਿਆ। ਨਿਹਾਲ ਸਿੰਘ ਅਟਾਰੀ ਵਾਲੇ ਦਾ ਥੋੜਾ ਬਚਾਅ ਹੋਇਆ, ਲੇਕਿਨ ਹਰੀ ਸਿੰਘ ਜ਼ਿਆਦਾ ਸੜ ਗਿਆ। ਪਾਲਕੀ 'ਚ ਪਾ ਕੇ ਹਰੀ ਸਿੰਘ ਨੂੰ ਵਾਪਸ ਭੇਜਿਆ ਗਿਆ। ਤਕਰੀਬਨ ਕੋਈ 8-9 ਮਹੀਨੇ ਦੇ ਇਲਾਜ ਤੋਂ ਬਾਅਦ ਹਰੀ ਸਿੰਘ ਫਿਰ ਦੁਬਾਰਾ 9/9 ਹੋ ਕੇ ਦਰਬਾਰ ਵਿੱਚ ਪੇਸ਼ ਹੋਇਆ। ਮਹਾਰਾਜਾ ਰਣਜੀਤ ਸਿੰਘ ਨੇ ਬੜੀ ਖੁਸ਼ੀ ਮਨਾਈ, ਗੱਲ ਨਾਲ ਲਾ ਕੇ ਫੁੱਲਾਂ ਦੀ ਵਰਖਾ ਕਰਕੇ ਹਰੀ ਸਿੰਘ ਦਾ ਇਸਤਕਬਾਲ ਕੀਤਾ ਤੇ ਹਰੀ ਸਿੰਘ ਨੂੰ ਜੀ ਆਇਆਂ ਨੂੰ ਆਖਿਆ। ਉਸ ਤੋਂ ਬਾਅਦ ਹਰੀ ਸਿੰਘ ਹਜ਼ਾਰਾ ਦਾ ਗਵਰਨਰ ਬਣਾਇਆ ਗਿਆ 1822 ਵਿੱਚ। ਪੇਸ਼ਾਵਰ ਦਾ ਗਵਰਨਰ ਬਣਾਇਆ ਗਿਆ 1834 ਵਿੱਚ। ਇਹ ਸਾਰੇ ਕੰਮ ਸਰਦਾਰ ਹਰੀ ਸਿੰਘ ਨੇ ਆਪ ਜਿੱਤ ਕੇ ਉਹਨਾਂ ਇਲਾਕਿਆਂ ਦੇ ਵਿੱਚ ਸੁਧਾਰ ਕਰਨ ਵਾਸਤੇ ਉਹਨਾਂ ਨੂੰ ਇਹਨਾਂ ਦੇ ਵਿੱਚ ਲਾਇਆ ਜਾਂਦਾ ਸੀ। 1825 ਈਸਵੀ ਨੂੰ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਪੂਰੇ ਜੋਬਨ ਤੇ ਸੀ ਤੇ ਪੂਰੇ ਪੰਜਾਬ ਦੀਆਂ ਸਰਹੱਦਾਂ ਪੂਰੀ ਤਰ੍ਹਾਂ ਕਾਮਯਾਬ ਸਨ, ਉਸ ਵੇਲੇ ਇੱਕ ਵੱਡਾ ਅਜਲਾਸ ਬੁਲਾ ਕੇ
ਫੌਜੀ ਕਮਾਂਡਰ ਸਾਰੇ ਦੇ ਸਾਰੇ ਬੁਲਾ ਕੇ ਉਹਨਾਂ ਸਾਰਿਆਂ ਦੀ ਸਹਿਮਤੀ ਨਾਲ 1825 ਈਸਵੀ ਨੂੰ ਹਰੀ ਸਿੰਘ ਨੂੰ ਖਾਲਸਾ ਦਰਬਾਰ ਦਾ ਸਿੱਖ ਰਾਜ ਦਾ ਪ੍ਰਧਾਨ ਸੈਨਾਪਤੀ ਯਾਨੀ ਕਮਾਂਡਰ ਇਨ ਚੀਫ ਬਣਾਇਆ ਗਿਆ। ਇਸ ਅਹੁਦੇ ਉੱਤੇ ਹਰੀ ਸਿੰਘ ਆਪਨੇ ਆਖਰੀ ਦਿਨਾਂ ਤੱਕ ਆਪਣੀ ਮੌਤ ਤੱਕ ਬਰਕਰਾਰ ਰਹੇ। ਲਗਭਗ 12 ਸਾਲ ਹਰੀ ਸਿੰਘ ਕਮਾਂਡਰ ਇਨ ਚੀਫ ਬਣ ਕੇ ਇਸ ਤੇ ਵਿਚਰੇ। ਹਰੀ ਸਿੰਘ ਆਪ ਬਜਾਤੇ ਖੁਦ ਇੱਕ ਬਹੁਤ ਵੱਡਾ ਇੰਜੀਨੀਅਰਿੰਗ ਮਾਈਂਡਡ ਸੀ। ਇਮਾਰਤ ਬਣਾਉਣ ਦਾ ਬੜਾ ਸਿਆਣਾ ਸੀ। ਹਰੀ ਸਿੰਘ ਨੇ ਆਪਣੇ ਜੀਵਨ ਦੇ ਵਿੱਚ ਲਗਭਗ 56 ਇਮਾਰਤਾਂ ਤਾਮੀਰ ਕਰਾਈਆਂ, ਜਿਹਦੇ ਵਿੱਚ ਮੰਦਰ ਬਣਾਏ ਗਏ, ਮਸਜਿਦ ਬਣਾਈਆਂ ਗਈਆਂ, ਮੀਨਾਰ ਬਣਾਏ ਗਏ, ਗੁਰਦੁਆਰੇ ਬਣਾਏ ਗਏ। ਗੁਰਦੁਆਰਾ ਪੰਜਾ ਸਾਹਿਬ ਹਸਨ ਅਬਦਾਲ ਇਹ ਸਰਦਾਰ ਹਰੀ ਸਿੰਘ ਨਲੂਆ ਜੀ ਨੇ ਬਣਾਇਆ। ਅਕਾਲ ਤਖਤ ਸਾਹਿਬ ਦੇ ਉੱਪਰ ਗੁੰਮਜ ਬਣਾ ਕੇ ਉਹਦੇ ਉੱਤੇ ਸੋਨਾ ਸਰਦਾਰ ਹਰੀ ਸਿੰਘ ਨਲੂਆ ਜੀ ਨੇ ਚੜਾਇਆ। ਇਹ ਲਗਭਗ 56 ਇਮਾਰਤਾਂ ਸਨ, ਜਿਨ੍ਹਾਂ ਦੇ ਵਿੱਚ ਵੱਡੇ ਕਿਲੇ ਵੀ ਸਨ ਜਿਹੜੇ ਉਹਨਾਂ ਨੇ ਉਸਾਰੇ, ਜਿਨ੍ਹਾਂ ਵਿੱਚ ਕਿਲਾ ਖਾਨਗੜ੍ਹ, ਕਿਲਾ ਕਿਸ਼ਨਗੜ੍ਹ, ਕਿਲਾ ਫਤਿਹਗੜ੍ਹ ਸਭਰਾ। ਇਸ ਕਿਲੇ ਦਾ ਨਾਮ ਜਮਰੌਦ ਦਾ ਕਿਲਾ ਕਰਕੇ ਮਸ਼ਹੂਰ ਹੋਇਆ ਔਰ ਅੰਤ ਵਿੱਚ ਸਰਦਾਰ ਹਰੀ ਸਿੰਘ ਨਲੂਏ ਦਾ ਮੌਤ ਤੋਂ ਬਾਅਦ ਸੰਸਕਾਰ ਵੀ ਜਮਰੌਦ ਦੇ ਕਿਲੇ ਵਿੱਚ ਹੋਇਆ। ਉਸ ਜਮਰੌਦ ਦੇ ਕਿਲੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਦੀ ਸਮਾਧ ਬਣੀ ਹੋਈ ਹੈ। ਸਰਕਾਰ ਭਾਰਤ ਇਹਨਾਂ ਨੇ ਤਕਰੀਬਨ 2013 ਦੇ ਵਿੱਚ ਸਰਦਾਰ ਹਰੀ ਸਿੰਘ ਨਲੂਆ ਦੀ ਯਾਦ ਵਿੱਚ ਇੱਕ ਡਾਕ ਟਿਕਟ ਜਾਰੀ ਕੀਤੀ ਸੀ। ਉਸ ਵੇਲੇ ਦੇ ਮੰਤਰੀ ਕਮਲ ਸਿੱਬਲ ਔਰ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਹੋਰਾਂ ਵੱਲੋਂ ਹਰੀ ਸਿੰਘ ਨਲੂਏ ਦੇ ਜਨਮ ਦਿਨ ਦੇ ਉੱਤੇ ਇੱਕ ਡਾਕ ਟਿਕਟ ਜਾਰੀ ਕੀਤੀ ਭਾਰਤ ਦੇ ਵਿੱਚੋਂ। ਹਰੀ ਸਿੰਘ ਨਲੂਏ ਦੇ ਉੱਤੇ ਉਹ ਟਿਕਟ ਜਾਰੀ ਹੈ, ਉਹ ਟਿਕਟ ਚੱਲ ਰਹੀ ਹੈ। ਹਰੀ ਸਿੰਘ ਨਲੂਆ ਨੇ ਬਹੁਤ ਵੱਡੇ ਜੰਗ ਯੁੱਧ ਤਾਂ ਜਿੱਤੇ, ਇਮਾਰਤਾਂ ਬਣਾਈਆਂ, ਲੇਕਿਨ ਹਰੀ ਸਿੰਘ ਨਲੂਏ ਦਾ ਇੱਕ ਪਰਉਪਕਾਰੀ ਇਤਿਹਾਸ ਦੇ ਵਿੱਚ ਇੱਕ ਪਰਉਪਕਾਰੀ ਫੈਕਟਰ ਵੀ ਆਉਂਦਾ ਹੈ। ਇੱਕ ਵਾਰੀ ਇੱਕ ਪਠਾਨ ਕਿਸੇ ਬ੍ਰਾਹਮਣ ਦੀ ਲੜਕੀ ਬਰਾਤ ਲੈ ਕੇ ਆ ਰਹੇ ਸਨ। ਲੜਕੇ ਦੀ ਸ਼ਾਦੀ ਕਰਕੇ ਵਾਪਸ ਆ ਰਹੇ ਸਨ। ਉਹ ਇੱਕਦਮ ਪਏ ਤੇ ਉਹ ਲੜਕੀ ਚੁੱਕ ਕੇ ਲੈ ਗਏ। ਉਹਨਾਂ ਨੇ ਆ ਕੇ ਹਰੀ ਸਿੰਘ ਨੂੰ ਫਰਿਆਦ ਕੀਤੀ ਕਿ ਆਹ ਵਾਪਰ ਗਿਆ। ਉਸੇ ਵੇਲੇ ਹਰੀ ਸਿੰਘ ਹੋਰਾਂ ਨੇ ਆਪਣੀ ਕੁਝ ਫੌਜ ਨੂੰ ਨਾਲ ਲਿਆ, ਪਠਾਨ ਤੇ ਚੜ੍ਹਾਈ ਕੀਤੀ। ਉਹਦੇ ਕੋਲੋਂ ਲੜਕੀ ਵਾਪਸ ਲਿਆ ਕੇ ਉਹਨਾਂ ਨੂੰ ਫੌਜੀਆਂ ਨੂੰ, ਉਹਨਾਂ ਨੂੰ ਬ੍ਰਾਹਮਣਾਂ ਨੂੰ ਕਿਹਾ ਕਿ ਆਪਣੀ ਬੇਟੀ ਨੂੰ ਬਾਇਜ਼ਤ ਤੁਸੀਂ ਲਿਜਾ ਸਕਦੇ ਹੋ। ਲੇਕਿਨ ਉਹ ਕੋਈ ਸਲਾਹਾਂ ਮਸ਼ਵਰਾ ਕਰਨ ਲੱਗੇ ਕਿ 3 ਦਿਨ ਗੁਜ਼ਰ ਗਏ ਨੇ, 3 ਦਿਨ ਲੜਕੀ ਉਹਨਾਂ ਦੇ ਕੋਲ ਪਠਾਨਾਂ ਦੀ ਰਹੀ ਏ, ਇਹਨੂੰ ਵਾਪਸ ਲਿਜਾਇਆ ਜਾਏ ਕਿ ਨਹੀਂ। ਇਹ ਉਹ ਜੇ ਸਲਾਹਾਂ ਕਰਦੇ ਪਏ ਸਨ, ਉਸ ਲੜਕੀ ਨੇ ਬਗਾਵਤ ਕਰ ਦਿੱਤੀ। ਉਸਨੇ ਆਖਿਆ, ਮੇਰੇ ਧਰਮ ਪਿਤਾ, ਤੁਸੀਂ ਮੈਨੂੰ ਮੌਤ ਦੇ ਮੂੰਹ ਚੋਂ ਕੱਢ ਕੇ ਲਿਆਏ ਹੋ। ਇਹ ਲੋਕ ਜਿਹੜੀ ਮੇਰੀ ਉਦੋਂ ਰੱਖਿਆ ਨਹੀਂ ਕਰ ਰਹੇ, ਬਰਾਤ ਕਾਹਦੇ ਵਾਸਤੇ ਜਾਂਦੀ ਹੈ ਕਿ ਜੇ ਕੋਈ ਰਸਤੇ 'ਚ ਕੋਈ ਤਾੜ ਵੀ ਪੈ ਜਾਏ ਤੇ ਬਹੁਤ ਸਾਰੇ ਬੰਦੇ ਨਾਲ ਇਸ ਕਰਕੇ ਲਿਜਾਏ ਜਾਂਦੇ ਸਨ ਕਿ ਇਹ ਉਹਨਾਂ ਦਾ ਮੁਕਾਬਲਾ ਕਰਨਗੇ। ਤੇ ਬਹੁਤਿਆਂ ਬੰਦਿਆਂ ਨੂੰ ਵੇਖ ਕੇ ਧੜ ਵੀ ਕਈ ਵਾਰੀ ਹਮਲਾ ਕਰਨ ਤੋਂ ਵੀ ਪਿੱਛੇ ਹਟ ਜਾਂਦੇ ਸਨ ਕਿ ਉਹਨਾਂ ਦੇ ਬਰਾਤ ਬਹੁਤ ਗਿਣਤੀ ਹੈ, ਬਹੁਤ ਜ਼ਿਆਦਾ ਬੰਦੇ ਨੇ, ਇਸ ਕਰਕੇ ਬਰਾਤ ਜਾਂਦੀ। ਲੇਕਿਨ ਇਹ ਮੇਰੀ ਰੱਖਿਆ ਨਹੀਂ ਕਰ ਸਕੇ। ਮੈਂ ਆਪ ਜੀ ਨੂੰ ਇਹ ਬੇਨਤੀ ਕਰਦੀ ਹਾਂ ਕਿ ਆਪ ਮੈਨੂੰ ਆਪਣੀ ਧੀ ਬਣਾ ਕੇ ਆਪਣੀ ਇਸ ਫੌਜ ਵਿੱਚ ਭਰਤੀ ਕਰ ਲਓ, ਮੈਂ ਇਹਨਾਂ ਦੇ ਨਾਲ ਵਾਪਸ ਜਾਣਾ ਹੀ ਨਹੀਂ। ਹਰੀ ਸਿੰਘ ਨੇ ਇਹ ਗੱਲ ਪ੍ਰਵਾਨ ਕਰ ਲਈ, ਪਰ ਉਹਨੇ ਕਿਹਾ, ਬੇਟੀ, ਮੈਂ ਤੈਨੂੰ ਕੱਲੀ ਨੂੰ ਨਹੀਂ, ਤੇਰੇ ਪਤੀ ਨੂੰ ਵੀ ਨਾਲ ਰੱਖਣਾ ਹੈ।
ਇਹ ਫੈਸਲਾ ਹੋ ਗਿਆ। ਉਸ ਲੜਕੀ ਨੇ ਆਪਦੇ ਪਤੀ ਨੂੰ ਨਾਲ ਲੈ ਕੇ ਹਰੀ ਸਿੰਘ ਦੀ ਫੌਜ ਵਿੱਚ ਆਪਣੀ ਭਰਤੀ ਦਿੱਤੀ। ਹਰਚਰਨ ਬਾਈ ਤੋਂ ਹਰਚਰਨ ਕੌਰ ਉਸਦਾ ਨਾਮ ਰੱਖਿਆ ਗਿਆ। ਉਸਨੂੰ ਅੰਮ੍ਰਿਤ ਛਕਾਇਆ ਗਿਆ, ਉਸਦੇ ਪਤੀ ਨੂੰ ਅੰਮ੍ਰਿਤ ਛਕਾਇਆ ਗਿਆ ਤੇ ਉਹ ਇੱਕ ਦਲੇਰ ਔਰਤ ਬਣ ਕੇ ਫੌਜੀਆਂ ਦੇ ਵਿੱਚ ਫੌਜੀ ਜ਼ਿੰਦਗੀ ਬਿਤਾਉਣ ਲੱਗੀ। ਹਰੀ ਸਿੰਘ ਨੇ ਇਸ ਤਰ੍ਹਾਂ ਦੇ ਪਰਉਪਕਾਰ ਕੀਤੇ। ਯਾਰ ਮੁਹੰਮਦ ਖਾਨ ਦੀ ਇੱਕ ਰਿਸ਼ਤੇਦਾਰ ਨੇ, ਜਿਹਦਾ ਨਾਂ ਇਤਿਹਾਸ ਵਿੱਚ ਬਾਨੂ ਆਉਂਦਾ ਹੈ, ਉਹਨੇ ਆਖਿਆ ਕਿ ਯਾਰ ਮੁਹੰਮਦ, ਤੂੰ ਏਡਾ ਯੋਧਾ ਹੈ, ਤੂੰ ਹਰੀ ਸਿੰਘ ਤੋਂ ਹਾਰ ਗਿਆ, ਤੂੰ ਹਰੀ ਸਿੰਘ ਨੂੰ ਮਾਰਨਾ ਚਾਹੁੰਦਾ ਹੈ? ਉਹਨੇ ਕਿਹਾ ਹਾਂ। ਉਹਨੇ ਕਿਹਾ ਤੂੰ ਨਹੀਂ, ਹਰੀ ਸਿੰਘ ਨੂੰ ਮੈਂ ਮਾਰਾਂਗੀ। ਉਹ ਹਰੀ ਸਿੰਘ ਦੇ ਉਸ ਨਿਵਾਸ ਤੇ ਪਹੁੰਚ ਗਈ ਰਾਤ ਦੇ ਸਮੇਂ। ਉਸਨੇ ਉਹਦੇ ਹੱਥ ਵਿੱਚ ਖੰਜਰ ਸੀ। ਇਸ ਤੋਂ ਪਹਿਲਾਂ ਕਿ ਉਹ ਖੰਜਰ ਦਾ ਹਰੀ ਸਿੰਘ ਤੇ ਵਾਰ ਕਰਦੀ, ਲੇਕਿਨ ਉਸਨੇ ਵਾਰ ਕਰਨ ਦੇ ਲਈ ਇਰਾਦਾ ਹੀ ਨਹੀਂ ਸੀ ਰੱਖਿਆ। ਉਸਨੇ ਜਾਣ ਬੁੱਝ ਕੇ ਉਸ ਕਮਰੇ ਵਿੱਚ ਇੱਕ ਭਾਂਡਾ ਸੁੱਟਿਆ। ਜ਼ੋਰ ਦਾ ਖੜਾਕ ਹੋਇਆ, ਹਰੀ ਸਿੰਘ ਉੱਠਿਆ। ਹਰੀ ਸਿੰਘ ਨੇ ਇੱਕਦਮ ਤਲਵਾਰ ਫੜੀ। ਉਸਨੇ ਖੜੀ ਹੋਈ ਇੱਕ ਔਰਤ ਨੂੰ ਵੇਖਿਆ ਜਿਹਦੇ ਹੱਥ ਵਿੱਚ ਖੰਜਰ ਹੈ। ਉਹਨੇ ਪੁੱਛਿਆ ਕੌਣ ਹੋ? ਉਹਨੇ ਕਿਹਾ ਮੇਰਾ ਨਾਮ ਬਾਨੋ ਹੈ। ਕਿੱਥੇ ਕਿਉਂ ਆਈ ਸੈਂ? ਤੇਰਾ ਕਤਲ ਕਰਨਾ ਸੀ। ਉਹਨੇ ਕਿਹਾ ਫਿਰ ਕੀਤਾ ਨਹੀਂ। ਕਹਿੰਦੀ ਤੇਰੇ ਵਰਗੇ ਯੋਧੇ ਨੂੰ ਮਾਰ ਦੇਣਾ ਕੋਈ ਚੰਗੀ ਗੱਲ ਹੈ? ਮੈਂ ਮਾਰਨ ਤਾਂ ਤੈਨੂੰ ਆਈ ਸਾਂ, ਪਰ ਤੈਨੂੰ ਵੇਖ ਕੇ ਮੇਰਾ ਮਨ ਮੋਹਿਆ ਗਿਆ ਹੈ। ਮੈਂ ਤੈਨੂੰ ਮਾਰਨਾ ਨਹੀਂ ਚਾਹੁੰਦੀ। ਕਿ ਫੇਰ? ਉਹ ਕਹਿੰਦੀ ਕਿ ਮੈਂ ਇਹ ਚਾਹੁੰਦੀ ਹਾਂ ਕਿ ਮੇਰੀ ਕੁੱਖ ਚੋਂ ਤੇਰੇ ਵਰਗੇ ਪੁੱਤਰ ਪੈਦਾ ਹੋਣ। ਮਤਲਬ ਕਹਿਣ ਤੋਂ ਕਿ ਤੂੰ ਮੇਰੇ ਨਾਲ ਨਿਕਾਹ ਕਰ ਲੈ। ਹਰੀ ਸਿੰਘ ਨੇ ਕਿਹਾ ਨਹੀਂ, ਮੈਂ ਵਿਆਹਿਆ ਹੋਇਆ ਹਾਂ। ਮੇਰੇ ਧਰਮ ਦੇ ਮੇਰੇ ਮੁਤਾਬਕ ਇੱਕੋ ਹੀ ਸ਼ਾਦੀ ਹੋਏਗੀ, ਉਹ ਮੈਂ ਕਰ ਚੁੱਕਿਆ ਹਾਂ। ਇਸ ਕਰਕੇ ਇਹ ਨਹੀਂ। ਔਰਤ ਬਹੁਤ ਖੂਬਸੂਰਤ ਸੀ, ਲੇਕਿਨ ਨਹੀਂ। ਉਸਨੇ ਕਿਹਾ ਕਿ ਮੈਂ ਤੈਨੂੰ ਕਿਹਾ ਸੀ ਕਿ ਤੂੰ ਮੈਨੂੰ, ਮੈਂ ਤੇਰੇ ਵਰਗੇ ਪੁੱਤਰ ਚਾਹੁੰਦੀ ਹੈ। ਉਹਨੇ ਕਿਹਾ ਨਹੀਂ, ਇਹ ਨਹੀਂ ਹੋਵੇਗਾ। ਉਹ ਜਦੋਂ ਚਲੀ ਗਈ, ਕਿਸੇ ਬੰਦੇ ਨੇ ਉਸਨੂੰ ਕਿਹਾ ਕਿ ਜਦੋਂ ਇਹ ਜਿਹੜੇ ਸਿੱਖ ਨੇ ਨਾ, ਇਹ ਸਵੇਰੇ ਜਦੋਂ ਅੰਮ੍ਰਿਤ ਵੇਲੇ ਉੱਠ ਕੇ ਆਪਦੀ ਪਾਠ ਪੂਜਾ ਕਰਦੇ ਨੇ, ਉਸ ਵੇਲੇ ਇਹਨਾਂ ਕੋਲੋਂ ਜੇ ਕੋਈ ਮੰਗ ਲਈ ਜਾਏ ਨਾ, ਤੇ ਫਿਰ ਇਹ ਨਾ ਨਹੀਂ ਕਰਦੇ, ਦੇ ਦਿੰਦੇ ਨੇ। ਉਸਨੇ ਉਹੋ ਹੀ ਤਰੀਕਾ ਅਪਣਾਇਆ। ਅਗਲੇ ਦਿਨ ਜਾਂ ਉਸ ਤੋਂ ਅਗਲੇ ਦਿਨ ਜਦੋਂ ਹਰੀ ਸਿੰਘ ਨੇ ਸਵੇਰੇ ਆਪਦਾ ਨਿਤਨੇਮ ਕੀਤਾ, ਤਾਂ ਉਸਨੇ ਫੇਰ ਉਸਨੂੰ ਇਸ ਗੱਲ ਤੇ ਪਹੁੰਚ ਕੇ ਮੰਗ ਕੀਤੀ। ਉਹਨੇ ਕਿਹਾ ਕਿ ਇਸ ਵੇਲੇ ਤੂੰ ਬਾਬੇ ਨਾਨਕ ਨੂੰ ਉਹਦੀ ਦੁਆ ਕਰਕੇ ਆ ਰਿਹਾ, ਮੈਂ ਵੀ ਇੱਕ ਫਰਿਆਦੀ ਆ, ਮੇਰੀ ਵੀ ਫਰਿਆਦ ਪੂਰੀ ਕਰ। ਉਹਨੇ ਕਿਹਾ ਦੱਸ। ਉਹਨੇ ਕਿਹਾ ਉਹੀ ਫਰਿਆਦ ਹੈ। ਉਹਨੇ ਕਿਹਾ ਕਿ ਤੂੰ ਅੱਜ ਦੁਪਹਿਰ ਨੂੰ ਮੇਰੇ ਦਰਬਾਰ ਚ ਆਵੀਂ। ਉਹ ਔਰਤ ਅਗਲੇ ਦੁਪਹਿਰ ਨੂੰ ਦਰਬਾਰ ਚ ਪਹੁੰਚੀ। ਉਹਦੇ ਲਈ ਬਕਾਇਦਾ ਇੱਕ ਸੀਟ ਲਾਈ ਗਈ, ਉੱਥੇ ਉਹਨੂੰ ਬਿਠਾਇਆ ਗਿਆ। ਉਹਨੇ ਸੋਚਿਆ ਕਿ ਕੰਮ ਬਣ ਗਿਆ ਹੈ, ਜਿਹੜਾ ਮੈਨੂੰ ਇਹਨਾਂ ਨੇ ਇੱਥੇ ਬੜੇ ਇੱਜ਼ਤ ਮਾਣ ਨਾਲ ਬਿਠਾ ਲਿਆ ਹੈ, ਇਹਦਾ ਮਤਲਬ ਕਿ ਸਰਦਾਰ ਦਾ ਮਨ ਬਣ ਗਿਆ ਮੇਰੇ ਨਾਲ ਨਿਕਾਹ ਕਰਨ ਲਈ, ਤਾਂ ਸਮਝੋ ਕਿ ਸਰਦਾਰ ਮਾਰਿਆ ਗਿਆ। ਹਰੀ ਸਿੰਘ ਨੇ ਖੜਾ ਹੋ ਕੇ ਆਪ ਉਸ ਔਰਤ ਦੇ ਗੋਦ ਵਿੱਚ ਆਪਣਾ ਸਿਰ ਰੱਖ ਦਿੱਤਾ। ਉਹ ਇੱਕਦਮ ਖੜੀ ਹੋ ਗਈ। ਉਹ ਕਹਿੰਦੀ ਇਹ ਕੀ ਹੈ? ਹਰੀ ਸਿੰਘ ਨੇ ਕਿਹਾ ਕਿ ਤੂੰ ਇਹ ਕਿਹਾ ਸੀ ਨਾ ਕਿ ਮੈਂ ਚਾਹੁੰਦੀ ਹਾਂ ਕਿ ਮੇਰੀ ਕੁੱਖ ਚੋਂ ਤੇਰੇ ਵਰਗਾ ਪੁੱਤਰ ਪੈਦਾ ਹੋਵੇ। ਇੱਕ ਗੱਲ ਯਾਦ ਰੱਖ, ਉਹ ਪਰਵਰਦਗਾਰ ਇੱਕ ਮਨੁੱਖ ਨੂੰ ਪੈਦਾ ਜਦੋਂ ਕਰਦਾ, ਉਹਦੇ ਵਰਗਾ ਦੂਸਰਾ ਪੈਦਾ ਨਹੀਂ ਕਰਦਾ। ਕੋਈ ਇਨ ਬਿਨ ਉਹਦੇ ਵਰਗਾ ਬੰਦਾ ਵੀ ਲੱਭ ਲਿਆ ਜਾਏ, ਪਰ ਜਦੋਂ ਉਹਦਾ ਪੂਰੀ ਤਰ੍ਹਾਂ ਨਿਰੀਖਣ ਕੀਤਾ ਜਾਏਗਾ ਤਾਂ ਉਹਦੇ ਵਿੱਚ ਕੋਈ ਨਾ ਕੋਈ ਚੀਜ਼ ਪਹਿਲੇ ਵਿਅਕਤੀ ਨਾਲੋਂ ਵੱਖਰੀ ਜ਼ਰੂਰ ਹੋਵੇਗੀ। ਇਨ ਬਿਨ ਉਹਦੇ ਵਰਗਾ ਨਹੀਂ ਹੋਵੇਗਾ। ਇਸ ਕਰਕੇ ਉਹ ਕੁਦਰਤ ਦਾ ਇਹ ਵਿਧਾਨ ਹੈ
ਕਿ ਜਿਹੜਾ ਇੱਕ ਬਣ ਗਿਆ ਨਾ ਉਹਦੇ ਵਰਗਾ ਹੋਰ ਨਹੀਂ ਬਣਨਾ। ਤੇ ਤੇਰੀ ਮੰਗ ਇਹ ਸੀ ਕਿ ਮੇਰੇ ਵਰਗਾ ਪੁੱਤਰ ਤੂੰ ਚਾਹੁੰਦੀ ਏ। ਮੈਂ ਆਪਣੇ ਆਪ ਨੂੰ ਤੇਰੇ ਅਰਪਣ ਕਰਦਾ ਹਾਂ, ਮੈਂ ਤੇਰਾ ਪੁੱਤਰ ਹਾਂ। ਮੇਰੇ ਵਰਗਾ ਹੋਰ ਪੁੱਤਰ ਹੋਣਾ ਕਿ ਨਹੀਂ, ਲੇਕਿਨ ਮੈਂ ਹੀ ਤੇਰਾ ਪੁੱਤਰ ਹਾਂ। ਤੂੰ ਅੱਜ ਤੋਂ ਬਾਅਦ ਮੇਰੀ ਮਾਤਾ ਹੈ, ਮੇਰੀ ਮਾਂ। ਉਹ ਉੱਠ ਕੇ ਪੈਰੀ ਹੱਥ ਲਾਉਣ ਲੱਗੀ। ਉਹਨੇ ਕਿਹਾ ਨਾ, ਮਾਵਾਂ ਪੁੱਤਰਾਂ ਦੇ ਪੈਰੀ ਹੱਥ ਨਹੀਂ ਲਾਉਂਦੀਆਂ। ਉਹ ਦੁਹਾਈ ਅੱਲਾ ਦੀ ਕਰਕੇ ਉਹ ਵਾਪਸ ਚਲੀ ਗਈ। ਉਹਨੇ ਜਾ ਕੇ ਜਦੋਂ ਆਪਦੇ ਭਰਾਵਾਂ ਨੂੰ ਦੱਸਿਆ, ਉਹਨੇ ਕਿਹਾ ਐਡਾ ਪਰਉਪਕਾਰੀ ਜਰਨੈਲ ਔਰ ਇਹੋ ਜਿਹੇ ਸੱਚੇ ਸੁੱਚੇ ਲੋਕ ਜਿਹੜੇ ਕਹਿੰਦੇ ਨੇ ਕਿ ਇੱਕ ਸ਼ਾਦੀ ਮੈਂ ਕਰਾ ਚੁੱਕਿਆ ਹਾਂ, ਦੂਸਰੇ ਦੀ ਗੁੰਜਾਇਸ਼ ਨਹੀਂ। ਇਹ ਤੇ ਸੰਤ ਨੇ। ਔਰ ਅਸਲ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਿੱਖ ਨੂੰ ਸੰਤ ਵੀ ਤੇ ਸਿਪਾਹੀ ਵੀ ਦੋਵੇਂ ਇਕੱਠੇ ਬਣਾਏ ਸਨ। ਇਸ ਤੋਂ ਪਹਿਲਾਂ ਸੰਤ ਜੋ ਹੈ ਉਹ ਸੰਤ ਸੀ, ਜੋ ਸਿਪਾਹੀ ਸੀ ਉਹ ਸਿਪਾਹੀ ਸੀ। ਲੇਕਿਨ ਗੁਰੂ ਗੋਬਿੰਦ ਸਿੰਘ ਨੇ ਇਹ ਦੋਵੇਂ ਚੀਜ਼ਾਂ ਇੱਕ ਮਨੁੱਖ ਵਿੱਚ ਪੈਦਾ ਕੀਤੀਆਂ ਸਨ। ਰਣਥੰਭੌਰ ਦੇ ਕਿਲੇ 'ਚ ਦੀਵਾਲੀ ਦੇ ਮੌਕੇ ਅਲਾਉਦੀਨ ਖਿਲਜੀ ਨੇ ਬਹੁਤ ਸਾਰੇ ਸੰਤ ਉੱਥੇ ਮੰਗਣ ਆਏ। ਉਹਨੇ ਕਿਹਾ ਕਿ ਇਹਨਾਂ ਸਾਰਿਆਂ ਦੇ ਸਿਰ ਵੱਢ ਲਓ। ਸਿਰ ਵੱਢ ਕੇ ਦੀਵਾਲੀ ਵਾਲੀ ਰਾਤ ਰਣਥੰਭੌਰ ਦੇ ਕਿਲੇ ਉੱਤੇ ਸਿਰ ਰੱਖ ਕੇ ਇੱਕ ਇੱਕ ਸਿਰ ਦੇ ਉੱਤੇ ਇੱਕ ਇੱਕ ਦੀਵਾ ਜਗਾਇਆ ਗਿਆ। ਹਾਲਾਂਕਿ ਦੀਵਾਲੀ ਹਿੰਦੂਆਂ ਦਾ ਤਿਉਹਾਰ ਹੈ, ਇਸ ਨੂੰ ਮੁਸਲਮਾਨ ਵੀਰ ਨਹੀਂ ਮਨਾਉਂਦੇ। ਇਸਲਾਮੀ ਦੇਸ਼ਾਂ ਦੇ ਵਿੱਚ ਦੀਵਾਲੀ ਦਾ ਪਤਾ ਹੀ ਨਹੀਂ ਹੁੰਦਾ। ਲੇਕਿਨ ਅਲਾਉਦੀਨ ਖਿਲਜੀ ਨੇ ਰਣਥੰਭੌਰ ਦੇ ਕਿਲੇ ਉੱਤੇ ਦੀਵਾਲੀ ਇਸ ਤਰ੍ਹਾਂ ਦੀ ਮਨਾਈ ਕਿ ਇੱਕ ਇੱਕ ਸੰਤ ਦੇ ਸਿਰ ਤੇ ਇੱਕ ਇੱਕ ਦੀਵਾ ਬਾਲ ਕੇ ਰੱਖਿਆ। ਹੁਣ ਇਤਿਹਾਸਿਕ ਵਿਚਾਰ ਕਰੀਏ ਤੇ ਉਹ ਜਿੰਨੇ ਵੀ ਸਿਰ ਸਨ ਕੇਵਲ ਸੰਤ ਸਨ, ਇਸ ਕਰਕੇ ਉਹ ਸਿਰ ਵੱਢ ਲਏ ਗਏ। ਲੇਕਿਨ ਜੇ ਅਸੀਂ ਫੌਜੀਆਂ ਦੀ ਗੱਲ ਕਰੀਏ ਤੇ ਜੇ ਅਸੀਂ ਜਰਨੈਲਾਂ ਦੀ ਗੱਲ ਚਾਹੀਏ ਤੇ ਚੰਗੇਜ਼ ਖਾਨ, ਹਲਾਕੂ ਜਾਂ ਬਾਬਰ ਜਾਂ ਅਹਿਮਦ ਸ਼ਾਹ ਅਬਦਾਲੀ, ਇਹ ਐਸੇ ਜਰਨੈਲ ਸਨ ਜਿਨ੍ਹਾਂ ਦੀ ਹੱਥ 'ਚ ਤਲਵਾਰ ਤਾਂ ਸੀ, ਇਹ ਦੁਨੀਆ ਦੇ ਯੋਧੇ ਤਾਂ ਸੀ, ਲੇਕਿਨ ਇਹ ਇੰਨੇ ਜ਼ਾਲਮ ਦਿਲ ਸਨ, ਇਹਨਾਂ ਦੇ ਦਿਲ ਵਿੱਚ ਰਹਿਮ ਕਦੀ ਆ ਹੀ ਨਹੀਂ ਸੀ ਸਕਦਾ। ਇਹ ਸੰਤ ਨਹੀਂ ਬਣ ਸਕਦੇ ਸਨ। ਲੇਕਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਇਹ ਕਰਾਮਾਤ ਹੈ ਕਿ ਉਹਨੇ ਇੱਕੋ ਮਨੁੱਖੀ ਢਾਂਚੇ ਦੇ ਵਿੱਚ ਸੰਤ ਤੇ ਸਿਪਾਹੀ ਦੋਵੇਂ ਚੀਜ਼ਾਂ ਪੈਦਾ ਕਰ ਦਿੱਤੀਆਂ। ਇੱਕ ਘੋੜੇ ਦੇ ਵਿੱਚ ਤਪੱਸਿਆ ਕਰ ਰਹੇ ਨੇ, ਪਾਠ ਕਰ ਰਹੇ ਨੇ, ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪਵਿੱਤਰ ਬੀੜਾਂ ਲਿਖ ਰਹੇ ਨੇ ਬਾਬਾ ਦੀਪ ਸਿੰਘ, ਇੱਕ ਸੰਤ ਦੇ ਰੂਪ ਵਿੱਚ ਇੱਕ ਘੋੜੇ ਦੇ ਵਿੱਚ ਥੱਲੇ। ਉੱਤੋਂ ਕਿਸੇ ਸਿੰਘ ਨੇ ਆਵਾਜ਼ ਮਾਰੀ ਕਿ ਬਾਬਾ ਜੀ, ਹਰਿਮੰਦਰ ਸਾਹਿਬ ਦੇ ਉੱਤੇ ਬਖਸ਼ੀ ਜਹਾਨ ਖਾਨ ਨੇ ਕਬਜ਼ਾ ਕਰ ਲਿਆ ਹੈ। ਹਰਿਮੰਦਰ ਸਾਹਿਬ ਦਾ ਸਰੋਵਰ ਪੂਰਿਆ ਜਾ ਰਿਹਾ ਹੈ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੀ ਬੇਅਦਬੀ ਹੋ ਰਹੀ। ਗੁਰੂ ਗ੍ਰੰਥ ਸਾਹਿਬ ਦੀ ਸਰੂਪ ਨੂੰ ਲਿਖਦਿਆਂ ਹੋਇਆਂ ਖੜੇ ਹੋ ਕੇ ਅਰਦਾਸ ਕਰਕੇ ਉਸ ਸਰੂਪ ਨੂੰ ਉੱਥੇ ਹੀ ਇੱਕ ਥਾਂ ਤੇ ਰੋਕ ਕੇ ਬਾਬਾ ਜੀ ਜਦੋਂ ਉੱਪਰ ਆਏ, ਉੱਪਰ ਆ ਕੇ ਉਹਨਾਂ ਨੇ ਆਪਦੀ ਤਲਵਾਰ ਚੱਕ ਲਈ। ਕਹਿੰਦੇ ਨੇ ਕਿ ਸੰਤ ਨੇ ਕਲਮ ਰੱਖੀ, ਸਿਪਾਹੀ ਨੇ ਤਲਵਾਰ ਉਠਾਈ। ਜਦੋਂ ਤੱਕ ਉਹ ਸੰਤ ਸਨ ਉਦੋਂ ਤੱਕ ਕਲਮ ਨਾਲ ਗੁਰਬਾਣੀ ਲਿਖ ਰਹੇ ਸਨ, ਲੇਕਿਨ ਜਦੋਂ ਕਿਸੇ ਧਰਮ ਅਸਥਾਨ ਦੀ ਬੇਅਦਬੀ ਬਾਰੇ ਕੰਨ 'ਚ ਆਵਾਜ਼ ਪਈ, ਫਿਰ ਉਸੇ ਸਰੀਰ ਵਿੱਚ ਇੱਕ ਸਿਪਾਹੀ ਜਾਗਿਆ। ਫਿਰ ਕਲਮ ਰੱਖ ਕੇ ਅਰਦਾਸ ਕਰਕੇ ਫਿਰ ਉਸ ਸਿਪਾਹੀ ਨੇ ਤਲਵਾਰ ਉਠਾਈ ਤੇ ਫਿਰ ਉਹ ਮੈਦਾਨੇ ਜੰਗ ਵਿੱਚ ਆਇਆ। ਇਹ ਕਰਾਮਾਤ ਗੁਰੂ ਗੋਬਿੰਦ ਸਿੰਘ ਨੇ ਦੁਨੀਆ ਨੂੰ ਦਿੱਤੀ। ਤਾਂ ਉਹ ਇਸ ਤਰ੍ਹਾਂ ਦੇ ਸੰਤ ਵੀ ਸਨ ਤੇ ਸਿਪਾਹੀ ਵੀ ਸਨ, ਜਿਨ੍ਹਾਂ ਨੇ ਆਪਣੇ ਜੀਵਨ ਵਿੱਚ ਪਰਉਪਕਾਰਾਂ ਦਾ ਏਡਾ ਵੱਡਾ ਇਤਿਹਾਸ ਰਚਿਆ ਕਿ ਜੋ ਕਿਸੇ ਵੀ ਜਰਨੈਲ ਦੇ ਹਿੱਸੇ 'ਚ ਨਹੀਂ ਆਇਆ। ਇਹ ਜਿਹੜਾ ਅੱਜ ਹਰੀ ਸਿੰਘ ਨੂੰ ਸਭ ਤੋਂ ਵੱਡਾ ਜਰਨੈਲ ਮੰਨਿਆ ਗਿਆ, ਇਕੱਲੇ ਜੰਗਾਂ ਯੁੱਧਾਂ ਕਰਕੇ ਨਹੀਂ ਮੰਨਿਆ ਗਿਆ। ਉਹਦੇ ਜੀਵਨ ਉੱਤੇ ਬੜੀ ਤਗੜੀ ਸਟੱਡੀ ਕੀਤੀ ਗਈ ਹੈ ਵਰਲਡ ਦੇ ਵਿੱਚ।
ਦੂਜਿਆਂ ਜਰਨੈਲਾਂ ਦੇ ਨਾਲ ਉਹਦਾ ਮੁਕਾਬਲਾ ਕੀਤਾ ਗਿਆ ਹੈ। ਉਸ ਮੁਕਾਬਲੇ ਦੇ ਵਿੱਚ ਉਹ ਦੂਸਰੇ ਜਰਨੈਲ ਕੇਵਲ ਜਰਨੈਲ ਨੇ। ਹਰੀ ਸਿੰਘ ਨਲੂਆ ਜਿੱਥੇ ਜਰਨੈਲ ਹੈ ਉੱਥੇ ਇੱਕ ਪਰਉਪਕਾਰੀ ਆਤਮਾ ਵੀ ਹੈ, ਇੱਕ ਸੰਤ ਵੀ ਹੈ, ਇੱਕ ਸਿਪਾਹੀ ਵੀ ਹੈ। ਸੋ ਹਰੀ ਸਿੰਘ ਨੇ ਆਪਦੀ ਜ਼ਿੰਦਗੀ ਦੇ ਵਿੱਚ ਇਸ ਤਰ੍ਹਾਂ ਦੇ ਬਹੁਤ ਸਾਰੇ ਕੰਮ ਕੀਤੇ ਜਿਨ੍ਹਾਂ ਨਾਲ ਉਹਨਾਂ ਨੇ ਜਿੱਥੇ ਆਪਦੀ ਸੂਰਬੀਰਤਾ ਵਿਖਾਈ ਉੱਥੇ ਉਹਨਾਂ ਨੇ ਆਪਦੀ ਉਹ ਸੇਵਾ ਵੀ ਨਿਭਾਈ ਜਿਹੜੀ ਉਹਨੂੰ ਧਾਰਮਿਕ ਤੌਰ ਤੇ ਪ੍ਰਾਪਤ ਹੋਈ ਸੀ। ਇੱਥੇ ਇੱਕ ਚੀਜ਼ ਹੋਰ ਹੈ ਕਿ ਕਿਉਂਕਿ ਇਤਿਹਾਸਾਂ ਦੇ ਵਿੱਚ ਵੇਖਣ ਤੋਂ ਬਾਅਦ ਵਾਚਨ ਤੋਂ ਬਾਅਦ ਇੱਕ ਚੀਜ਼ ਹੋਰ ਵੀ ਮੈਨੂੰ ਵੇਖਣ ਨੂੰ ਮਿਲੀ ਕਿ ਹਰੀ ਸਿੰਘ ਨੇ ਮਿਸਟਰ ਕਲਾਰਕ ਕੋਲੋਂ, ਕਿਉਂਕਿ ਮਿਸਟਰ ਕਲਾਰਕ ਜਿਹੜੇ ਸੀ ਵੈਂਕਟੂਰਾ ਤੇ ਅਲਾਰਕ, ਇਹ ਤਿੰਨ ਫੌਜੀ ਜਰਨੈਲ ਸਨ ਜੋ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸਨ ਔਰ ਇਹ ਤੋਹਫਾਂ ਦੇ ਇੰਚਾਰਜ ਹੋਇਆ ਕਰਦੇ ਸਨ। ਉਹ ਕਿਉਂਕਿ ਕਮਾਂਡਰ ਇਨ ਚੀਫ ਸੀ, ਉਹਨਾਂ ਦੇ ਮਤਹਿਤ ਇਹ ਅਫਸਰ ਸਨ ਤੇ ਉਹਨਾਂ ਨਾਲ ਇਹਨਾਂ ਦਾ ਹਰੀ ਸਿੰਘ ਨਾਲ ਇਹਨਾਂ ਦਾ ਮੇਲ ਮਿਲਾਪ ਬਾਰ-ਬਾਰ ਦਿਹਾੜੀ 'ਚ ਹੁੰਦਾ ਸੀ। ਹਰੀ ਸਿੰਘ ਨੇ ਇਹਨਾਂ ਦੇ ਕੋਲੋਂ ਅੰਗਰੇਜ਼ੀ ਭਾਸ਼ਾ ਪੂਰੀ ਤਰ੍ਹਾਂ ਸਿੱਖੀ ਹੋਈ ਸੀ। ਜਦੋਂ ਵੀ ਸਿੱਖ ਰਾਜ ਦੀ ਗੱਲ ਅੰਗਰੇਜ਼ਾਂ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਹੋਇਆ ਕਰਦੀ ਸੀ, ਉਹ ਸਾਰੀ ਗੱਲਬਾਤ ਸਰਦਾਰ ਹਰੀ ਸਿੰਘ ਨਲੂਆ ਕਰਿਆ ਕਰਦੇ ਸਨ। ਉਧਰ ਅੰਗਰੇਜ਼ੀ 'ਚ ਕਰਨੀ, ਉਸ ਅੰਗਰੇਜ਼ੀ ਦੀ ਟਰਾਂਸਲੇਸ਼ਨ ਮਹਾਰਾਜਾ ਰਣਜੀਤ ਸਿੰਘ ਨੂੰ ਦੱਸਣੀ, ਉਹਦੇ ਤੇ ਫਿਰ ਫੈਸਲਾ ਕਰਕੇ ਉਹਨਾਂ ਨੂੰ ਫਿਰ ਅੰਗਰੇਜ਼ੀ ਦੇ ਵਿੱਚ ਜਵਾਬ ਦੇਣਾ ਜਾਂ ਖਤੋ ਖਤਾਬ ਜੋ ਵੀ ਕਰਨਾ, ਇਹ ਸਾਰਾ ਕੁਝ ਹਰੀ ਸਿੰਘ ਕਰਿਆ ਕਰਦੇ ਸੀ। ਸਰਦਾਰ ਹਰੀ ਸਿੰਘ ਨਲੂਆ ਉਹਨਾਂ ਕੋਲ ਜਿਹੜੀ ਜਗੀਰ ਸੀ ਉਹ ਉਸ ਜਗੀਰ ਦਾ ਅੱਧਾ ਭਾਗ ਇਮਾਰਤਾਂ ਉਸਾਰਨ ਤੇ ਲਾਉਂਦੇ ਸਨ। ਉਹ ਉਹਨਾਂ ਦਾ ਸ਼ੌਂਕ ਸੀ। 56 ਇਮਾਰਤਾਂ ਸਰਦਾਰ ਹਰੀ ਸਿੰਘ ਨਲੂਏ ਨੇ ਬੜੀਆਂ ਮਜ਼ਬੂਤ ਤੇ ਬੜੀਆਂ ਕਮਾਲ ਦੀਆਂ ਉਸਾਰੀਆਂ, ਜਿਨ੍ਹਾਂ ਵਿੱਚ ਬਾਗ ਵੀ ਆਉਂਦੇ ਨੇ, ਜਿਨ੍ਹਾਂ ਦਾ ਜ਼ਿਕਰ ਮੈਂ ਪਹਿਲਾਂ ਕਰ ਚੁੱਕਿਆ ਹਾਂ। ਮਸਜਿਦਾਂ, ਮੰਦਿਰ, ਗੁਰਦੁਆਰੇ, ਬਾਗ, ਕਿਲੇ, ਇਸ ਤਰ੍ਹਾਂ ਦੀਆਂ ਉਹ ਇਮਾਰਤਾਂ ਨੇ। ਆਪਦੀ ਜਗੀਰ ਦੀ ਆਮਦਨੀ ਦਾ ਅੱਧਾ ਹਿੱਸਾ 50% ਹਿੱਸਾ ਉਹ ਇਮਾਰਤਾਂ ਉਸਾਰਨ ਤੇ ਲਾਉਂਦੇ ਸਨ ਤੇ 50% ਜਿਹੜਾ ਅੱਧਾ ਹਿੱਸਾ ਸੀ ਉਹ ਆਪਦੀ ਫੌਜ ਦੇ ਉੱਤੇ ਖਰਚ ਕਰਦੇ ਸਨ। ਆਪਦੇ ਫੌਜੀ ਜਵਾਨਾਂ ਦੇ ਨਵੇਂ ਬਸਤਰ, ਨਵੇਂ ਸ਼ਸਤਰ, ਨਵੇਂ ਘੋੜੇ, ਔਰ ਜਿਹੜੇ ਫੌਜੀਆਂ ਦੇ ਪਰਿਵਾਰ ਦੇ ਵਿੱਚ ਕੋਈ ਮਾਲੀ ਹਾਲਾਤ ਸਨ, ਜਿਹੜੇ ਕੋਈ ਬਹੁਤ ਗਰੀਬ ਹੁੰਦੇ ਸਨ, ਉਹਨਾਂ ਦੀਆਂ ਲੜਕੀਆਂ ਬੱਚੀਆਂ ਦੀਆਂ ਸ਼ਾਦੀਆਂ ਹੁੰਦੀਆਂ ਸਨ, ਉਹਨਾਂ ਵਿੱਚ ਸਰਦਾਰ ਹਰੀ ਸਿੰਘ ਵੱਲੋਂ ਵੱਖਰੇ ਤੋਹਫੇ ਜਾਇਆ ਕਰਦੇ ਸਨ। ਆਪਦੀ ਫੌਜ ਦਾ ਪੂਰਾ ਧਿਆਨ ਰੱਖਣਾ। ਫੌਜ ਵਿੱਚ ਜੇ ਕਿਸੇ ਵੇਲੇ ਕੋਈ ਬਿਮਾਰੀ ਆ ਗਈ, ਕਿਉਂਕਿ ਉਸ ਜ਼ਮਾਨੇ 'ਚ ਕੋਈ ਹੈਜੇ ਦੀ ਬਿਮਾਰੀ, ਕੋਈ ਹੋਰ ਬਿਮਾਰੀਆਂ ਫੈਲਿਆ ਕਰਦੀਆਂ ਸਨ, ਉਹਦਾ ਸਾਰਾ ਦਾ ਸਾਰਾ ਇਲਾਜ ਸਰਦਾਰ ਹਰੀ ਸਿੰਘ ਆਪਦੇ ਵੱਲੋਂ ਕਰਵਾਇਆ ਕਰਦੇ ਸਨ। ਆਪਦੀ ਫੌਜਾਂ ਨੂੰ ਨਵੇਂ ਸ਼ਸਤਰ ਦੇਣੇ, ਨਵੇਂ ਕੱਪੜੇ ਦੇਣੇ, ਉਹਨਾਂ ਨੂੰ ਸ਼ਿੰਗਾਰ ਕੇ ਰੱਖਣਾ, ਇਹ ਉਹਨਾਂ ਦਾ ਆਪਦਾ ਨਿੱਜੀ ਸ਼ੌਂਕ ਸੀ। ਔਰ ਸਰਦਾਰ ਹਰੀ ਸਿੰਘ ਨਲੂਏ ਦਾ ਆਪਣਾ ਜੀਵਨ ਪੱਧਰ ਇੱਕ ਬਹੁਤ ਸਿੰਪਲ, ਸਧਾਰਨ ਤੇ ਸਾਦਾ ਸੀ। ਆਪ ਸਿੰਪਲ ਜਿਹਾ ਜੀਵਨ ਬਤੀਤ ਆਪਣੇ ਪਰਿਵਾਰ ਨਾਲ ਕਰਦੇ ਸਨ। ਹਰੀ ਸਿੰਘ ਨਲੂਏ ਜੀ ਦੇ 2 ਪੁੱਤਰ ਸਨ, ਜਿਨ੍ਹਾਂ ਵਿੱਚ ਇੱਕ ਪਹਿਲਾ ਪੁੱਤਰ, ਵੱਡਾ ਪੁੱਤਰ ਦਾ ਨਾਮ ਸਰਦਾਰ ਜਵਾਹਰ ਸਿੰਘ ਹੈ, ਦੂਸਰੇ ਦਾ ਨਾਮ ਸਰਦਾਰ ਅਰਜਨ ਸਿੰਘ ਆਉਂਦਾ ਹੈ। ਇਹ ਹਰੀ ਸਿੰਘ ਨਲੂਏ ਦੇ ਆਪ ਦੇ 2 ਪੁੱਤਰ ਸਨ, ਜੋ ਫੌਜੀ ਜਰਨੈਲ ਸਨ, ਜਿਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਮਰਨ ਤੋਂ ਬਾਅਦ ਹੋਈਆਂ ਜੰਗਾਂ ਵਿੱਚ, ਹਰੀ ਸਿੰਘ ਨਲੂਏ ਦੀ ਮੌਤ ਤੋਂ ਬਾਅਦ ਹੋਈਆਂ ਜੰਗਾਂ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ। ਹਰੀ ਸਿੰਘ ਨਲੂਏ ਨੂੰ ਮਹਾਰਾਜਾ ਰਣਜੀਤ ਸਿੰਘ ਆਪਣਾ ਭਰਾ ਸਮਝਦੇ ਸਨ। ਔਰ ਇੱਥੇ ਵੀ ਜ਼ਰੂਰੀ ਹੈ ਕਿ ਇਤਿਹਾਸਕਾਰਾਂ ਦੇ ਸੋਚ ਤੇ ਲਿਖਣ ਤੇ ਮਤ ਅਨੁਸਾਰ ਹਰੀ ਸਿੰਘ ਦੀ ਮੌਤ ਤੋਂ ਬਾਅਦ ਰਣਜੀਤ ਸਿੰਘ ਇੱਕਦਮ ਦਿਲ ਛੱਡ ਗਏ ਸਨ ਤੇ ਬਾਰ-ਬਾਰ ਉਹਨਾਂ ਨੂੰ ਹਰੀ ਸਿੰਘ ਦੀ ਯਾਦ ਆਉਂਦੀ ਸੀ ਤੇ ਕਹਿੰਦੇ ਨੇ ਕਿ ਦਰਬਾਰ ਵਿੱਚ ਵੀ, ਗੁਰਦੁਆਰਿਆਂ ਵਿੱਚ ਵੀ ਜਦੋਂ ਉਹਨਾਂ ਨੇ ਜਾਣਾ, ਉੱਥੇ ਵੀ ਹਰੀ ਸਿੰਘ ਕਰਿਆ ਕਰਦੇ ਸਨ।
ਉਹਨਾਂ ਦੇ ਮੂੰਹ ਆਮ ਇਹ ਗੱਲ ਨਿਕਲਿਆ ਕਰਦੀ ਸੀ ਕਿ ਹਰੀ ਸਿੰਘਾ, ਜੇ ਤੂੰ ਉੱਤੇ ਬੈਠੇ ਦਾ ਵੀ ਮੈਨੂੰ ਕਿਤੇ ਪਤਾ ਲੱਗ ਜਾਏ ਤੇ ਮੈਨੂੰ ਜੇ ਉਸ ਪਰਮਾਤਮਾ ਬਲ ਬਖਸ਼ੇ ਤੇ ਮੈਂ ਤੈਨੂੰ ਉੱਤੋਂ ਪੌੜੀਆਂ ਲਾ ਕੇ ਵੀ ਉਤਾਰ ਲਵਾਂ, ਮੇਰਾ ਤੇਰੇ ਬਿਨਾਂ ਜੀ ਨਹੀਂ ਲੱਗਦਾ। ਇਹ ਆਲਮ ਸੀ ਹਰੀ ਸਿੰਘ ਦੀ ਮੌਤ ਤੋਂ ਬਾਅਦ। ਕੁਝ ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ ਵਿੱਚ ਜੋ ਹੌਲੀ ਹੌਲੀ ਆਪਦਾ ਤੌਰ ਤਰੀਕਾ ਡੋਗਰੇ ਚਲਾ ਰਹੇ ਸਨ, ਉਹਦੀ ਪਰਖ ਹਰੀ ਸਿੰਘ ਨੇ ਕੀਤੀ ਸੀ। ਮਹਾਰਾਜਾ ਰਣਜੀਤ ਸਿੰਘ ਧਿਆਨ ਸਿੰਘ ਡੋਗਰੇ ਉੱਤੇ ਲੋਹੜੇ ਦਾ ਇਤਬਾਰ ਕਰਦੇ ਸਨ। ਉਹਨਾਂ ਨੂੰ ਧਿਆਨ ਸਿੰਘ ਡੋਗਰੇ ਬਾਰੇ ਕੁਝ ਵੀ ਕਹਿ ਦਿੱਤਾ ਜਾਏ, ਉਹ ਕਿਸੇ ਦੀ ਵੀ ਗੱਲ ਮੰਨਣ ਲਈ ਕਦੇ ਤਿਆਰ ਨਹੀਂ ਸਨ, ਭਾਵੇਂ ਮਹਾਰਾਜਾ ਰਣਜੀਤ ਸਿੰਘ ਦੇ ਆਪ ਦੇ ਪੁੱਤਰ ਹੀ ਕਿਉਂ ਨਾ ਹੋਣ। ਉਹ ਕਿਸੇ ਦੀ ਗੱਲ ਸੁਣਦੇ ਨਹੀਂ ਸਨ। ਉਹਨਾਂ ਨੇ ਆਮ ਕਿਹਾ ਹੋਇਆ ਸੀ ਕਿ ਧਿਆਨ ਸਿੰਘ ਬਾਰੇ ਮੇਰੇ ਨਾਲ ਕੋਈ ਬੰਦਾ ਗੱਲ ਨਹੀਂ ਕਰ ਸਕਦਾ। ਇਹ ਕੇਵਲ ਤੇ ਕੇਵਲ ਗੱਲ ਕਰਨ ਦੀ ਪਾਵਰ ਸਰਦਾਰ ਹਰੀ ਸਿੰਘ ਨਲੂਆ ਜੀ ਕੋਲ ਸੀ। ਇੱਕ ਵਾਰੀ ਸਰਦਾਰ ਹਰੀ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਧਿਆਨ ਸਿੰਘ ਬਾਰੇ ਕਾਫੀ ਸਮਝਾਇਆ ਸੀ, ਲੇਕਿਨ ਧਿਆਨ ਸਿੰਘ ਦੇ ਸੂਹੀਆਂ ਨੇ, ਉਹ ਬਹੁਤ ਤੇਜ਼ ਤੇ ਚਲਾਕ ਆਦਮੀ ਸੀ, ਉਹਦੇ ਬਾਰੇ ਵੀ ਕਿਸੇ ਵੀਡੀਓ ਤੇ ਜ਼ਿਕਰ ਕਰਾਂਗੇ ਆਪਾਂ। ਉਹ ਵੀ ਆਪਣੀ ਮਿੱਟੀ ਦਾ ਬਣਿਆ ਐਸਾ ਵਿਅਕਤੀ ਸੀ ਕਿ ਉਹੋ ਜਿਹਾ ਵਿਅਕਤੀ ਵੀ ਦੁਬਾਰਾ ਨਹੀਂ ਦੁਨੀਆ ਤੇ ਆਇਆ। ਜਿੱਡਾ ਤਿੱਖਾ ਤੇਜ਼ ਤਰਾਜ ਉਹ ਵਿਅਕਤੀ ਸੀ, ਉਹੋ ਜਿਹਾ ਕੋਈ ਵੀ ਨਹੀਂ ਸੀ। ਇੱਕ ਦਿਉੜੀ ਬਰਦਾਰ ਤੋਂ ਉੱਠ ਕੇ ਵਜ਼ੀਰ ਆਜ਼ਮ ਬਣ ਜਾਣਾ, ਇਹ ਉਹਦੀ ਦਿਮਾਗ ਦੀ ਕਲਾਕਾਰੀ ਸੀ। ਔਰ ਮਹਾਰਾਜਾ ਰਣਜੀਤ ਸਿੰਘ ਜੋ ਇੱਕ ਬਹੁਤ ਸੂਝਵਾਨ ਵਿਅਕਤੀ ਸਨ, ਬਹੁਤ ਸੂਝਵਾਨ, ਬੜੀ ਦੂਰ ਦੀ ਸੋਚ ਰੱਖਦੇ ਸਨ, ਤਾਂ ਹੀ ਤਾਂ ਏਡਾ ਵੱਡਾ ਅੰਪਾਇਰ ਖੜਾ ਕਰਨਾ, ਏਡੀ ਵੱਡਾ ਰਾਜ ਖੜਾ ਕਰਨਾ ਔਰ ਅੰਗਰੇਜ਼ਾਂ ਦੇ ਮੁਕਾਬਲੇ ਖੜਾ ਕਰਨਾ। ਅੰਗਰੇਜ਼ ਮਹਾਰਾਜਾ ਰਣਜੀਤ ਸਿੰਘ ਤੋਂ ਡਰਿਆ ਕਰਦੇ ਸਨ। ਜਦੋਂ ਹਰੀ ਸਿੰਘ ਨਲੂਏ ਰਾਹੀਂ ਅੰਗਰੇਜ਼ਾਂ ਦੇ ਖਿਲਾਫ ਦੂਸਰਿਆਂ ਦੇਸ਼ਾਂ ਵਿੱਚ ਜਦੋਂ ਜਿਹੜੇ ਅੰਗਰੇਜ਼ਾਂ ਦੇ ਉਲਟ ਚੱਲ ਰਹੇ ਸਨ, ਉਹਨਾਂ ਨਾਲ ਜਦੋਂ ਗੱਲਬਾਤ ਚੱਲੀ, ਅੰਗਰੇਜ਼ਾਂ ਨੂੰ ਪਤਾ ਲੱਗਿਆ ਕਿ ਇਸ ਪਾਸਿਓਂ ਜੇ ਮਹਾਰਾਜਾ ਰਣਜੀਤ ਸਿੰਘ ਜੁੜ ਗਿਆ ਤੇ ਸਾਡਾ ਕੱਖ ਵੀ ਨਹੀਂ ਰਹਿਣਾ। ਇਸ ਕਰਕੇ ਉਹ ਰਣਜੀਤ ਸਿੰਘ ਤੋਂ ਕੰਬਦੇ ਸਨ, ਹਰੀ ਸਿੰਘ ਨਲੂਆ ਕਰਕੇ। ਲੇਕਿਨ ਜਦੋਂ ਹਰੀ ਸਿੰਘ ਨੇ ਧਿਆਨ ਸਿੰਘ ਡੋਗਰਾ ਤੇ ਡੋਗਰੇ ਭਰਾਵਾਂ ਬਾਰੇ ਰਣਜੀਤ ਸਿੰਘ ਨੂੰ ਸਮਝਾਇਆ, ਰਣਜੀਤ ਸਿੰਘ ਨੇ ਥੋੜਾ ਜਿਹਾ ਕਦਮ ਉਹਨਾਂ ਤੋਂ ਪਿੱਛੇ ਹਟਿਆ। ਕੁਛ ਚੀਜ਼ਾਂ ਮਹਾਰਾਜਾ ਰਣਜੀਤ ਸਿੰਘ ਉਹਨਾਂ ਨੂੰ ਦੱਸੇ ਬਗੈਰ ਕਰਨੀਆਂ ਸ਼ੁਰੂ ਕਰ ਦਿੱਤੀਆਂ, ਜਿਹੜੀਆਂ ਉਹਨਾਂ ਨੂੰ ਬਰਦਾਸ਼ਤ ਨਹੀਂ ਸਨ। ਪਰ ਉਹ ਏਡੇ ਜ਼ਾਲਮ ਸਨ ਕਿ ਜਿਸ ਬਾਦਸ਼ਾਹ ਨੇ ਉਹਨਾਂ ਨੂੰ ਦਿਉੜੀ ਤੋਂ ਚੱਕ ਕੇ ਜੰਮੂ ਤੋਂ ਲਿਆ ਕੇ ਵਜ਼ੀਰ ਆਜ਼ਮ ਬਣਾਤਾ, ਜਿਨ੍ਹਾਂ ਨੇ ਉਹਨਾਂ ਦਾ ਨਮਕ ਖਾਧਾ, ਉਹਨੂੰ ਵੀ ਨਹੀਂ ਸੀ ਬਖਸ਼ਿਆ। ਇਤਿਹਾਸਕਾਰਾਂ ਦੇ ਵਿਚਾਰਾਂ ਮੁਤਾਬਕ ਨੌਨਿਹਾਲ ਦੀ ਸ਼ਾਦੀ ਵਿੱਚ ਮਹਾਰਾਜਾ ਰਣਜੀਤ ਸਿੰਘ ਨੂੰ ਅੰਗਰੇਜ਼ੀ ਸ਼ਰਾਬ ਸ਼ੁਰੂ ਕਰਾ ਦਿੱਤੀ ਗਈ ਔਰ ਉਸ ਅੰਗਰੇਜ਼ੀ ਸ਼ਰਾਬ ਰਣਜੀਤ ਸਿੰਘ ਦੇ ਪੋਤੇ ਦੀ ਸ਼ਾਦੀ ਵਿੱਚ ਅੰਗਰੇਜ਼ ਲੈ ਕੇ ਆਏ ਸਨ, ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਨੌਨਿਹਾਲ ਦੀ ਸ਼ਾਦੀ ਕੀਤੀ ਸੀ ਆਪਦੇ ਟਾਈਮ 'ਚ, ਔਰ ਉਹ ਸ਼ਾਦੀ ਸੰਸਾਰ ਦੀ ਸਭ ਤੋਂ ਵੱਡੀ ਸ਼ਾਦੀ ਸੀ। ਉਹਦਾ ਵੀ ਕਦੀ ਜ਼ਿਕਰ ਕਰਾਂਗੇ। ਉਸ ਸ਼ਾਦੀ ਵਿੱਚ ਹਿੰਦੁਸਤਾਨ ਦੇ ਦੇਸੀ ਰਿਆਸਤਾਂ ਦੇ ਸਾਰੇ ਰਾਜੇ, ਕਾਬਲ ਕੰਧਾਰ ਤੱਕ ਦੇ ਸਾਰੇ, ਈਰਾਨ ਤੱਕ ਦੇ, ਤਹਿਰਾਨ ਤੱਕ ਦੇ, ਅਰਬ ਤੱਕ ਦੇ ਬਹੁਤ ਸਾਰੇ ਰਾਜੇ ਉਹਦੇ 'ਚ ਬੁਲਾਏ ਗਏ ਸਨ। ਉਹਦੇ ਵਿੱਚ ਅੰਗਰੇਜ਼ ਵੀ ਬੁਲਾਏ ਗਏ ਸਨ ਤੇ ਦਿੱਲੀ ਦੇ ਰੈਜ਼ੀਡੈਂਟ ਵੱਲੋਂ, ਵਾਇਸਰਾਏ ਆਫ ਇੰਡੀਆ ਵੱਲੋਂ ਆਪਦੇ ਕੋਈ ਪੋਲੀਟੀਕਲ ਏਜੰਟ ਭੇਜੇ ਗਏ ਸਨ, ਜੋ ਕੁਛ ਪੇਟੀਆਂ ਸ਼ਰਾਬ ਅੰਗਰੇਜ਼ੀ ਲੈ ਕੇ ਆਏ ਸਨ। ਤੇ ਉਹ ਅੰਗਰੇਜ਼ੀ ਸ਼ਰਾਬ ਮਹਾਰਾਜਾ ਰਣਜੀਤ ਸਿੰਘ ਨੂੰ ਧਿਆਨ ਸਿੰਘ ਡੋਗਰੇ ਨੇ ਆਪ ਪਾ ਕੇ ਪਿਆ ਕੇ ਉਹਨੂੰ ਸ਼ਰਾਬ ਦਾ ਆਦੀ ਕਰ ਦਿੱਤਾ ਸੀ। ਤੇ ਉਸ ਸ਼ਰਾਬ ਦੇ ਵਿੱਚ ਕੁਛ ਨਾ ਕੁਛ ਪਾ ਕੇ ਰਣਜੀਤ ਸਿੰਘ ਨੂੰ ਹੌਲੀ ਹੌਲੀ ਖੋਰਨਾ ਸ਼ੁਰੂ ਕਰ ਦਿੱਤਾ ਸੀ। ਇਸ ਗੱਲ ਤੋਂ ਹਰੀ ਸਿੰਘ ਨੇ ਰਣਜੀਤ ਸਿੰਘ ਨੂੰ ਕਈ ਵਾਰੀ ਕਿਹਾ, ਰਣਜੀਤ ਸਿੰਘ ਨੇ ਉਹ ਕੰਮ ਤੇ ਕੰਟਰੋਲ ਕੀਤਾ
ਇਸ ਗੱਲ ਤੋਂ ਡੋਗਰੇ ਧਿਆਨ ਸਿੰਘ ਨੇ ਹਰੀ ਸਿੰਘ ਨੂੰ ਨਿਸ਼ਾਨੇ ਤੇ ਰੱਖ ਲਿਆ ਹੈ। ਕਹਿੰਦੇ ਸੀ ਕਿ ਜਿਹੜਾ ਧਿਆਨ ਸਿੰਘ ਡੋਗਰੇ ਦੀ ਨਿਸ਼ਾਨੀ ਤੇ ਆ ਜਾਂਦਾ ਸੀ, ਉਹ ਭਾਵੇਂ ਕਿੱਡਾ ਯੋਧਾ ਹੋਵੇ, ਉਹ ਬਚਦਾ ਨਹੀਂ ਸੀ। ਇੱਕ ਘਟਨਾ ਐਸੀ ਵਾਪਰੀ, ਨੌਨਿਹਾਲ ਦੀ ਸ਼ਾਦੀ ਚੱਲ ਰਹੀ ਹੈ, ਦੁਨੀਆ ਭਰ ਦੇ ਰਾਜੇ ਮਹਾਰਾਜੇ ਪਹੁੰਚੇ ਹੋਏ ਸਨ। ਮਹਾਰਾਜਾ ਰਣਜੀਤ ਸਿੰਘ ਨੇ ਆਪਦੀ ਸਾਰੀ ਫੌਜ ਨੂੰ ਹੁਕਮ ਕੀਤਾ ਕਿ ਮੀਲਾਂ ਤੱਕ ਟੈਂਟ ਲਾ ਕੇ, ਵਧੀਆ ਰਿਹਾਇਸ਼ਾਂ ਬਣਾ ਕੇ ਬਾਹਰੋਂ ਆਉਣ ਵਾਲੇ ਰਾਜੇ ਮਹਾਰਾਜਿਆਂ ਨੂੰ ਇੱਥੇ ਠਹਿਰਾਇਆ ਜਾਵੇ। ਉੱਥੇ ਵੱਖ-ਵੱਖ ਫੌਜੀ ਜਰਨੈਲਾਂ ਦੀਆਂ ਡਿਊਟੀਆਂ ਲਾਈਆਂ ਗਈਆਂ। ਹਰੀ ਸਿੰਘ ਨਲੂਆ ਨੂੰ ਵੀ ਕਿਹਾ ਤੁਸੀਂ ਵੀ ਪਹੁੰਚੋ ਔਰ ਉਹਦੀ ਫੌਜ ਦਾ ਇੰਨਾ % ਉਹ ਸਾਰਾ ਲਾਹੌਰ ਦਰਬਾਰ ਨੂੰ ਭੇਜ ਦਿਓ। ਬਹੁਤ ਸਾਰੀ ਫੌਜ ਹਰੀ ਸਿੰਘ ਨੇ ਵੀ ਲਾਹੌਰ ਦਰਬਾਰ ਨੂੰ ਭੇਜ ਦਿੱਤੀ। ਕੇਵਲ 7-8 ਹਜ਼ਾਰ ਜਵਾਨ ਉਹਨੇ ਆਪਣੇ ਕੋਲ ਰੱਖਿਆ। ਹਰੀ ਸਿੰਘ ਆਪ ਸਖਤ ਬਿਮਾਰ ਹੋ ਗਿਆ ਔਰ ਉਹ ਪਸ਼ਾਵਰ ਆਰਾਮ ਕਰ ਰਿਹਾ ਸੀ ਤੇ ਸ਼ਾਹੀ ਹਕੀਮ ਉਹਦਾ ਇਲਾਜ ਕਰ ਰਹੇ ਸਨ। ਹਰੀ ਸਿੰਘ ਨੂੰ ਜ਼ਿਆਦਾ ਬਿਮਾਰ ਹੋਣ ਕਰਕੇ ਮੰਜੇ ਤੋਂ ਉੱਠਣ ਤੱਕ ਵੀ ਮਨਾਹੀ ਹੋ ਗਈ ਸੀ। ਹੁਣ ਦर्रा ਖੈਬਰ ਦੇ ਵਿੱਚ ਉਸਾਰੇ ਗਏ ਕਿਲੇ, ਜੋ ਕਿ ਉੱਥੋਂ ਦੇ ਕਾਬਲ ਦੇ ਰਾਜੇ ਮਹਾਰਾਜਿਆਂ ਨੂੰ ਪਸੰਦ ਨਹੀਂ ਸਨ, ਕਿਉਂਕਿ ਦर्रा ਖੈਬਰ ਰਾਹੀਂ ਆਣ ਕੇ ਉਹ ਭਾਰਤ ਦੇ ਉੱਤੇ ਹਮਲਾਵਰ ਹੁੰਦੇ ਸਨ ਤੇ ਇੱਥੋਂ ਦਾ ਸਭ ਕੁਝ ਲੁੱਟ ਪੁੱਟ ਕੇ ਲੈ ਜਾਇਆ ਕਰਦੇ ਸਨ ਬੜੀ ਆਸਾਨੀ ਦੇ ਨਾਲ। ਉਹਨਾਂ ਨੂੰ ਕੋਈ ਬਾਹਲਾ ਰੋਕਣ ਵਾਲਾ ਨਹੀਂ ਸੀ ਹੁੰਦਾ ਤੇ ਬੜੀ ਆਸਾਨੀ ਨਾਲ ਉਹ ਜਿੱਤਾਂ ਦਿੱਲੀ ਤੱਕ ਜਿੱਤਿਆ ਕਰਦੇ ਸਨ। ਕਾਬਲ ਦਾ ਹਾਕਮ ਦੋਸਤ ਮੁਹੰਮਦ ਖਾਨ, ਉਹਦੇ ਕੋਲ ਇੱਕ ਖਬਰ ਪਹੁੰਚੀ ਕਿ ਹਰੀ ਸਿੰਘ ਪੇਸ਼ਾਵਰ ਵਿੱਚ ਬਿਮਾਰ ਪਿਆ। ਮਹਾਰਾਜਾ ਰਣਜੀਤ ਸਿੰਘ ਦੀ ਪੋਤੇ ਨੌਨਿਹਾਲ ਦੀ ਸ਼ਾਦੀ ਹੈ। ਉਹ ਕਹਿੰਦਾ ਕਿ ਉਹਦਾ ਸੱਦਾ ਮੈਨੂੰ ਵੀ ਆਇਆ, ਪਰ ਮੈਂ ਜਾਣਾ ਨਹੀਂ, ਮੇਰੀ ਉਹਨਾਂ ਨਾਲ ਬਣਦੀ ਘੱਟ ਹੈ। ਉਹਨਾਂ ਨੇ ਕਿਹਾ ਕਿ ਬਹੁਤ ਸਾਰੀ ਖਾਲਸਾ ਫੌਜ ਅਟਾਰੀ ਪਹੁੰਚੀ ਹੋਈ ਹੈ ਤੇ ਉੱਥੇ ਫਸੀ ਹੋਈ ਹੈ, ਪਿੱਛੋਂ ਫੌਜੀ ਇਮਦਾਦ ਆਉਣ ਵਾਲੀ ਨਹੀਂ। ਹਰੀ ਸਿੰਘ ਪੇਸ਼ਾਵਰ 'ਚ ਬਿਮਾਰ ਪਿਆ। 1000 ਸਿਪਾਹੀ ਕਿਲਾ ਜਮਰੌਦ ਵਿੱਚ ਨੇ ਸਿਰਫ। ਇਹ ਬੜਾ ਮੌਕਾ ਹੈ ਕਿ ਜੇ ਆਪਾਂ ਹਮਲਾ ਕਰ ਦਈਏ ਤੇ ਆਪਾਂ ਪੇਸ਼ਾਵਰ ਤੱਕ ਜਿੱਤ ਸਕਦੇ ਹਾਂ। ਦੋਸਤ ਮੁਹੰਮਦ ਖਾਨ ਨੂੰ ਇਹ ਗੱਲ ਬੜੀ ਚੰਗੀ ਲੱਗੀ। ਉਸਨੇ ਇਹ ਮੌਕਾ ਹੱਥੋਂ ਨਹੀਂ ਜਾਣ ਦੇਣ ਬਾਰੇ ਉਹਨੇ ਵਿਚਾਰ ਕੀਤਾ। ਉਸਨੇ ਆਪਦੇ ਨਾਲ ਲੱਗਦੀਆਂ ਹੋਰ ਮੁਸਲਮਾਨ ਰਿਆਸਤਾਂ ਨੂੰ ਵੀ ਸੱਦੇ ਭੇਜੇ। ਉਹਨਾਂ ਸਾਰੇ ਪਠਾਨਾਂ ਨੂੰ ਇਕੱਠਿਆਂ ਕਰਕੇ ਉਹਨੇ ਆਖਿਆ ਕਿ ਧਰਮ ਯੁੱਧ ਦਾ ਸਵਾਲ ਜੇ ਆ ਖਾਲਸਾ ਰਾਜ ਵਾਲੇ ਦर्रा ਖੈਬਰ ਦੇ ਉੱਤੇ ਆ ਕੇ ਉਹਨਾਂ ਨੇ ਕਿਲੇ ਉਸਾਰ ਲਏ ਨੇ। ਇਹਨਾਂ ਦਾ ਅਗਲਾ ਨਿਸ਼ਾਨਾ ਕਾਬਲ ਤੇ ਹਮਲਾ ਹੈ, ਉਸ ਤੋਂ ਬਾਅਦ ਕੰਧਾਰ ਤੇ ਹਮਲਾ ਹੈ, ਉਸ ਤੋਂ ਬਾਅਦ ਇਹਨਾਂ ਨੇ ਸਾਰੇ ਅਫਗਾਨਿਸਤਾਨ ਨੂੰ ਤੇ ਅੱਗੇ ਅਰਬ ਦੇਸ਼ਾਂ ਤੱਕ ਵਧਣਾ ਹੈ। ਇਹ ਰੋਜ਼ ਵੱਧਦੇ ਨੇ, ਇਹ ਆਪਾਂ ਸਾਰਿਆਂ ਨੂੰ ਲੈ ਜਾਣਗੇ। ਤੇ ਧਰਮ ਦਾ ਸਵਾਲ ਜੇ ਕਿ ਇਹ ਧਰਮ ਯੁੱਧ ਮੰਨ ਕੇ ਡਟ ਕੇ ਲੜੋ। ਆਹ ਵੇਖੋ ਮੇਰੇ 5 ਪੁੱਤਰ, ਉਹਨਾਂ ਨੂੰ ਉਹਨੇ ਗਾਨੇ ਬੰਨ੍ਹ ਦਿੱਤੇ, ਉਹਨਾਂ ਦੇ ਸਿਰ ਤੇ ਚਿੱਟੇ ਕੱਪੜੇ ਬੰਨ੍ਹ ਦਿੱਤੇ। ਕਹਿੰਦਾ ਵੀ ਇਹਨਾਂ ਦੇ ਸਿਰ ਤੇ ਕਫਨ ਬੰਨ੍ਹ ਦਿੱਤੇ ਨੇ, ਇਹਨਾਂ ਦੇ ਹੱਥਾਂ 'ਚ ਗਾਨੇ ਬੰਨ੍ਹ ਦਿੱਤੇ ਨੇ। ਇਹ ਮੇਰੇ 5 ਪੁੱਤਰ ਸਭ ਤੋਂ ਅੱਗੇ ਹੋਣਗੇ, ਤੁਸੀਂ ਤਗੜੇ ਹੋ ਕੇ ਨਾਲ ਆਓ ਤੇ ਇਹਨਾਂ ਨੂੰ ਸਿੱਖਾਂ ਨੂੰ ਇੱਥੋਂ ਉਡਾ ਕੇ ਚੱਕੀਏ ਤੇ ਸਾਰੇ ਪੰਜਾਬ ਦੇ ਉੱਤੇ ਕਬਜ਼ਾ ਕਰ ਲਈਏ। ਇਹ ਸਾਨੂੰ ਰੋਕਣ ਵਾਲੇ ਹੁੰਦੇ ਕੌਣ ਨੇ? ਸਾਡੇ ਵੱਡ ਵਡੇਰਿਆਂ ਨੇ ਦਿੱਲੀ ਤੱਕ ਲੁੱਟੀਆਂ ਨੇ। ਅਸੀਂ ਮੰਦਿਰਾਂ ਤੋਂ ਸੋਨਾ ਲਾਹ ਕੇ ਲਿਆਉਂਦੇ ਰਹੇ ਹਾਂ, ਅੱਜ ਇਹਨਾਂ ਨੇ ਸਾਡੇ ਰਸਤੇ ਬੰਦ ਕਰਤੇ ਨੇ। ਕੱਲ ਨੂੰ ਸਾਡੇ ਤੇ ਹਮਲਾਵਰ ਆਉਣਗੇ, ਇਹ ਸਾਨੂੰ ਬੰਦੀ ਬਣਾਉਣਗੇ। ਇਹ ਉਹ ਬਦਲੇ ਸਾਰੇ ਆਪਣੇ ਕੋਲ ਲੈ ਲੈਣਗੇ। ਜਿਹੜਾ ਧਨ ਮਾਲ ਅਸਾਂ ਨੇ ਸਾਡੇ ਵੱਡਿਆਂ ਵਡੇਰਿਆਂ ਨੇ ਲੁੱਟ ਕੇ ਉਧਰੋਂ ਲਿਆਂਦਾ ਸੀ, ਉਹ ਸਾਰਾ ਸਾਨੂੰ ਅੱਜ ਦੇਣਾ ਪੈ ਜਾਵੇਗਾ। ਤੇ ਮਿੱਤਰੋ, ਖਾਦੇ ਤੋਂ ਔਖਾ ਹੁੰਦਾ ਹੈ ਉਲਝਣਾ, ਤੇ ਤਗੜੇ ਹੋ ਜਾਓ। ਉਹਨੇ ਮੈਦਾਨ ਵਿੱਚ ਤਲਵਾਰ ਰੱਖ ਕੇ ਦਰਬਾਰ ਵਿੱਚ ਆਖਿਆ ਕਿ ਕੋਈ ਉੱਠੇ ਸੂਰਮਾ ਤੇ ਇਹ ਤਲਵਾਰ ਚੱਕੇ, ਤੇ ਪਾਣ ਦਾ ਬੀੜਾ ਰੱਖ ਦਿੱਤਾ, ਇਹ ਬੀੜਾ ਚਬਾਏ। ਉੱਥੇ ਬਹੁਤ ਸਾਰੇ ਪਠਾਨ ਇਕੱਠੇ ਹੋਏ, ਉਹਨਾਂ ਦੇ ਦੌੜੇ ਫਿਰ ਕੇ
ਉਹਨਾਂ ਨੇ ਕਿਹਾ ਕਿ ਇਹ ਕਿੱਡੀ ਕੁ ਵੱਡੀ ਗੱਲ ਹੈ, ਸਿੱਖ ਚੀਜ਼ ਕੀ ਨੇ ਜਿਨ੍ਹਾਂ ਨੇ ਸਿੱਖਾਂ ਬਾਰੇ ਕਦੀ ਸੋਚਿਆ ਵੀ ਨਹੀਂ ਸੀ, ਕਦੀ ਵੇਖੇ ਹੀ ਨਹੀਂ ਸਨ, ਕਿਉਂਕਿ ਉਹਨਾਂ ਨਾਲ ਕਦੀ ਵਾਹ ਪਿਆ ਹੀ ਨਹੀਂ ਸੀ। ਉਹਨਾਂ ਨੇ ਆਖਿਆ ਕਿ ਇਹ ਗੱਲ ਹੀ ਕੋਈ ਨਹੀਂ, ਖਾਨ ਸਾਹਿਬ ਅਸੀਂ ਬੈਠੇ ਹਾਂ, ਇੱਕ ਨਵਾਂ ਜਵਾਨ ਉੱਠਿਆ, ਉਹਦਾ ਇਤਿਹਾਸ ਵਿੱਚ ਨਾਂ ਸਾਮੀ ਖਾਨ ਆਉਂਦਾ ਹੈ। 7 ਫੁੱਟ ਦਾ ਕੱਦ ਸੀ, ਬਹੁਤ ਲੰਮਾ ਉੱਚਾ ਚੌੜਾ ਜਵਾਨ ਸੀ ਤੇ ਫੌਜੀ ਕਰਤੱਵ ਦੇ ਵਿੱਚ ਮਾਹਿਰ ਸੀ, ਲੋਹੜੇ ਦਾ ਲੜਾਕਾ ਸੀ। ਉਸ ਫੌਜੀ ਜਵਾਨ ਦੇ ਸ਼ਮੀ ਖਾਨ ਦੇ ਦਿਲ ਵਿੱਚ ਇੱਕ ਗੱਲ ਚੱਲਦੀ ਸੀ ਕਿ ਦੁਨੀਆ ਦੇ ਵਿੱਚ ਮੈਂ ਆਪਣੇ ਆਪ ਨੂੰ ਸਭ ਤੋਂ ਵੱਡਾ ਜਰਨੈਲ ਬਣ ਕੇ ਵਿਖਾਉਣਾ ਹੈ। ਨਾਲ ਹੀ ਉਹਦੇ ਦਿਮਾਗ 'ਚ ਇਹ ਗੱਲ ਆਉਂਦੀ ਸੀ ਕਿ ਇੱਕ ਹਰੀ ਸਿੰਘ ਨਲਵਾ ਜਰਨੈਲ ਹੈ ਜਿੱਥੋਂ ਸਾਡੇ ਪਠਾਨ ਵੀ ਡਰਦੇ ਨੇ, ਉਹ ਚੀਜ਼ ਕੀ ਹੈ, ਕਿਤੇ ਮੌਕਾ ਬਣੇ ਤੇ ਮੈਂ ਉਹਨੂੰ ਮਿਲਾਂ ਤੇ ਮੈਂ ਵੇਖਾਂ ਤੇ ਉਹਨੂੰ ਪੁੱਛਾਂ ਵੀ ਤੇਰੇ ਚੋਂ ਕੀ ਚੀਜ਼ ਏ ਜਿਹਦੇ ਕਰਕੇ ਤੂੰ ਏਡਾ ਦਲੇਰ ਬਣਿਆ। ਉਹਦੇ ਦਿਲ ਵਿੱਚ ਚਾਹ ਸੀ। ਅੱਜ ਜਦੋਂ ਜਹਾਦ ਦਾ ਨਾਅਰਾ ਲੱਗਾ, ਅੱਜ ਜਦੋਂ ਵੰਗਾਰ ਪਈ, ਤੇ ਉਹਦੇ ਦਿਲ 'ਚ ਚਾਹ ਸੀ ਕਿ ਮੈਨੂੰ ਮੌਕਾ ਮਿਲ ਰਿਹਾ ਹੈ, ਹਰੀ ਸਿੰਘ ਨੂੰ ਮੈਂ ਮਿਲਣਾ ਹੈ। ਸਭ ਤੋਂ ਪਹਿਲਾਂ ਉੱਠ ਕੇ ਉਹਨੇ ਪਾਣ ਦਾ ਬੀੜਾ ਮੂੰਹ 'ਚ ਪਾਇਆ ਤੇ ਤਲਵਾਰ ਚੱਕ ਕੇ ਸਲਾਮੀ ਦਿੱਤੀ ਦੋਸਤ ਮੁਹੰਮਦ ਖਾਨ ਨੂੰ ਤੇ ਆਖਿਆ, ਨਵਾਬ ਸਾਹਿਬ ਮੈਂ ਤਿਆਰ ਹਾਂ। ਉਹਨੇ ਆਖਿਆ ਕਿ ਮੇਰੇ 5 ਪੁੱਤਰ ਤੇਰੇ ਅੱਗੇ ਲੱਗ ਕੇ ਪੈਰ ਕਮਾਂਡ ਕਰਨਗੇ। ਪਿੱਛੋਂ ਸਾਰਿਆਂ ਨੇ ਜਿਹੜਾ ਐਲੀ ਐਲੀ ਦਾ ਨਾਅਰਾ ਲਾ ਕੇ ਜਿੰਨੇ ਜਹਾਦੀ ਸੀ ਸਾਰੇ ਇਕੱਠੇ ਹੋ ਕੇ 45,000 ਫੌਜ ਬਣੀ, ਜਿਨ੍ਹਾਂ ਨੇ ਜਮਰੌਦ ਤੇ ਹਮਲਾ ਕਰ ਦਿੱਤਾ। ਜਮਰੌਦ ਦੇ ਕਿਲੇ ਤੇ ਹਮਲਾ ਹੋਇਆ, ਉਹਦੇ ਵਿੱਚ 1,000 ਸਿਪਾਹੀ ਸੀ। 40-45,000 ਸਿਪਾਹੀਆਂ ਨੇ ਆ ਕੇ ਚਫੇਰੇ ਤੋਂ ਜਮਰੌਦ ਨੂੰ ਘੇਰ ਰਿਹਾ। ਤੋਪਾਂ, ਜਮੂਰਚੇ, ਤੇਗਾਂ, ਤਲਵਾਰਾਂ, ਨੇਜੇ, ਏਡੇ ਤਗੜੇ ਸ਼ਸਤਰ, ਏਡੇ ਯੋਧੇ, ਕਿਉਂਕਿ ਪਠਾਨ ਜਿਹੜੇ ਨੇ ਬਹੁਤ ਯੋਧੇ ਹੁੰਦੇ ਨੇ, ਬਹੁਤ ਬਲੀ ਹੁੰਦੇ ਨੇ, ਉਹਨਾਂ ਦੇ ਖਾਣ ਪਾਣ ਬਹੁਤ ਵੱਡੇ ਹੁੰਦੇ ਨੇ। ਜਿਹੜੇ ਫੌਜ ਵਿੱਚ ਭਰਤੀ ਹੁੰਦੇ ਨੇ ਉਹਨਾਂ ਨੂੰ ਲੋਕੀ ਪਹਿਲਵਾਨਾਂ ਦੀ ਤਰ੍ਹਾਂ ਪਾਲਿਆ ਜਾਂਦਾ, ਉਹਨਾਂ ਨੂੰ ਬਹੁਤ ਤਗੜਾ ਖਾਣ ਪੀਣ ਦਿੱਤਾ ਜਾਂਦਾ, ਇੱਥੇ ਬਹੁਤ ਤਗੜੀ ਫੌਜੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਟ੍ਰੇਨਿੰਗ ਦੇ ਨਾਲ ਨਾਲ ਉਹਨਾਂ ਨੂੰ ਮਾਨਸਿਕ ਤੌਰ ਤੇ ਏਡਾ ਬਲਵਾਨ ਬਣਾਇਆ ਜਾਂਦਾ ਕਿ ਤੇਰੇ ਵਰਗਾ ਯੋਧਾ ਹੋਰ ਕੋਈ ਪੈਦਾ ਹੀ ਨਹੀਂ ਹੋਣਾ, ਜਿਹੜੇ ਮੈਦਾਨ 'ਚ ਤੂੰ ਖੜ ਗਿਆ ਹੋਰ ਕੋਈ ਆ ਹੀ ਨਹੀਂ ਸਕਦਾ। ਇਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਟ੍ਰੇਨ ਕੀਤਾ ਜਾਂਦਾ ਹੈ। ਜਿੱਥੇ ਮੈਦਾਨ 'ਚ ਜਾਂਦੇ ਨੇ ਮਰ ਮਿਟਦੇ ਨੇ, ਪਿੱਛੇ ਨਹੀਂ ਹਟਦੇ। ਉਹਨਾਂ ਆ ਕੇ ਘੇਰਾ ਪਾ ਲਿਆ। ਹਰੀ ਸਿੰਘ ਨਲਵੇ ਦਾ ਇੱਕ ਗੋਦ ਲਿਆ ਪੁੱਤ ਸੀ ਮਾਹ ਸਿੰਘ, ਉਹਨੇ ਡਟ ਕੇ ਮੁਕਾਬਲਾ ਕੀਤਾ। ਸਾਰਾ ਦਿਨ ਜੰਗ ਹੋਈ, ਜਮਰੌਦ ਦੇ ਕਿਲੇ ਦੀ ਇੱਕ ਬਾਹੀ ਟੁੱਟ ਗਈ। ਸ਼ਾਮ ਪੈ ਗਈ। ਉਸ ਵੇਲੇ ਦੇ ਇਹ ਅਸੂਲ ਹੋਇਆ ਕਰਦੇ ਸਨ ਕਿ ਸੂਰਜ ਦੇ ਡੁੱਬਦਿਆਂ ਸਾਰ ਜੰਗ ਬੰਦ ਕਰ ਦਿੱਤੀ ਜਾਂਦੀ ਸੀ ਤੇ ਦੋਵੇਂ ਧਿਰਾਂ ਚਿੱਟੇ ਝੰਡੇ ਲੈ ਕੇ ਮੈਦਾਨ 'ਚ ਆ ਜਾਂਦੀਆਂ ਸਨ ਤੇ ਆਪਦੀਆਂ ਲਾਸ਼ਾਂ ਚੁੱਕਦੀਆਂ ਸਨ। ਉਸ ਵੇਲੇ ਕੋਈ ਲੜਾਈ ਨਹੀਂ ਸੀ। ਸ਼ਾਮ ਪੈਣ ਕਰਕੇ, ਦਿਨ ਡੁੱਬਣ ਤੱਕ ਕਰਕੇ ਸ਼ਮੀ ਖਾਨ ਨੇ ਪਾੜ ਥਾਣੀ ਅੰਦਰ ਲੰਘ ਕੇ ਕਿਲੇ ਵਿੱਚ ਵੜ ਕੇ ਜੰਗ ਕਰਨਾ ਠੀਕ ਨਾ ਸਮਝਿਆ। ਉਹਨੇ ਕਿਹਾ ਜਾਣਾ ਇਹਨੇ ਕਿੱਥੇ ਆ, ਘੇਰਾ ਪਾਇਆ ਹੋਇਆ, 45,000 ਸਿਪਾਹੀ ਮੇਰੇ ਕੋਲ, ਦਿਨ ਚੜ੍ਹਨ ਦਿਓ, ਰਾਤ ਆਰਾਮ ਕਰੋ, ਕਿਉਂਕਿ ਆਪਾਂ ਪਿੱਛੋਂ ਸਫ਼ਰ ਚੋਂ ਵੀ ਚੱਲ ਕੇ ਆਏ ਆ, ਸਵੇਰੇ ਨਿਬੜਾਂਗੇ। ਕੁਝ ਸਿਪਾਹੀ ਅੰਦਰ ਵੜਨ ਲੱਗੇ, ਉਹਨਾਂ ਨੂੰ ਮਨਾ ਕਰ ਦਿੱਤਾ। ਮਾਨ ਸਿੰਘ ਨੇ, ਕੁਛ ਸਿੰਘ ਸ਼ਹੀਦ ਹੋ ਗਏ, ਉਹਨਾਂ ਦੇ ਕੁਛ ਬਚੇ, ਉਹਨਾਂ ਨੇ ਵੀ ਇਕੱਠਿਆਂ ਹੋ ਕੇ ਇੱਕ ਮੀਟਿੰਗ ਕੀਤੀ, ਲੇਖੇ ਜੋਖੇ ਦਿੱਤੇ ਹੁਣ ਕੀ ਕੀਤਾ ਜਾਏ। ਮਾਨ ਸਿੰਘ ਨੇ ਕਿਹਾ ਕਿ ਆਪਾਂ ਸਾਰੇ ਲੜ ਕੇ ਸ਼ਹੀਦ ਹੋਵਾਂਗੇ, ਆਪਾਂ ਕਿਲੇ ਦਾ ਦਰਵਾਜ਼ਾ ਖੋਲ ਕੇ ਇਹਨਾਂ ਨੂੰ ਆਤਮ ਸਮਰਪਿਤ ਨਹੀਂ ਹੋਣਾ, ਆਤਮ ਸਮਰਪਣ ਨਹੀਂ ਕਰਨਾ। ਇੱਕ ਇੱਕ ਸਿੰਘ ਲੜ ਕੇ ਸ਼ਹੀਦ ਹੋਵਾਂਗੇ, ਉਸ ਤੋਂ ਬਾਅਦ ਇਹ ਕਿਲਾ ਲੈ ਜਾਣਗੇ। ਲੇਕਿਨ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਅਣਹੋਣੀ ਘਟਨਾ ਦੀ ਖਬਰ ਜਿਹੜੀ ਹੈ ਉਹ ਸਰਦਾਰ ਹਰੀ ਸਿੰਘ ਤੱਕ ਪਹੁੰਚਾਈ ਜਾਏ।
ਕੁਝ ਸਿੰਘ ਤਿਆਰ ਹੋਏ। ਇੱਥੇ ਉਹ ਲੜਕੀ ਇਸ ਕਿਲੇ ਵਿੱਚ ਮੌਜੂਦ ਸੀ ਜਿਹੜੀ ਹਰੀ ਸਿੰਘ ਨੇ ਉਸ ਪਠਾਨਾਂ ਕੋਲੋਂ ਬਚਾ ਕੇ ਲਿਆਂਦੀ ਸੀ, ਹਰਚਰਨ ਕੌਰ। ਉਸਨੇ ਕਿਹਾ ਕਿ ਇਹ ਚਿੱਠੀ ਮੈਨੂੰ ਦਿੱਤੀ ਜਾਏ। ਕੁਝ ਸਰਦਾਰਾਂ ਨੇ ਇਤਰਾਜ਼ ਕੀਤਾ ਕਿ ਕੌਮ ਦੀਆਂ ਬੱਚੀਆਂ ਕੌਮ ਦੀ ਇੱਜ਼ਤ ਹੋਇਆ ਕਰਦੀਆਂ ਨੇ, ਜੇ ਕੋਈ ਅਣਹੋਣੀ ਵਾਪਰ ਗਈ ਤੇ ਸਾਡੀ ਸਾਰੀ ਉਮਰ ਦੀ ਇੱਜ਼ਤ ਟੁੱਟ ਜਾਏਗੀ। ਉਸਨੇ ਕਿਹਾ ਕਿ ਮੈਨੂੰ ਮੇਰੇ ਧਰਮ ਪਿਤਾ ਨੇ ਜਿਹੜਾ ਅੰਮ੍ਰਿਤ ਛਕਾਇਆ ਉਹੋ ਹੀ ਤੁਹਾਨੂੰ ਛਕਾਇਆ। ਕੋਈ ਜੀ ਹਾਂ। ਫਿਰ ਮੈਂ ਤੁਹਾਡੇ ਤੋਂ ਘੱਟ ਕਿਵੇਂ ਹੋਈ? ਮੈਂ ਸ਼ਸਤਰਧਾਰੀ ਹਾਂ, ਜੇ ਕੋਈ ਮੇਰੇ ਨੇੜੇ ਆਵੇਗਾ ਤੇ ਮੈਂ ਆਪਣਾ ਆਪ ਖਤਮ ਕਰ ਦਿਆਂਗੀ। ਇਸ ਕਰਕੇ ਇਸ ਗੱਲ ਦੀ ਚਿੰਤਾ ਨਾ ਕਰੋ ਕਿ ਕੋਈ ਮੇਰੀ ਇੱਜ਼ਤ ਨਾਲ ਖੇਡੇਗਾ। ਮੈਂ ਆਪਣੇ ਆਪ ਨੂੰ ਸੰਭਾਲਣਾ ਤੇ ਬਚਾਉਣਾ ਜਾਣਦੀ ਹਾਂ। ਲੇਕਿਨ ਕਿਲੇ ਵਿੱਚ ਜਿੰਨੇ ਵੀ ਸਿੰਘ ਨੇ, ਇੱਕ ਇੱਕ ਸਿੰਘ ਦੀ ਇੱਥੇ ਲੋੜ ਹੈ, ਇੱਕ ਫੌਜੀ ਸਿਪਾਹੀ ਦੀ ਲੋੜ ਹੈ। ਇਸ ਕਰਕੇ ਇਹ ਮੈਨੂੰ ਆਗਿਆ ਦਿੱਤੀ ਜਾਵੇ। ਰਾਤ ਅੱਖ ਬੁਝਾ ਕੇ ਉਹ ਹਰਚਰਨ ਕੌਰ ਕਿਲੇ ਦੇ ਦੁਆਲੇ ਉਸ ਘੇਰੇ ਵਿੱਚੋਂ ਕਿਵੇਂ ਨਿਕਲ ਕੇ ਕਾਮਯਾਬ ਹੋਈ, ਇਹਦੇ ਬਾਰੇ ਇਤਿਹਾਸ ਹਜੇ ਖਾਮੋਸ਼ ਹੈ। ਲੇਕਿਨ ਉਹ ਕਾਮਯਾਬ ਹੋਈ ਔਰ ਉਸਨੇ ਰਾਤੋਂ ਰਾਤ ਪਹੁੰਚ ਕੇ ਹਰੀ ਸਿੰਘ ਨੂੰ ਇਹ ਸਾਰੀ ਕਹਾਣੀ ਸੁਣਾ ਦਿੱਤੀ। ਅੱਤ ਦਾ ਬਿਮਾਰ ਮੰਜੇ ਤੇ ਪਿਆ, ਜਿਸਨੂੰ ਅਜੇ ਫੜ ਕੇ ਉਠਾਇਆ ਜਾਂਦਾ ਸੀ, ਇਹ ਖਬਰ ਸੁਣ ਕੇ ਯੋਧੇ ਦੇ ਖੂਨ ਨੂੰ ਉਬਾਲ ਆਇਆ। ਖੜਾ ਹੋ ਕੇ ਹਰੀ ਸਿੰਘ ਨੇ ਉੱਚੀ ਸਾਰੀ ਜ਼ੋਰ ਦੀ ਜਕਾਰਾ ਛੱਡਿਆ, ਬੋਲੇ ਸੋ ਨਿਹਾਲ। ਫੌਜੀ ਛਾਉਣੀ ਤੱਕ ਧਮਕ ਪਈ। ਜਰਨੈਲ ਦੀ ਆਵਾਜ਼ ਕਾਫੀ ਦਿਨਾਂ ਬਾਅਦ ਉਹਨਾਂ ਨੇ ਏਡੀ ਜ਼ੋਰਦਾਰ ਸੁਣੀ ਸੀ। ਕੁਝ ਸਿਪਾਹੀ ਦੌੜ ਕੇ ਆਏ। ਉਹਨੇ ਕਿਹਾ ਕਿ ਫੌਜ ਦੀ ਛਾਉਣੀ 'ਚ ਕਿੰਨੇ ਸਿਪਾਹੀ ਨੇ? ਕਹਿੰਦੇ ਕਿ 8-10 ਹਜ਼ਾਰ ਦੇ ਕਰੀਬ। ਉਹਨਾਂ ਨੂੰ ਕਹੋ ਤੁਰੰਤ ਤਿਆਰੀ ਕਰੋ, ਆਪਾਂ ਜਮਰੌਦ ਚੱਲਣਾ ਹੈ। ਆਪ ਵੀ ਤਿਆਰ ਹੋਣ ਲੱਗਾ। ਜਿਹੜੇ ਸ਼ਾਹੀ ਹਕੀਮ ਤੇ ਵੈਦ ਹਰੀ ਸਿੰਘ ਦਾ ਇਲਾਜ ਕਰ ਰਹੇ ਸਨ, ਉਹਨਾਂ ਨੇ ਹੱਥ ਜੋੜੇ। ਉਹਨੇ ਕਿਹਾ, ਹਰੀ ਸਿੰਘ ਜੀ, ਤੁਹਾਡੀ ਸਿਹਤ ਇਹ ਇਜਾਜ਼ਤ ਨਹੀਂ ਦਿੰਦੀ ਕਿ ਤੁਸੀਂ ਘੋੜੇ ਤੇ ਵੀ ਸਵਾਰ ਹੋ ਜਾਓ। ਤੁਹਾਡੀ ਬਿਮਾਰੀ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ, ਇਸ ਕਰਕੇ ਅਸੀਂ ਤੁਹਾਨੂੰ ਜਾਣ ਦੀ ਇਜਾਜ਼ਤ ਨਹੀਂ ਦੇ ਸਕਦੇ। ਤੁਹਾਡੀ ਜ਼ਿੰਦਗੀ ਮੌਤ ਦਾ ਸਵਾਲ ਹੈ। ਹਰੀ ਸਿੰਘ ਨੇ ਕਿਹਾ, ਮੈਂ ਜ਼ਿੰਦਗੀ ਮੌਤ ਦੇ ਸਵਾਲ ਲਈ ਹੀ ਚੱਲਿਆ ਹਾਂ। ਅੱਜ ਕੌਮ ਦੇ ਉੱਤੇ, ਦੇਸ਼ ਦੇ ਉੱਤੇ ਭੀੜ ਬਣ ਗਈ ਹੈ। ਅੱਜ ਕਈ ਵਾਰੀ ਹਕੀਮ ਸਾਹਿਬ, ਜਰਨੈਲਾਂ ਦਾ ਲੜਨਾ, ਜਰਨੈਲਾਂ ਦਾ ਜਿੱਤਣਾ, ਜਰਨੈਲਾਂ ਦਾ ਜਿਉਣਾ ਜ਼ਰੂਰੀ ਹੁੰਦਾ ਹੈ। ਕਈ ਵਾਰੀ ਜਰਨੈਲਾਂ ਦਾ ਲੜ ਕੇ ਮਰ ਜਾਣਾ ਵੀ ਜ਼ਰੂਰੀ ਹੁੰਦਾ ਹੈ ਕੌਮ ਵਾਸਤੇ। ਅੱਜ ਉਹ ਵਕਤ ਆ ਗਿਆ, ਜੇ ਮੈਨੂੰ ਮਰਨਾ ਵੀ ਪੈ ਜਾਵੇ, ਮੈਂ ਆਪਦੀ ਕੌਮ ਦੀ ਇੱਜ਼ਤ ਰੱਖਣੀ। ਇਹ ਕਹਿ ਕੇ ਹਰੀ ਸਿੰਘ ਨੇ ਮਾਰੀ ਛਾਲ ਤੇ ਘੋੜੇ ਤੇ ਸਵਾਰ ਹੋ ਗਿਆ ਤੇ ਕਹਿੰਦੇ ਨੇ ਕਿ ਉਹ ਆਪਦੀ 10,000 ਫੌਜ ਲਾ ਕੇ ਤੜਕਸਾਰ ਜਮਰੌਦ ਪਹੁੰਚ ਗਏ। ਜਾਂਦਿਆਂ ਹੀ ਜਦੋਂ ਹਰੀ ਸਿੰਘ ਨੇ ਜਕਾਰੇ ਜ਼ੋਰ ਨਾਲ ਛੱਡੇ, ਉਹਦੀ ਆਵਾਜ਼ ਦੂਰ ਦੂਰ ਤੱਕ ਜਾਂਦੀ ਸੀ। ਹਰੀ ਸਿੰਘ, ਪਹਾੜੀਆਂ ਗੂੰਜੀਆਂ। ਅੱਧ ਸੁੱਤੇ ਅੱਧ ਉੱਠੇ ਉਹਨਾਂ ਜਰਨੈਲ ਪਠਾਨਾਂ ਦੇ ਕੰਨਾਂ 'ਚ ਆਵਾਜ਼ ਪਈ। ਉਹਨਾਂ ਕਹੀ ਹਰੀ ਸਿੰਘ ਦੀ ਆਵਾਜ਼ ਹੈ। ਲੇਕਿਨ ਹਰੀ ਸਿੰਘ ਤੇ ਸੁਣਿਆ ਸੀ ਬਿਮਾਰ ਪਿਆ। ਬਹੁਤੇ ਸਿਪਾਹੀਆਂ ਦੇ ਦਿਲ ਡਹਿਲ ਗਏ, ਕਿਉਂਕਿ ਹਰੀ ਸਿੰਘ ਦੀ ਦਹਿਸ਼ਤ ਏਡੀ ਜ਼ਬਰਦਸਤ ਸੀ ਕਿ ਬਹੁਤ ਸਾਰੇ ਪਠਾਨ ਉਹਨਾਂ ਦੇ ਨਾਂ ਤੋਂ ਕੰਬਦੇ ਸਨ। ਜਦੋਂ ਉਹਨਾਂ ਦੇ ਜਕਾਰੇ ਸੁਣੇ, ਸ਼ਮੀ ਖਾਨ ਜਰਨੈਲ ਨੂੰ ਉਠਾਇਆ ਤੇ ਦੱਸਿਆ ਗਿਆ। ਸ਼ਮੀ ਖਾਨ ਦਾ ਥੋੜਾ ਜਿਹਾ ਮਨ ਡੋਲਿਆ, ਲੇਕਿਨ ਸ਼ਮੀ ਖਾਨ ਕਿਉਂਕਿ ਪਹਿਲਾਂ ਤੋਂ ਹੀ ਇਹ ਗੱਲ ਸੋਚਦਾ ਸੀ ਕਿ ਕਦੀ ਮੌਕਾ ਬਣੇ ਤੇ ਮੈਂ ਹਰੀ ਸਿੰਘ ਨੂੰ ਵੇਖ ਸਕਾਂ, ਮਿਲ ਸਕਾਂ, ਉਹਦੇ ਨਾਲ ਗੱਲ ਕਰ ਸਕਾਂ। ਉਹਨੇ ਸੋਚਿਆ ਕਿ 45,000 ਫੌਜ ਮੇਰੇ ਕੋਲ ਹੈ, ਮੈਂ ਆਪ ਐਡਾ ਬਲਵਾਨ ਆ, ਡਰਨ ਵਾਲੀ ਕਿਹੜੀ ਗੱਲ ਏ। ਜੇ ਅੱਜ ਹਰੀ ਸਿੰਘ ਮੇਰੇ ਹੱਥੋਂ ਮਾਰਿਆ ਗਿਆ ਤੇ ਮੈਂ ਦੁਨੀਆ ਦਾ ਸਭ ਤੋਂ ਵੱਡਾ ਜਰਨੈਲ ਬਣ ਗਿਆ, ਤੇ ਉਹ ਮੇਰੇ ਤੋਂ ਵਡੇਰੀ ਉਮਰ ਦਾ ਹੈ, ਕਿੰਨਾ ਕੁ ਮੇਰੇ ਨਾਲ ਲੜ ਜਾਏਗਾ, ਮੈਂ ਕਿਹੜਾ ਘੱਟ ਆ। ਇਹ ਮਨ ਬਣਾ ਕੇ ਉਹਨੇ ਆਪਦੀ ਫੌਜ ਨੂੰ ਦਲੇਰੀ ਦਿੱਤੀ ਤੇ ਮੁਕਾਬਲਾ ਕੀਤਾ। ਦਿਨ ਦੇ ਚੜ੍ਹਾਅ ਤੇ ਫੌਜਾਂ ਦਾ ਆਪੋ ਆਮੋ ਸਾਹਮਣਾ ਹੋਇਆ ਤੇ ਫੌਜਾਂ ਇੱਕ ਦੂਜੇ ਤੇ ਗਲ ਪੈ ਗਈਆਂ।
ਬਹੁਤ ਗਏ ਗੱਚ ਖੂਨ ਰੇਤ ਜੰਗ ਸ਼ੁਰੂ ਹੋਈ। ਮਾਵਾਂ ਦੇ ਵੀਰ ਸਪੁੱਤਰ ਟੁਕੜੇ ਹੋ ਕੇ ਜ਼ਮੀਨ ਤੇ ਡਿੱਗਣੇ ਸ਼ੁਰੂ ਹੋਏ। ਧਰਤੀ ਲਾਲੋ ਲਾਲ ਹੋ ਗਈ, ਖੂਨ ਦੀਆਂ ਨਦੀਆਂ ਚੱਲ ਪਈਆਂ। ਔਰ ਜਾਂ ਇੱਕ ਪਾਸੇ ਜਾਂ ਅਲੀ ਦੇ ਨਾਅਰੇ, ਇੱਕ ਪਾਸੇ ਬੋਲੇ ਸੋ ਦੇ ਨਾਅਰਿਆਂ ਦੇ ਨਾਲ ਪਹਾੜੀਆਂ ਗੂੰਜੀਆਂ। ਬਹੁਤ ਤਗੜੀ ਬਰਾਬਰ ਦੀ ਜੰਗ ਚੱਲ ਰਹੀ ਸੀ। ਇੱਕ ਪਾਸੇ 45,000 ਸਿਪਾਹੀ, ਇੱਕ ਪਾਸੇ 10-11,000 ਸਿਪਾਹੀ ਹੋਣਗੇ, ਲੇਕਿਨ ਮੁਕਾਬਲਾ ਬਰਾਬਰ ਦਾ ਚੱਲ ਰਿਹਾ ਸੀ। ਦੂਜੇ ਪਾਸੇ ਹਰੀ ਸਿੰਘ ਦਾ ਬਾਰ-ਬਾਰ ਜਕਾਰੇ ਛੱਡਣ ਨਾਲ ਬਹੁਤ ਸਾਰੇ ਪਠਾਨ ਸਿਪਾਹੀ ਡੋਲ ਚੁੱਕੇ ਸਨ, ਨੱਸਦੇ ਜਾ ਰਹੇ ਸਨ, ਕੁਛ ਨੱਸਣ ਦੀਆਂ ਤਿਆਰੀਆਂ ਕਰ ਰਹੇ ਸਨ। ਲੜਦਿਆਂ ਸ਼ਮੀ ਖਾਂ ਘੋੜੇ ਭਜਾ ਕੇ ਹਰੀ ਸਿੰਘ ਨੂੰ ਲੱਭਦਾ ਸਾਹਮਣੇ ਆ ਗਿਆ। ਉਹਨੇ ਕਿਹਾ, ਹਰੀ ਸਿੰਘਾ, ਮੈਂ ਬੜੇ ਦੇਰ ਤੋਂ ਚਾਹੁੰਦਾ ਸਾਂ ਕਿ ਤੇਰਾ ਮੇਰਾ ਮੇਲ ਹੋਵੇ। ਵੇਖਣ ਨੂੰ ਤਾਂ ਬਹੁਤ ਜਵਾਨ ਹੀ ਤੂੰ ਵਾਕਿਆ ਹੀ। ਉਹ ਤੇਰੇ ਚ ਕੀ ਕਰਾਮਾਤ ਏ? ਆ ਮੇਰਾ ਭਾਈਚਾਰਾ ਸਾਰਾ ਤੇਰੇ ਤੋਂ ਡਰਦਾ, ਏਡੀ ਕਿਹੜੀ ਗੱਲ ਏ? ਉਹਨੇ ਕਿਹਾ ਕਿ ਮੇਰੇ ਚ ਕੋਈ ਕਰਾਮਾਤ ਨਹੀਂ, ਇਹ ਜੋ ਕੁਛ ਵੀ ਹੈ ਉਸ ਮੇਰੇ ਮਾਲਕ ਦਾ, ਉਸ ਸੱਚੇ ਪਾਤਸ਼ਾਹ ਦਾ, ਉਸ ਪਰਵਰਦਗਾਰ ਦਾ, ਉਸ ਰੱਬ ਦੀ ਬਖਸ਼ਿਸ਼ ਦਾ ਹੈ। ਮੈਂ ਤੇ ਇੱਕ ਆਮ ਛੋਟਾ ਜਿਹਾ ਨਿਮਾਣਾ ਜਿਹਾ ਸਿਪਾਹੀ ਬਣ ਕੇ ਉਹਦੀ ਫੌਜ ਵਿੱਚ ਲੜਦਾ ਹਾਂ। ਉਹਦੇ ਵਿੱਚ ਜੋ ਵੀ ਕਰਤੱਵ ਹੁੰਦੇ ਨੇ, ਜੋ ਵੀ ਜਿੱਤ ਹਾਰ ਹੁੰਦੀ ਹੈ, ਉਹ ਉਸ ਪਰਮਾਤਮਾ ਦੀ ਹੁੰਦੀ ਹੈ ਤੇ ਮੇਰੇ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ਿਸ਼ ਦੁਆਰਾ ਇਹ ਸਾਰਾ ਕੁਛ ਹੁੰਦਾ ਹੈ। ਸਮੀ ਖਾਨ ਨੂੰ ਕੋਈ ਗੱਲ ਸਮਝ ਨਾ ਆਈ। ਉਹਨੂੰ ਇਉਂ ਲੱਗਾ ਕਿ ਜਿਵੇਂ ਗੁਰੂ ਗੋਬਿੰਦ ਸਿੰਘ ਜਿਹੜਾ ਹੈ ਉਹ ਆਪ ਵਿੱਚ ਆਣ ਕੇ ਕਰਾਮਾਤੀ ਹੈ, ਉਹ ਇਹਨੂੰ ਜਿਤਾ ਦਿੰਦਾ ਹੈ। ਉਹਨੇ ਕਿਹਾ ਚੱਲ ਵੇਖੀ ਜਾਏਗੀ। ਹਰੀ ਸਿੰਘ ਨੇ ਆਖਿਆ, ਸ਼ਮੀ ਖਾਨ, ਤੂੰ ਆਪਣੀਆਂ ਫੌਜਾਂ ਦਾ ਜਰਨੈਲ ਹੈ, ਮੈਂ ਆਪਣੀਆਂ ਫੌਜਾਂ ਦਾ ਸੇਵਾਦਾਰ ਹਾਂ। ਵੇਖੋ ਨਿਮਰਤਾ, ਜੰਗ ਤੇਰੇ ਔਰ ਮੇਰੇ ਵਿੱਚ ਹੈ। ਆਪਣੇ ਦੋਵਾਂ ਵਿੱਚੋਂ ਇੱਕ ਦੇ ਖਤਮ ਹੋਣ ਤੋਂ ਬਾਅਦ ਇਹ ਜੰਗ ਖਤਮ ਹੋਵੇਗੀ। ਆਪਸ ਵਿੱਚ ਦੋ ਹੱਥ ਕਰਕੇ ਵੇਖ ਲਈਏ, ਐਵੇਂ ਬਗਾਨੇ ਪੁੱਤ ਡਾਹ ਕਿਉਂ ਮਰਵਾਉਣਾ ਹੈ? ਮੈਂ ਆਪਦੀਆਂ ਫੌਜਾਂ ਨੂੰ ਰੋਕ ਦਿੰਦਾ ਹਾਂ, ਤੂੰ ਆਪਦੀਆਂ ਨੂੰ ਰੋਕ, ਦੋਵਾਂ ਨੂੰ ਦੁਆਲੇ ਖੜਾ ਕਰ, ਇਹ ਅੱਜ ਆਪਾਂ ਦੋਵਾਂ ਦੀ ਜੰਗ ਵੇਖ ਲੈਣ। ਸ਼ਮੀ ਖਾਨ ਨੇ ਆਖਿਆ ਕੋਈ ਗੱਲ ਨਹੀਂ। ਉਹਨੇ ਫੌਜ ਨੂੰ ਰੋਕ ਲਿਆ। ਇਧਰੋਂ ਜਥੇਦਾਰ ਨੇ ਵੀ ਜਕਾਰਾ ਛੱਡ ਕੇ ਫੌਜਾਂ ਨੂੰ ਇੱਕ ਵਾਰੀ ਰੁਕਣ ਦਾ ਹੁਕਮ ਦੇ ਦਿੱਤਾ। ਦੋਵੇਂ ਧਿਰਾਂ ਦੀਆਂ ਫੌਜਾਂ ਦੁਆਲੇ ਖਲੋ ਗਈਆਂ। ਵਿੱਚ ਪਿੰਡ ਦੇ ਆ ਗਏ ਜਰਨੈਲ। ਹਰੀ ਸਿੰਘ ਨਲਵੇ ਨੇ ਸ਼ਮੀ ਖਾਨ ਨੂੰ ਆਖਿਆ ਕਿ ਸ਼ਮੀ ਖਾਨ, ਪਹਿਲਾਂ 3 ਵਾਰ ਤੂੰ ਕਰ। ਸ਼ਮੀ ਖਾਨ ਆਪਦੇ ਮਨ ਵਿੱਚ ਹੱਸਿਆ। ਉਹਨੇ ਕਿਹਾ, ਮੈਂ ਸੁਣਿਆ ਸੀ ਹਰੀ ਸਿੰਘ ਬੜਾ ਯੋਧਾ ਹੈ, ਬੜਾ ਜੰਗੀ ਕਰਤੱਵ ਜਾਣਦਾ ਹੈ, ਬੜਾ ਸਿਆਣਾ ਹੈ, ਬੜਾ ਚਤਰ ਚਲਾਕ ਹੈ, ਪਰ ਇੱਥੇ ਤੇ ਕੋਈ ਚਲਾਕੀ ਵਾਲੀ ਗੱਲ ਹੀ ਨਹੀਂ ਹੈਗੀ। ਜਿਹੜਾ ਬੰਦਾ 3 ਵਾਰ ਕਰਨ ਦੀ ਮੈਨੂੰ ਆਪਦੇ ਵਿਰੋਧੀ ਜਰਨੈਲ ਨੂੰ ਕਹਿ ਰਿਹਾ, ਮੇਰੇ ਤੇ 1 ਵਾਰ ਦੀ ਇਹ ਬਜ਼ੁਰਗ ਮਾਰ ਨਹੀਂ ਹੈਗਾ, ਇਹਦੀ ਅਕਲ ਹੈ ਕਿ ਬੇਵਕੂਫੀ ਹੈ? ਜਿਹੜਾ ਮੈਨੂੰ ਇਹਨੇ ਆਫਰ ਕਰ ਦਿੱਤੀ ਹੈ ਕਿ ਤੂੰ ਵਾਰ ਕਰ, ਮੇਰੇ 1 ਵਾਰ ਨਾਲ ਹੀ ਲੱਭਣਾ ਨਹੀਂ ਇਹਨੇ। ਸ਼ਮੀ ਖਾਨ ਨੇ ਪਿੱਛੇ ਲਿਜਾ ਕੇ ਘੋੜਾ ਪੇੜ ਵਿੱਚ ਪਿੱਛੇ ਦੌੜਾ ਕੇ ਪੂਰੇ ਜ਼ੋਰ ਨਾਲ ਲਿਆ ਕੇ ਜਦੋਂ ਹਰੀ ਸਿੰਘ ਤੇ ਵਾਰ ਕੀਤਾ, ਹਰੀ ਸਿੰਘ ਨੇ ਕੇਵਲ ਅੱਗੇ ਢਾਲ ਕਰਤੀ, ਚੰਗਿਆੜੀਆਂ ਨਿਕਲੀਆਂ ਤਲਵਾਰ ਦੀਆਂ, ਤਲਵਾਰ ਟੁੱਟ ਗਈ। ਹਰੀ ਸਿੰਘ ਨੇ ਵਾਰ ਰੋਕ ਲਿਆ, ਸ਼ਮੀ ਖਾਨ ਦਾ ਵਾਰ ਖਾਲੀ ਗਿਆ। ਸ਼ਮੀ ਖਾਨ ਨੂੰ ਅਹਿਸਾਸ ਹੋਇਆ ਕਿ ਵਾਕਿਆ ਵੀ ਹਰੀ ਸਿੰਘ ਮਰਦ ਹੈ, ਇਹਦੇ ਚ ਕੁਛ ਹੈ। ਨਹੀਂ ਤਾਂ ਮੇਰੇ ਵਰਗੇ ਬੰਦੇ ਦਾ ਕੀਤਾ ਜ਼ੋਰ ਨਾਲ ਵਾਰ, ਐਡੀ ਮੈਂ ਭੱਜ ਕੇ ਲਿਆ ਕੇ ਘੋੜੇ ਦੀ ਉਹਦੇ ਪੂਰੇ ਤਾਨ ਨਾਲ ਵਾਰ, ਆਪਣੇ ਆਪਦੀਆਂ ਘੋੜੇ ਦੀਆਂ ਰਕਾਬਾਂ ਚ ਖੜੋ ਕੇ ਵਾਰ ਕੀਤਾ ਸੀ। ਔਰ ਏਡੇ ਨੌਜਵਾਨ ਜਵਾਨ ਬੰਦੇ ਦਾ ਜ਼ੋਰ ਨਾਲ ਕੀਤਾ ਵਾਰ। ਹਰੀ ਸਿੰਘ ਸਮੇਤ ਘੋੜਾ ਚੀਰਿਆ ਜਾਣਾ ਚਾਹੀਦਾ ਸੀ ਤੇ ਬਣਿਆ ਤਾਂ ਕੁਛ ਵੀ ਨਾ। ਮਨ ਡੋਲ ਗਿਆ। ਉਹਨੇ ਕਿਹਾ ਕੋਈ ਗੱਲ ਨਹੀਂ। ਪਿੱਛੇ ਘੋੜਾ ਲਿਜਾ ਕੇ ਉਹਨੇ ਕਿਹਾ ਦੂਜਾ ਵਾਰ। ਉਹਨੇ ਕਿਹਾ ਇਹਨੇ 3 ਵਾਰ ਕਹੇ ਨੇ, ਇੱਕ ਖਾਲੀ ਗਿਆ, ਦੂਜੇ ਚ ਖਤਮ ਹੋ ਜਾਏਗਾ, ਦੂਜੇ ਨੇ ਤੀਜੇ ਚ ਖਤਮ ਹੋ ਜਾਏਗਾ।
ਫੇਰ ਦੌੜਾ ਕੇ ਲਿਆ ਕੇ ਉਹਨੇ ਫੇਰ ਜ਼ੋਰ ਨਾਲ ਅਗਲਾ ਵਾਰ ਕੀਤਾ। ਹਰੀ ਸਿੰਘ ਨੇ ਬੜੇ ਆਰਾਮ ਨਾਲ ਫੇਰ ਅੱਗੇ ਢਾਲ ਕਰ ਦਿੱਤੀ। ਚਿੰਗਿਆੜੀਆਂ ਨਿਕਲੀਆਂ ਤਲਵਾਰ ਦੀਆਂ, ਵਾਰ ਖਾਲੀ ਚਲਾ ਗਿਆ। ਸ਼ਮੀ ਖਾਨ ਦਾ ਮਨ ਡੋਲ ਗਿਆ। ਕਹਿੰਦਾ ਵੀ ਸ਼ਮੀ ਖਾਨ ਹਰੀ ਸਿੰਘ ਤੇ ਵਾਕਿਆ ਹੀ ਹਰੀ ਸਿੰਘ। ਅੱਜ ਦੇ ਦਰਸ਼ਨ ਦਿਦਾਰੇ ਵੀ ਹੋਏ ਨੇ ਤੇ ਅੱਜ ਬਾਹਾਂ ਦਾ ਬਲ ਵੀ ਮੈਂ ਵੇਖ ਲਿਆ। ਫੇਰ ਪਿੱਛੇ ਘੋੜਾ ਲੈ ਕੇ ਗਿਆ, ਲੇਕਿਨ ਮਰੇ ਹੋਏ ਮਨ ਨਾਲ ਫਿਰ ਦੁਬਾਰਾ ਆ ਕੇ ਵਾਰ ਨਹੀਂ ਹੋ ਸਕਿਆ। ਕੋਲ ਘੋੜਾ ਭਜਾ ਕੇ ਲਿਆ ਕੇ ਤੇ ਇੱਕਦਮ ਘੋੜੇ ਦੀ ਵਾਗ ਘੁਮਾ ਕੇ ਵਾਪਸ ਭੱਜਣ ਲੱਗਾ। ਹਰੀ ਸਿੰਘ ਨੇ ਜਦੋਂ ਵਾਰ ਕਰਨ ਦੇ ਲਈ ਵੰਗਾਰਿਆ ਸੀ ਨਾ, ਉਹਨੇ ਕਿਹਾ ਸੀ, ਸ਼ਮੀ ਖਾਨ ਮੈਂ ਤੇਰੇ ਨਾਲ ਵਾਅਦਾ ਕਰਦਾ ਹਾਂ, ਇੱਕ ਹਾਦਸੇ ਦਾ ਵਾਅਦਾ ਹੈ। ਜੇ ਇਸ ਮੈਦਾਨ 'ਚ ਮੈਂ ਮਾਰਿਆ ਗਿਆ, ਆ ਮੇਰੇ ਫੌਜੀ ਜਵਾਨ ਸੁਣਦੇ ਪਏ ਨੇ, ਇਹ ਇੱਥੋਂ ਉੱਠ ਕੇ ਅਟਕੋਂ ਪਾਰ ਚਲੇ ਜਾਣਗੇ, ਪੰਜਾਬ 'ਚ ਚਲੇ ਜਾਣਗੇ, ਅਸੀਂ ਸਾਰਾ ਪਸ਼ਾਵਰ ਦਾ ਇਲਾਕਾ ਖਾਲੀ ਕਰ ਦਿਆਂਗੇ, ਅਟਕ ਦਰਿਆ ਤੋਂ ਪਰਾਂ ਚਲੇ ਜਾਵਾਂਗੇ। ਅਟਕ ਦਰਿਆ ਉਸ ਜਗ੍ਹਾ ਤੋਂ ਤਕਰੀਬਨ ਉਸ ਜ਼ਮਾਨੇ ਦੇ ਵਿੱਚ ਕੋਈ 60-70 ਮੀਲ ਦੂਰ ਸੀ। ਇੰਨਾ ਲੰਮਾ ਏਰੀਆ ਖਾਲੀ ਕਰ ਦੇਵਾਂਗੇ, ਅਟਕੋਂ ਪਾਰ ਚਲੇ ਜਾਵਾਂਗੇ। ਅਟਕ ਦਰਿਆ ਪੰਜਾਬ ਦੀ ਹੱਦ ਬਣ ਜਾਏਗੀ। ਹੁਣ ਲੁੰਡਾ ਦਰਿਆ ਨਾਲ ਲੱਗਦਾ ਸੀ, ਹੁਣ ਲੁੰਡੇ ਦਰਿਆ ਤੇ ਕੋਲ ਖੜੇ ਆ। ਲੁੰਡੇ ਦਰਿਆ ਤੋਂ ਪਾਰ ਕਾਬਲ ਹੈ, ਲੁੰਡੇ ਦਰਿਆ ਤੇ ਖੜੇ। ਅਗਰ ਤੂੰ ਮਾਰਿਆ ਜਾਵੇਂ ਤੇ ਮੈਂ ਤੇਰੇ ਕੋਲੋਂ ਕੋਈ ਇਕਰਾਰ ਨਹੀਂ ਲੈਣਾ। ਆ ਜਿਹੜੀ ਫੌਜ ਤੇਰੇ ਮੇਰੇ ਸਾਹਮਣੇ ਵਿੱਚ, ਇਹ ਫੌਜ ਦੇ ਵਿੱਚੋਂ ਬਹੁਤੇ ਬੰਦੇ ਉਹ ਵੇਖ ਦੌੜੇ ਜਾ ਰਹੇ, ਇਹ ਜਿਹੜੇ ਤੈਨੂੰ ਹੁਣੇ ਜਿਉਂਦੇ ਨੂੰ ਛੱਡ ਕੇ ਭੱਜ ਰਹੇ ਨੇ, ਪਿੱਛੋਂ ਲੋਥ ਕੋਲ ਕਿਹਨੇ ਖਲੋਣਾ ਹੈ? ਮੈਨੂੰ ਤੇਰੀ ਇਕਰਾਰ ਦੀ ਲੋੜ ਨਹੀਂ। ਸ਼ਮੀ ਖਾਨ ਨੇ ਕਿਹਾ ਸੀ, ਹਰੀ ਸਿੰਘਾ ਏਡਾ ਹੰਕਾਰ ਨਹੀਂ ਕਿਤੇ। ਉਹਨੇ ਕਿਹਾ, ਹੰਕਾਰ ਨਹੀਂ, ਮੈਂ ਉਸ ਪਰਮਾਤਮਾ ਦੀ ਓਟ ਆਸਰਾ ਲੈ ਕੇ ਲੜਨਾ ਹੈ। ਉਹਨੇ ਜੋ ਜਿੱਤ ਹਾਰ ਦਾ ਫੈਸਲਾ ਕਰਨਾ, ਮੈਂ ਕੁਛ ਵੀ ਨਹੀਂ ਕਰ ਸਕਦਾ। ਉਹਨੇ ਆਖਿਆ, ਸ਼ਮੀ ਖਾਨ ਸਾਰੇ ਫੈਸਲੇ ਆਪ ਕਰਦਾ ਹੈ, ਤਲਵਾਰ ਨਾਲ ਕਰਦਾ ਹੈ, ਔਰ ਇੱਥੇ ਵੀ ਹੋਵੇਗਾ। ਅੱਜ ਮੈਂ ਹਰੀ ਸਿੰਘਾ ਤੇਰਾ ਸਿਰ ਵੱਢ ਕੇ ਨੇਜੇ ਤੇ ਟੰਗ ਕੇ ਆਪਦੇ ਦੇਸ਼ ਲੈ ਕੇ ਜਾਵਾਂਗਾ। ਇਹ ਅਟਕਤਾ ਕੀ, ਅਸੀਂ ਸਾਰਾ ਪੰਜਾਬ ਦੇ ਉੱਤੇ ਕਬਜ਼ਾ ਕਰਾਂਗੇ। ਤੇਰੇ ਮਾਰੇ ਜਾਣ ਤੋਂ ਬਾਅਦ ਇਹ ਪੰਜਾਬ ਵਿੱਚ ਬਾਕੀ ਕੁਛ ਨਹੀਂ ਬਚੇਗਾ ਤੇ ਅਸੀਂ ਸਾਰੇ ਪੰਜਾਬ ਦੇ ਉੱਤੇ ਕਾਬਜ ਹੋਵਾਂਗੇ। ਹੁਣ ਤੀਸਰਾ ਵਾਰ ਜਦੋਂ ਕਰਨਾ ਸੀ ਨਾ, ਤੇ ਹਰੀ ਸਿੰਘ ਦੇ ਕੋਲ ਲਿਆ ਕੇ ਤੇ ਘੋੜੇ ਦੀ ਵਾਗ ਮੋੜ ਕੇ ਜਿਸ ਵੇਲੇ ਭੱਜਣ ਲੱਗਾ, ਤੇ ਹਰੀ ਸਿੰਘ ਨੇ ਫਿਰ ਆਖਿਆ, ਰੁਕ ਜਾਓ ਸ਼ਮੀ ਖਾਨ, ਜੇ ਕਿਸੇ ਸ਼ਰੀਕ ਭਰਾ ਦੇ ਘਰ ਭਾਜੀ ਭਿੱਜ ਗਏ ਤੇ ਫਿਰ ਨਿਉਂਦਰਾ ਵੀ ਵੇਖ ਲੈਣਾ ਚਾਹੀਦਾ। ਆ ਜਾਂਦਾ ਜਾਂਦਾ ਇੱਕ ਖਾਲਸੇ ਦੀ ਵੀ ਲਈ ਜਾ। ਉੱਥੇ ਸੀਤਲ ਜੀ ਨੇ ਇੱਕ ਵਾਰ ਲਿਖੀ ਸੀ ਕਿ ਛਿਣਕੀ ਚੰਡੀ ਸਿੰਘ ਨੇ ਜਰਾ ਹੱਥ ਲਾ ਕੇ ਘੋੜੇ ਉੱਤੋਂ ਸੱਟ ਲਿਆ ਥੱਲੇ ਪਟਕਾ ਕੇ। ਹਰੀ ਸਿੰਘ ਨੇ ਇੱਕ ਜ਼ੋਰ ਨਾਲ ਜਦੋਂ ਤਲਵਾਰ ਮਾਰੀ ਨਾ, ਤੇ 1.5 ਇੰਚ ਸ਼ਮੀ ਖਾਨ ਦੇ ਅੰਦਰ ਧਸ ਗਈ ਤੇ ਘੋੜੇ ਤੋਂ ਉਲਟ ਕੇ ਥੱਲੇ ਹਰੀ ਸਿੰਘ ਦੇ ਪੈਰਾਂ 'ਚ ਡਿੱਗ ਪਿਆ। ਤੇ ਘੋੜੇ ਦੇ ਪੈਰ ਫੜ ਕੇ ਹਰੀ ਸਿੰਘ ਦੇ ਤਾਂ ਉੱਠਣ ਜੋਗਾ ਤਰਿਆ ਨਾ ਤੇ ਕਹਿਣ ਲੱਗਾ, ਹਰੀ ਸਿੰਘਾ ਇੱਕ ਮਰਦ ਦੇ ਪੈਰੀ ਡਿੱਗਾ ਹਾਂ, ਅੱਜ ਮਰਦ ਦੇ ਦੀਦਾਰ ਹੋਏ ਨੇ, ਅੱਜ ਇੱਕ ਮਰਦ ਦੇ ਪੈਰੀ ਡਿੱਗਾ ਹਾਂ, ਆਪੇ ਮੇਰੀ ਜੀਵਨ ਰੱਖਿਆ ਕਰੇਗਾ। ਹਰੀ ਸਿੰਘ ਨਲਵੇ ਨੇ ਆਖਿਆ, ਉਹ ਸ਼ਮੀ ਖਾਨ ਕਿੱਡੀਆਂ ਆਸਾਂ ਉਮੀਦਾਂ ਕਰਕੇ ਆਇਆ, ਇਸ ਏਡਾ ਕਮਜ਼ੋਰ ਸਾਬਤ ਹੋਇਆ। ਅਸਲ ਵਿੱਚ ਸ਼ਮੀ ਖਾਨ ਨੇ ਲੋਹੇ ਦੀ ਡਬਲ ਸਹਿਯੋਗ ਪਹਿਨੀ ਹੋਈ ਸੀ। ਸਹਿਯੋਗ ਲੋਹੇ ਦਾ ਇੱਕ ਕੋਟ ਹੁੰਦਾ ਹੈ, ਜਿਹਦੇ ਉੱਤੇ ਤਲਵਾਰ ਦਾ ਵਾਰ ਨਹੀਂ ਹੁੰਦਾ, ਤੇ ਲੋਹੇ ਦਾ ਉਹ ਕੋਟ ਬੰਦੇ ਦਾ ਮੇਚਾ ਲੈ ਕੇ ਬਣਦਾ ਹੈ। ਉਹਦੇ ਤੇ ਕਿੰਨਾ ਲੋਹਾ ਖਰਚ ਹੋਣਾ, ਲੋਹੇ ਦੀਆਂ ਤਿੱਖੀਆਂ ਤਾਰਾਂ ਬਣਦੀਆਂ ਨੇ, ਸੰਗੜੀਆਂ ਹੁੰਦੀਆਂ ਨੇ। ਉਹਦੀ ਜਦੋਂ ਕਿ ਇਤਿਹਾਸਕਾਰ ਲਿਖਦੇ ਨੇ ਕਿ 1.25 ਗਜ ਛਾਤੀ ਸੀ
ਤੇ ਉਹ ਕਿੰਨੇ ਲੋਹੇ ਦਾ ਉਹ ਕੋਟ ਬਣਿਆ ਹੋਵੇਗਾ। ਲੇਕਿਨ ਸ਼ਮੀ ਖਾਨ ਨੇ ਇੱਕ ਨਹੀਂ 2 ਕੋਟ ਪਾਏ ਹੋਏ ਸੀ। ਉਹ ਇੱਕ ਕੋਟ ਘੱਟ ਤੋਂ ਘੱਟ ਕਹਿੰਦੇ ਨੇ ਕਿ ਉਹ 50 ਕਿਲੋ ਤੋਂ ਘੱਟ ਨਹੀਂ ਬਣਦਾ। ਆਮ ਬੰਦੇ ਦਾ ਕੋਟ 50 ਕਿਲੋ ਤੋਂ ਘੱਟ ਨਹੀਂ ਹੁੰਦਾ। ਅੱਜ ਵੀ ਸਿੱਖ ਜਰਨੈਲਾਂ ਦੇ ਕੁਝ ਕੋਟ ਪਏ ਨੇ। ਨਵਾਬ ਕਪੂਰ ਸਿੰਘ ਦਾ ਕੋਟ ਪਿਆ, 1-2 ਹੋਰ ਜਰਨੈਲਾਂ ਦੇ ਕੋਟ ਪਏ ਨੇ। ਉਹ ਕੋਟ ਇੱਕ ਬੰਦਾ 2 ਬਾਹਾਂ ਨਾਲ ਚੱਕ ਨਹੀਂ ਸਕਦਾ, ਏਡੇ ਭਾਰੇ ਨੇ। ਔਰ ਸਧਾਰਨ ਵਿਅਕਤੀ ਸਨ, ਆਮ ਸਾਈਜ਼ ਦੇ ਬੰਦੇ ਸਨ। ਲੇਕਿਨ ਸ਼ਮੀ ਖਾਨ ਡਬਲ ਬੰਦਾ ਸੀ, ਦੋਹਰਾ ਬੰਦਾ ਸੀ। ਇਹਦੇ ਤੇ ਕਿੰਨਾ ਲੋਹਾ ਖਰਚ ਹੋਇਆ ਹੋਵੇਗਾ ਤੇ ਦੋਹਰਾ ਕੋਟ ਪਾਇਆ ਹੋਇਆ। 2 ਸੰਜੋਗਾਂ ਪਾਈਆਂ ਸੀ ਤੇ ਉਹਨੂੰ ਏਡਾ ਮਾਣ ਸੀ ਕਿ ਸੰਜੋਗ ਤੇ ਇੱਕ ਝੁੱਟ ਨਹੀਂ ਤਲਵਾਰ ਟੱਪਦੀ, ਮੈਂ 2 ਪਾ ਲਈਆਂ। ਹਰੀ ਸਿੰਘ ਜਿੱਥੇ ਮਰਜੀ ਤਲਵਾਰਾਂ ਮਾਰੀ ਜਾਵੇ, ਮੇਰੇ ਅੰਦਰ ਤੇ ਤਲਵਾਰ ਦਾ ਵਾਰ ਹੀ ਨਹੀਂ ਹੋਣਾ। ਲੇਕਿਨ ਇਹ ਕੀ ਪਤਾ ਸੀ ਕਿ ਤਲਵਾਰ ਹਰੀ ਸਿੰਘ ਨਾਲੋਂ ਇਹਦੀ ਆਣ ਪੈਣੀ। ਇਹ ਗੱਲ ਉਹਨੇ ਮੰਨੀ। ਜਦੋਂ ਹਰੀ ਸਿੰਘ ਨੇ ਆਖਿਆ ਜਾ, ਉਹਨੇ ਆਪਦੇ ਸਾਥੀਆਂ ਨੂੰ ਕਿਹਾ ਮੈਨੂੰ ਉਠਾਓ। ਜਦੋਂ ਉੱਠ ਕੇ ਖੜਾ ਹੋਇਆ, ਹਰੀ ਸਿੰਘ ਦੇ ਪੈਰ ਫੜ ਲਏ। ਫਿਰ ਉਹਨੇ ਹਰੀ ਸਿੰਘ ਨੂੰ ਵਿਖਾਇਆ ਕਿ ਆ ਵੇਖ, ਮੈਂ ਦੋ ਸਹਿਯੋਗਾਂ ਪਾਈਆਂ ਸੀ ਤੇ ਤੇਰੀ ਤਲਵਾਰ ਨੇ ਆ ਵੇਖ 2 ਸੰਯੋਗਾਂ ਚੀਰ ਕੇ ਕਿੱਡਾ ਵੱਡਾ ਪਾੜ ਮੇਰੇ ਅੰਦਰ ਪਾ ਦਿੱਤਾ ਹੈ। ਮੈਂ ਤੈਨੂੰ ਮੰਨ ਲਿਆ। ਹਰੀ ਸਿੰਘ ਦੇ ਮੁਬਾਰਕ ਪੈਰਾਂ ਤੇ ਸਿਰ ਲਾ ਕੇ ਨਮਸਕਾਰ ਕਰਕੇ ਸ਼ਮੀ ਖਾਨ ਆਪਦੀ ਫੌਜ ਲੈ ਕੇ ਵਾਪਸ ਦੌੜਿਆ। ਜਦੋਂ ਵਾਪਸ ਜਾ ਰਹੇ ਸਨ ਤੇ ਜਾਂਦਿਆਂ ਫੌਜਾਂ ਵਿੱਚੋਂ ਕਿਸੇ ਨੇ ਖੜੀਆਂ ਫੌਜਾਂ ਤੇ ਸ਼ਰਾਰਤ ਕਰ ਦਿੱਤੀ। ਤੋਂ ਖਾਲਸਾ ਫੌਜਾਂ ਤੇ ਜਦੋਂ ਸ਼ਰਾਰਤ ਹੋਈ ਤੇ ਉਹ ਉਹਨਾਂ ਦੇ ਮਗਰ ਦੌੜ ਪਈਆਂ। ਹਰੀ ਸਿੰਘ ਉਹਨਾਂ ਫੌਜਾਂ ਨੂੰ ਰੋਕਣ ਵਾਸਤੇ ਅੱਗੇ ਵਧਿਆ ਤੇ ਉਹ ਇੱਕ ਅਸੂਲ ਹੁੰਦਾ ਸੀ ਉਸ ਜ਼ਮਾਨੇ 'ਚ ਕਿ ਜਿਹੜੀ ਫੌਜ ਅੱਗੇ ਲੱਗ ਕੇ ਨੱਸ ਪਵੇ ਉਹਦੇ ਮਗਰ ਪਿੱਛਾ ਨਹੀਂ ਸੀ ਕੀਤਾ ਜਾਂਦਾ, ਕਿਉਂਕਿ ਉਹ ਇਹ ਮੰਨ ਲਿਆ ਜਾਂਦਾ ਸੀ ਕਿ ਜਿਹੜੀ ਅੱਗੇ ਲੱਗ ਕੇ ਦੌੜ ਪਈ ਹੈ, ਹੁਣ ਜੇ ਇਹਦਾ ਪਿੱਛਾ ਕਰਾਂਗੇ ਤੇ ਇਸ ਫੌਜ ਨੂੰ ਅਹਿਸਾਸ ਹੋਵੇਗਾ ਕਿ ਇਹ ਜਿਹੜੇ ਮਗਰ ਆ ਰਹੇ ਨੇ ਇਹਨਾਂ ਨੇ ਸਾਨੂੰ ਹੋਰ 2-4 ਕਿਲੋਮੀਟਰ ਤੱਕ ਮਸਾਂ ਭੱਜਣ ਦੇਣਾ ਹੈ, ਇਹਨਾਂ ਨੇ ਮਾਰ ਤਾਂ ਦੇਣਾ ਹੀ ਹੈ। ਕਿਉਂ ਨਾ ਰੁਕ ਕੇ ਇਹਨਾਂ ਨਾਲ ਲੜ ਕੇ ਮਰ ਮਿਟੀਏ। ਤੇ ਉਹ ਜਦੋਂ ਅੱਗੋਂ ਖੜੋ ਕੇ ਦੁਬਾਰਾ ਲੜਨਾ ਸ਼ੁਰੂ ਕਰ ਦੇਣਗੇ ਤੇ ਉਹਨਾਂ ਵਿੱਚ ਸਾਡੇ ਵੀ ਕੋਈ ਬੰਦੇ ਵੀ ਮਾਰੇ ਜਾਣਗੇ। ਇਸ ਕਰਕੇ ਭੱਜੀ ਜਾਂਦੀ ਫੌਜ ਨੂੰ ਭੱਜਣ ਦਿੱਤਾ ਜਾਓ, ਉਹਨਾਂ ਨੂੰ ਰੋਕਿਆ ਨਾ ਜਾਏ। ਕਿਉਂਕਿ ਲੜਾਈ ਤਾਂ ਜਰਨੈਲਾਂ ਨਾਲ ਹੁੰਦੀ ਸੀ ਨਾ। ਫੌਜੀ ਤਾਂ ਵਿਚਾਰੇ ਤਨਖਾਹਦਾਰ ਨੇ। ਜਰਨੈਲਾਂ ਨੇ ਹੁਕਮ ਕੀਤਾ ਲੜ ਮਰੇ, ਜਰਨੈਲਾਂ ਨੇ ਹੁਕਮ ਕੀਤਾ ਦੌੜ ਚੱਲੋ, ਦੌੜ ਗਏ। ਉਹਨਾਂ ਦਾ ਕੋਈ ਬਹੁਤਾ ਕਸੂਰ ਨਹੀਂ ਮੰਨਿਆ ਜਾਂਦਾ। ਇਸ ਕਰਕੇ ਜਦੋਂ ਸਿੱਖ ਫੌਜਾਂ ਉਹਨਾਂ ਦੇ ਮਗਰ ਦੌੜੀਆਂ ਤਾਂ ਹਰੀ ਸਿੰਘ ਉਹਨਾਂ ਨੂੰ ਰੋਕਣ ਵਾਸਤੇ ਕਹਿੰਦੇ ਨੇ ਕਿ ਮਗਰ ਅੱਗੇ ਗਿਆ ਤੇ ਅੱਗੇ ਇੱਕ ਪਹਾੜੀ ਵਿੱਚ ਲੁਕੇ ਹੋਏ ਕੁਛ ਪਠਾਨਾਂ ਨੇ ਹਰੀ ਸਿੰਘ ਦਾ ਨਿਸ਼ਾਨਾ ਲਾ ਕੇ ਉਹਨੂੰ ਗੋਲੀਆਂ ਮਾਰੀਆਂ। 6 ਗੋਲੀਆਂ ਹਰੀ ਸਿੰਘ ਨੂੰ ਵੱਖੀ ਵਾਲੇ ਪਾਸਿਓਂ ਮਾਰ ਦਿੱਤੀ। ਜਾ ਰਿਹਾ ਸੀ, ਹਰੀ ਸਿੰਘ ਨੇ ਜ਼ੋਰ ਨਾਲ ਜਕਾਰੇ ਛੱਡੇ, ਗੋਲੀਆਂ ਦਾ ਖੜਾਕ ਹੋਇਆ, ਫੌਜ ਪਿਛਾ ਨੂੰ ਮੁੜੀ, ਇੱਕਦਮ ਪਰਤੀ। ਹਰੀ ਸਿੰਘ ਨੇ ਉਹਦਾ ਛੇਤੀ ਨਾਲ ਘੋੜਾ ਆਪਣੀ ਸੁਰਤ ਨੂੰ ਸੰਭਾਲਿਆ ਤੇ ਘੋੜਾ ਸੰਭਾਲ ਕੇ ਘੋੜੇ ਨੂੰ ਪਿਛਾਂ ਅੱਡੀ ਲਾਈ। ਘੋੜਾ ਛੇਤੀ ਨਾਲ ਹਰੀ ਸਿੰਘ ਨੂੰ ਜਮਰੌਦ ਦੇ ਕਿਲੇ ਵਿੱਚ ਲੈ ਆਇਆ। ਇੰਨੇ ਚਿਰ ਨੂੰ ਫੌਜ ਵਾਪਸ ਪਰਤ ਕੇ ਆ ਗਈ। ਇੱਥੇ ਕੁਛ ਇਤਿਹਾਸਕਾਰਾਂ ਦੇ ਇਹ ਲਿਖਤਾਂ ਹਨ ਕਿ ਇਹ ਜਿਹੜੀ ਗੋਲੀ ਮਾਰੀ ਗਈ ਹਰੀ ਸਿੰਘ ਨੂੰ, ਇਹ ਉਹਨਾਂ ਪਠਾਨਾਂ ਵੱਲੋਂ ਨਹੀਂ ਮਾਰੀ ਗਈ। ਇਹ ਧਿਆਨ ਸਿੰਘ ਡੋਗਰੇ ਵੱਲੋਂ ਭੇਜੇ ਗਏ ਕੁਝ ਐਸੇ ਬੰਦੇ ਸਨ ਜੋ ਹਰੀ ਸਿੰਘ ਦੀ ਫੌਜ ਵਿੱਚ ਸ਼ਾਮਲ ਸਨ, ਜਿਨ੍ਹਾਂ ਦੀ ਜ਼ਿੰਮੇਵਾਰੀ ਲਾਈ ਗਈ ਸੀ ਕਿ ਜਦੋਂ ਕੋਈ ਐਸਾ ਮੌਕਾ ਬਣੇ ਉਦੋਂ ਤੁਸੀਂ ਹਰੀ ਸਿੰਘ ਨੂੰ ਫੈਰ ਮਾਰਨਾ ਹੈ। ਕਿਉਂਕਿ ਹਰੀ ਸਿੰਘ ਦੇ ਸਾਹਮਣੇ ਵਿਰੋਧੀ ਧਿਰ ਦੀ ਫੌਜ ਤਾਂ ਉਹਦੇ ਲਾਗੇ ਚਾਗੇ ਖਲੋ ਨਹੀਂ ਸਕਦੀ ਸੀ। ਲੇਕਿਨ ਉਹ ਪਠਾਨ ਕਿਵੇਂ ਲੁਕ ਸਕਦੇ ਸਨ ਜਿਹੜੇ ਹਰੀ ਸਿੰਘ ਦੇ ਨਾਂ ਤੋਂ ਥਰ ਕੰਬਦੇ ਸਨ। ਇੱਥੇ ਕੁਛ ਸੋਚਣ ਲਈ ਮਜਬੂਰ ਵੀ ਹੋਣਾ ਪੈਂਦਾ ਵੀ ਗੱਲ ਹੋ ਸਕਦਾ ਹੈ ਸੱਚੀ ਹੋਵੇ ਕਿ ਨਹੀਂ।
ਪਰ ਕੁਝ ਇਤਿਹਾਸਕਾਰਾਂ ਨੇ ਇੱਥੇ ਇਹ ਆਪਦਾ ਵਿਚਾਰ ਦਿੱਤਾ ਹੈ, ਲੇਕਿਨ ਬਹੁਤਿਆਂ ਨੇ ਇਹੀ ਲਿਖਿਆ ਹੈ ਕਿ ਕੁਝ ਪਠਾਨ ਫੌਜੀ ਉਸ ਪਹਾੜੀ ਦੇ ਉਹਲੇ ਲੁਕ ਗਏ ਸਨ ਹਰੀ ਸਿੰਘ ਨੂੰ ਪਿੱਛੋਂ ਆਉਂਦਿਆਂ ਵੇਖ ਕੇ, ਤੇ ਉਹ ਕਿਉਂਕਿ ਪਹਾੜੀ ਇਲਾਕਾ ਹੈ, ਉਹ ਲੁਕ ਗਏ। ਜਦੋਂ ਹਰੀ ਸਿੰਘ ਬਰਾਬਰ ਆਇਆ ਤੇ ਉਹਨਾਂ ਦੋਵਾਂ ਨੇ ਵਾਰੀ ਵਾਰੀ ਫੈਰ ਮਾਰੇ ਔਰ ਉਹ ਫੈਰ ਟਿਕਾਣੇ ਤੇ ਵੱਜ ਗਏ ਤੇ ਹਰੀ ਸਿੰਘ ਉੱਥੋਂ ਵਾਪਸ ਪਰਤ ਗਿਆ। ਉਹ ਗੋਲੀਆਂ ਹਰੀ ਸਿੰਘ ਦੇ ਇੰਨਾ ਜ਼ਖਮ ਬਣਾ ਗਈਆਂ ਕਿ ਹਰੀ ਸਿੰਘ ਉਸ ਵੇਲੇ, ਕਿਉਂਕਿ ਪਿੱਛੋਂ ਵੀ ਬਿਮਾਰ ਆ ਰਿਹਾ ਸੀ ਤੇ ਬਿਮਾਰੀ ਦੀ ਹਾਲਤ ਵਿੱਚ ਹਰੀ ਸਿੰਘ ਲੜ ਰਿਹਾ ਸੀ ਤੇ ਗੋਲੀਆਂ ਦੇ ਉਹਨਾਂ ਫੈਰਾਂ ਨੇ ਹੋਰ ਜ਼ਿਆਦਾ ਜ਼ਖਮੀ ਕਰਤਾ ਤੇ ਫਿਰ ਬਚਣ ਦੀ ਕੋਈ ਆਸ ਬਾਕੀ ਨਾ ਰਹੀ। ਲੇਕਿਨ ਉਹਦੀ ਦਲੇਰੀ ਇੰਨੀ ਕਿ ਜਦੋਂ ਉਸਨੂੰ ਇੱਥੇ ਲੈ ਆਂਦਾ, ਇੱਥੇ ਕੁਛ ਵੈਦ ਬੁਲਾਏ ਗਏ, ਉਹਨਾਂ ਨੇ ਕਿਹਾ ਕਿ ਜ਼ਖਮ ਇੰਨੇ ਜ਼ਿਆਦਾ ਨੇ ਤੇ ਵੈਸੇ ਵੀ ਇਹ ਬਿਮਾਰ ਨੇ, ਇਹਨਾਂ ਦਾ ਬਚਣਾ ਬੜਾ ਮੁਸ਼ਕਲ ਹੈ, ਬੜਾ ਮੁਸ਼ਕਲ। ਮਾਨ ਸਿੰਘ ਭਰੀਆਂ ਅੱਖਾਂ ਨਾਲ ਹਰੀ ਸਿੰਘ ਦੇ ਕੋਲ ਪਹੁੰਚਿਆ। ਵੈਦਾਂ ਨਾਲ ਗੱਲ ਕਰਨ ਤੋਂ ਬਾਅਦ ਕੁਛ ਬੋਲਣ ਲੱਗਾ ਤੇ ਹਰੀ ਸਿੰਘ ਨੇ ਆਖਿਆ, ਪਹਿਲਾਂ ਗੁਰੂ ਗੋਬਿੰਦ ਸਿੰਘ ਦਾ ਜਕਾਰਾ ਗਜਾ। ਦਲੇਰੀ ਵਿਖਾਈ ਦੀ ਹੁੰਦੀ ਹੈ। ਜੇ ਆਪਾਂ ਵੱਡੇ ਵੱਡੇ ਜਰਨੈਲ ਮਾਰਦੇ ਰਹੇ ਹਾਂ ਤੇ ਜੇ ਆਪਦਾ ਕੋਈ ਜਰਨੈਲ ਚੱਲਿਆ ਤੇ ਫਿਰ ਅੱਖਾਂ ਭਰਨਾ, ਇਹ ਕੋਈ ਮਰਦਾਂ ਵਾਲੀ ਗੱਲ ਏ। ਤੂੰ ਮੇਰਾ ਪੁੱਤਰ ਸ਼ੇਰ ਬਣ, ਬੋਲ ਜਕਾਰਾ ਛਡਾ। ਉਹਨੇ ਬੋਲੇ ਸੋ ਨਿਹਾਲ ਦਾ ਜਕਾਰਾ ਭਰੇ ਹੋਏ ਗੱਲ ਨਾਲ ਵਜਾਇਆ ਤੇ ਉਹਨੇ ਕਿਹਾ, ਮੇਰੇ ਪਿਤਾ ਜੇ ਹੁਕਮ ਹੋਵੇ ਤੇ ਆਪ ਜੀ ਨੂੰ ਵਾਪਸ ਲਾਹੌਰ ਲੈ ਚਲੀਏ। ਹਰੀ ਸਿੰਘ ਨੇ ਕਿਹਾ, ਨਹੀਂ, ਮੈਂ ਇਸ ਜਮਰੌਦ ਨੂੰ, ਇਸ ਦर्रा ਖੈਬਰ ਨੂੰ ਆਪਦੀ ਕਰਮ ਭੂਮੀ ਵਜੋਂ ਚੁਣਿਆ ਸੀ। ਮੈਂ दर्रा ਖੈਬਰ ਵਿੱਚ ਜੰਗ ਮਚਾਉਣ ਵਾਸਤੇ ਨਹੀਂ ਆਇਆ ਸਾਂ। ਮੈਂ दर्रा ਖੈਬਰ ਵਿੱਚ ਸਦਾ ਸਦਾ ਲਈ ਜੰਗ ਖਤਮ ਕਰਨ ਵਾਸਤੇ ਆਇਆ ਸਾਂ, ਕਿਉਂਕਿ ਇੱਧਰੋਂ ਦੇ ਹਮਲਾਵਰ ਆ ਕੇ ਮੇਰੇ ਦੇਸ਼ ਤੇ ਰੋਜ਼ ਹਮਲਾਵਰ ਹੁੰਦੇ ਸੀ। ਮੈਂ ਇੱਥੇ ਇਸ ਕਰਕੇ ਪਿੰਡ ਮੱਲਿਆ ਸੀ ਕਿ ਹਮਲਾਵਰਾਂ ਨੂੰ ਇੱਕ ਦਹਿਸ਼ਤ ਬਣੇ ਕਿ ਉੱਥੇ ਜਾਣਾ ਬੜਾ ਮੁਸ਼ਕਿਲ ਹੈ ਤੇ ਉਹ ਨਾ ਇੱਧਰ ਆਉਣ ਤੇ ਨਾ ਹਮਲਾਵਰ ਹੋਣ ਤੇ ਨਾ ਅਗਾਂਹ ਤੋਂ ਲੜਾਈਆਂ ਦੇ ਘਮਸਾਨ ਮਚਣ। ਇਸ ਕਰਕੇ ਮੈਂ ਇਸ ਲਈ ਇੱਥੇ ਆਇਆ ਸੀ, ਅਮਨ ਕਾਇਮ ਕਰਨ ਵਾਸਤੇ। ਪਰ ਉਸ ਰੱਬ ਨੂੰ ਜੋ ਮਨਜ਼ੂਰ ਸੀ ਉਹ ਹੋ ਗਿਆ। ਮੈਂ ਜਦੋਂ ਖਤਮ ਹੋ ਜਾਵਾਂ, ਇਸੇ ਕਿਲੇ ਵਿੱਚ ਮੇਰਾ ਸੰਸਕਾਰ ਕੀਤਾ ਜਾਵੇ। ਮੈਂ ਇੱਥੋਂ ਮਰਿਆ ਹੋਇਆ ਮੈਨੂੰ ਚੁੱਕ ਕੇ ਲਾਹੌਰ ਨਾ ਲਿਜਾਇਓ, ਕਿਉਂਕਿ ਪਠਾਨ ਇਹ ਕਹਿਣਗੇ ਕਿ ਉਹ ਹਰੀ ਸਿੰਘ ਨਲੂਆ ਜਾ ਰਿਹਾ ਹੈ ਗੰਢ ਵਿਖਾ ਕੇ। ਜੇ ਮੈਂ ਡਟ ਕੇ ਲੜਿਆ ਹਾਂ, ਮੈਂ ਡਟ ਕੇ ਮਰਿਆ ਹਾਂ, ਮੈਂ ਜਿੰਨਾ ਚਿਰ ਜੋਇਆ ਇਹਨਾਂ ਪਠਾਨਾਂ ਨੂੰ ਮੈਂ ਰਾਤ ਸੌਣ ਨਹੀਂ ਦਿੱਤਾ। ਤੇ ਜੇ ਅੱਜ ਮੈਂ ਮਰ ਗਿਆ ਹਾਂ ਤੇ ਮਰਨਾ ਤਾਂ ਯੋਧਿਆਂ ਦਾ ਕੰਮ ਹੈ, ਕਦੀ ਮਾਰਤਾ ਕਦੀ ਮਰ ਗਏ। ਇਸ ਕਰਕੇ ਦਲੇਰੀ ਰੱਖਿਓ ਤੇ ਮੇਰਾ ਕਿਲਾ ਸਿੰਘਾਸਨ ਇਸ ਕਿਲੇ ਵਿੱਚ ਬਣਾਇਓ ਤੇ ਇੱਥੇ ਮੇਰਾ ਸੰਸਕਾਰ ਕਰਿਓ। ਜਦੋਂ ਮੈਨੂੰ ਲੰਬੂ ਲਾਇਓ, ਕੋਈ ਅੱਖ ਰੋਵੇ ਨਾ, ਉੱਚੀ ਉੱਚੀ ਬੋਲੇ ਸੋ ਨਿਹਾਲ ਦੇ ਜਕਾਰੇ ਗਜਾਇਓ। ਆਪ ਮੇਰਾ ਜਿਹੜਾ ਖੰਡਾ ਸੀ ਨਾ, ਇਹ ਮੈਂ ਸਾਰੀ ਜ਼ਿੰਦਗੀ ਆਪਦੇ ਨਾਲ ਰੱਖਿਆ। ਇਹਦੇ ਨਾਲ ਮੇਰਾ ਬੜਾ ਪਿਆਰ ਸੀ, ਇਹ ਮੇਰੇ ਨਾਲ ਟਿਕਾ ਦਿਓ। ਇਹ ਮੇਰੀ ਚਿਖਾ ਦੇ ਵਿੱਚ ਮੇਰੇ ਨਾਲ ਰਹੇ ਤੇ ਇਹ ਮੇਰਾ ਕਰਿਓ। ਉੱਥੇ ਫਿਰ ਕਹਿੰਦੇ ਨੇ ਕਿ ਉਹ ਕਿਲੇ ਦੇ ਵਿੱਚ ਸੰਸਕਾਰ ਹੋਇਆ ਤੇ 1837 ਈਸਵੀ ਨੂੰ ਇਹ ਮਹਾਨ ਯੋਧਾ, ਜੋ ਦੁਨੀਆ ਦਾ ਮਹਾਨ ਯੋਧਾ ਮੰਨਿਆ ਗਿਆ, ਜੋ ਇੱਕ ਪਰਉਪਕਾਰੀ ਸੀ, ਉਸਦਾ ਅੰਤ ਹੋਇਆ, ਉਸਦਾ ਇੰਤਕਾਲ ਹੋਇਆ, ਉਸਦੀ ਮੌਤ ਹੋਈ। ਉਹ ਇਸ ਦੁਨੀਆ ਤੋਂ ਗੁਰਪੁਰੀ ਗਿਆਨਾ ਕਰ ਗਿਆ। ਉਹ ਇਸ ਫਾਨੀ ਸੰਸਾਰ ਤੋਂ ਰੁਖਸਤ ਹੋਇਆ। ਉਸ ਵੇਲੇ ਉਹਦੀ ਕੇਵਲ 46 ਸਾਲ ਦੀ ਉਮਰ ਸੀ, ਜਵਾਨ ਬੰਦਾ ਸੀ। ਥੋੜੀ ਜਿਹੀ ਛੋਟੀ ਜਿਹੀ ਜ਼ਿੰਦਗੀ ਭੁਗਤ ਕੇ ਏਡਾ ਵੱਡਾ ਕਾਰਨਾਮਾ ਕਰ ਗਿਆ ਕਿ ਦੁਨੀਆ ਤੱਕ, ਯੁੱਗਾਂ ਤੱਕ ਯਾਦ ਰਹਿ ਗਿਆ। ਕਿਉਂਕਿ ਮੇਰੇ ਗੁਰੂ ਪਿਤਾ ਗਿਆਨੀ ਸੋਹਲ ਸਿੰਘ ਸੀਤਲ ਕਿਹਾ ਕਰਦੇ ਸਨ ਕਿ ਮਨੁੱਖ ਜਨਮਦਾ ਹੈ ਮਾਂ ਬਾਪ ਦੇ ਭਾਗੀ,
ਜਿਉਂਦਾ ਹੈ ਆਪਣੇ ਬਦਲੇ, ਮਰ ਜਾਂਦਾ ਹੈ ਸੰਤਾਨ ਬਦਲੇ। ਇੱਕ ਆਮ ਸਧਾਰਨ ਮਨੁੱਖ ਦੀ ਜੀਵਨ ਕਹਾਣੀ, ਜੀਵਨ ਗਾਥਾ ਕੁਝ ਇਸ ਤਰ੍ਹਾਂ ਖਤਮ ਹੋ ਜਾਂਦੀ ਹੈ। ਲੇਕਿਨ ਜੋ ਲੋਕ ਆਪਣੇ ਧਰਮ ਬਦਲੇ, ਆਪਣੇ ਦੇਸ਼ ਬਦਲੇ, ਆਪਣੀ ਸਰਜ਼ਮੀਨ ਬਦਲੇ, ਆਪਣੀ ਮਾਤਰ ਭਾਸ਼ਾ ਬਦਲੇ, ਕੁਛ ਐਸੇ ਕਾਰਨਾਮੇ ਸਰ ਅੰਜਾਮ ਦੇ ਦਿੰਦੇ ਨੇ, ਉਹ ਯੁੱਗਾਂ ਯੁੱਗਾਂ ਤੱਕ ਜਿਉਂਦੇ ਰਹਿੰਦੇ ਨੇ। ਉਹਨਾਂ ਦੇ ਜੀਵਨ ਦੀ ਕਹਾਣੀ ਇਸ ਸੂਰਜ ਤੇ ਚੰਦਰਮਾ ਦੇ ਨਾਲ ਅਮਰ ਹੋ ਜਾਂਦੀ, ਉਹ ਕਦੇ ਵੀ ਨਹੀਂ ਮਰਦੇ। ਤੇ ਜਿੱਥੇ ਜਿੱਥੇ ਉਹਨਾਂ ਨੇ ਕਦਮ ਟਿਕਾਏ ਹੁੰਦੇ ਨੇ, ਉਹਨਾਂ ਕਦਮਾਂ ਦੇ ਨਿਸ਼ਾਨਾਂ ਤੇ ਦੁਨੀਆ ਉਹਨਾਂ ਦੀਆਂ ਯਾਦਗਾਰਾਂ ਬਣਾ ਕੇ ਸਦਾ ਸਦਾ ਵਾਸਤੇ ਉਹਦੀ ਪੂਜਾ ਕਰਿਆ ਕਰਦੀ। ਇਹ ਐਸਾ ਹੀ ਇੱਕ ਜਰਨੈਲ ਸੀ ਜਿਹਨੇ ਜਿੱਥੇ ਜੰਗ ਯੁੱਧ ਜਿੱਤੇ, ਉੱਥੇ ਜੰਗਾਂ ਦੇ ਵਿੱਚ ਅਮਨ ਕਾਇਮ ਕਰਨ ਵਾਸਤੇ ਜੰਗ ਲੜੇ। ਅੱਜ ਜਿਹੜਾ ਕਸ਼ਮੀਰ ਏਡਾ ਵੱਡਾ ਡਿਸਟਰਬ ਏਰੀਆ ਹੈ, ਇਹ ਹਰੀ ਸਿੰਘ ਨਲੂਏ ਦੀ ਉਹ ਪੁਰਾਣੀ ਰਿਆਸਤ ਸੀ। ਤੇ ਹਰੀ ਸਿੰਘ ਨਲੂਏ ਨੇ ਕਸ਼ਮੀਰ ਜਿੱਤਣ ਤੋਂ ਬਾਅਦ ਕਸ਼ਮੀਰ ਵਿੱਚ ਇੰਨਾ ਅਮਨ ਕਾਇਮ ਕੀਤਾ ਸੀ ਕਿ ਇਹ ਕਸ਼ਮੀਰ ਦੇ ਲੋਕ ਹਰੀ ਸਿੰਘ ਨੂੰ ਦਿਲੋਂ ਪਿਆਰ ਕਰਦੇ ਸਨ, ਸਤਿਕਾਰ ਦਿੰਦੇ ਸਨ। ਇਹ ਉਸ ਵੇਲੇ ਦੇ ਉਹਨਾਂ ਜਰਨੈਲਾਂ ਦੀਆਂ ਕਰਾਮਾਤਾਂ ਸਨ ਕਿ ਜੋ ਯੋਧੇ ਵੀ ਸਨ ਤੇ ਜਿੱਥੇ ਰਾਜ ਕਰਦੇ ਸਨ, ਲੋਕਾਂ ਦਾ ਮਨ ਮੋਹ ਲੈਂਦੇ ਸਨ, ਸਾਰਿਆਂ ਨੂੰ ਇਨਸਾਫ ਦਿੰਦੇ ਸਨ। ਸੋ ਪਰਮਾਤਮਾ ਕਿਰਪਾ ਕਰੇ, ਇਹ ਜਿਹੜੀ ਸਾਡੇ ਤੇ ਕਰੋਨਾ ਵਾਇਰਸ ਦੀ ਭਿਅੰਕਰ ਬਿਮਾਰੀ ਦਾ ਸਾਇਆ ਆਇਆ ਹੈ, ਇਹ ਸਾਡੇ ਤੋਂ ਦੂਰ ਕਰੇ। ਜੇ ਸਾਡੇ ਕੋਲੋਂ ਕੋਈ ਗਲਤੀਆਂ ਹੋਈਆਂ ਨੇ ਤੇ ਮੈਂ ਰੋਜ਼ ਬੇਨਤੀ ਕਰਦਾ ਕਿ ਅਬ ਕੀ ਬਾਰ ਬਖਸ਼ ਬੰਦੇ ਨੂੰ, ਇੱਕ ਵਾਰੀ ਮਨੁੱਖ ਨੂੰ ਬਖਸ਼ ਦੇ, ਇੱਕ ਮੌਕਾ ਹੋਰ ਦੇ, ਤਾਂ ਕਿ ਇਹ ਤੇਰੀ ਰਜ਼ਾ ਵਿੱਚ ਚੱਲੇ, ਇਹ ਤੇਰੇ ਨਾਲ ਛੇੜਛਾੜ ਨਾ ਕਰੇ। ਤੇ ਯਾ ਰੱਬ, ਯਾ ਖੁਦਾ, ਐ ਪਰਿਪੂਰਨ ਪਰਮਾਤਮਾ, ਐ ਅਕਾਲ ਪੁਰਖ, ਐ ਭਗਵਾਨ, ਐ ਪ੍ਰਭੂ ਯਿਸੂ ਮਸੀਹ, ਕਿਰਪਾ ਕਰੋ ਸਾਰੇ ਹੀ ਮਹਾਨ ਮਹਾਂਪੁਰਸ਼ੋ ਕਿ ਇਹ ਦੁਨੀਆ ਭਰ ਦੇ ਉੱਤੇ ਆਈ ਕਰੋਪੀ ਇਹ ਵਾਪਸ ਜਾਏ ਤੇ ਮਨੁੱਖ ਫਿਰ ਤੋਂ ਜੋ ਕੈਦ ਹੋਇਆ ਹੈ ਉਹ ਫਿਰ ਤੋਂ ਉਹਦੀ ਉਸ ਰਫਤਾਰ ਦੀ ਜ਼ਿੰਦਗੀ ਫੜੇ ਤੇ ਇੱਥੇ ਫਿਰ ਤੋਂ ਰੌਣਕਾਂ ਬਹਾਲ ਹੋਣ। ਇੱਥੇ ਹੀ ਸਮਾਪਤੀ ਹੈ। ਜੇ ਇਹ ਵੀਡੀਓ ਆਪ ਜੀ ਨੂੰ ਚੰਗਾ ਲੱਗੇ ਤੇ ਹੋਰ ਵੱਧ ਤੋਂ ਵੱਧ ਵੀਰਾਂ ਦੇ ਅੱਗੇ ਭੇਜੋ, ਤਾਂ ਕਿ ਇਹਨਾਂ ਉਹਨਾਂ ਮਹਾਨ ਸ਼ਖਸੀਅਤਾਂ ਦੇ ਜੀਵਨ ਤੋਂ ਲੋਕ ਜਾਣੂ ਹੋਣ ਤੇ ਇਹਨਾਂ ਦੇ ਅਸੂਲ, ਇਹਨਾਂ ਦੇ ਪ੍ਰਿੰਸੀਪਲ ਅਪਣਾ ਕੇ ਅਸੀਂ ਵੀ ਆਪਣੇ ਆਪ 'ਚ ਕੁਝ ਸੁਧਾਰ ਕਰ ਸਕੀਏ। ਇੱਥੇ ਹੀ ਸਮਾਪਤੀ ਹੈ। ਖੁਸ਼ ਰਹੋ, ਆਬਾਦ ਰਹੋ।